ਸਤਿ ਸ਼੍ਰੀ ਅਕਾਲ ਬੱਚੇ ਸਾਰਿਆਂ ਨੂੰ। ਬੱਚੇ ਸਕਸੈਸ ਟਰੀ ਪੰਜਾਬ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ। ਸਕਸੈਸ ਟਰੀ ਵੱਲੋਂ ਜਿਹੜਾ ਇਨੀਸ਼ੀਏਟ ਲਿਆ ਗਿਆ ਪਿਛਲੇ ਹਫਤੇ ਕਿ ਪੰਜਾਬ ਦੇ ਜਿਹੜੇ ਹੁਣ ਅਗਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਐਗਜ਼ਾਮਸ ਨਿਕਲਣ ਵਾਲੇ ਨੇ, ਨੋਟੀਫਿਕੇਸ਼ਨਸ ਆ ਰਹੀਆਂ ਨੇ, ਅੱਗੇ ਵੀ ਇਸ ਮਹੀਨੇ ਹੋਰ ਨੋਟੀਫਿਕੇਸ਼ਨਸ ਹੋਣੀਆਂ ਨੇ ਤੇ ਆਪਣੇ 2 ਜਾਂ 3 ਮਹੀਨਿਆਂ ਬਾਅਦ ਐਗਜ਼ਾਮਸ ਹੋਣੇ ਸਟਾਰਟ ਹੋਣੇ ਨੇ। ਉਹਦੇ ਲਈ ਜਿਹੜੇ ਬੱਚਿਆਂ ਨੇ ਤਾਂ ਨਵੀਂ ਤਿਆਰੀ ਸ਼ੁਰੂ ਕੀਤੀ ਹੈ ਉਹਨਾਂ ਲਈ ਮਾਸਟਰ ਕੋਰਸ ਦਾ ਪੰਜਾਬ ਦਾ ਇੱਕ ਬੈਚ ਸਟਾਰਟ ਕੀਤਾ। ਫੁੱਲ ਸਿਲੇਬਸ ਬੈਚ ਹੋਊਗਾ, ਪ੍ਰੈਕਟਿਸ ਸੈਸ਼ਨਸ ਹੋਣਗੇ, ਮੌਕ ਟੈਸਟ ਹੋਣਗੇ। ਤੇ ਜਿਹੜੇ ਬੱਚੇ ਪਿਛਲੇ ਸਮੇਂ ਤੋਂ ਤਿਆਰੀ ਕਰਦੇ ਆ ਰਹੇ ਸੀ, ਜਿੱਥੋਂ ਮਰਜ਼ੀ ਉਹਨਾਂ ਨੇ ਤਿਆਰੀ ਕੀਤੀ, ਆਫਲਾਈਨ ਜਾਂ ਆਨਲਾਈਨ, ਸਿਲੇਬਸ ਉਹਨਾਂ ਨੇ ਕੰਪਲੀਟ ਕਰ ਲਿਆ ਜਾਂ ਲਗਭਗ ਖਤਮ ਹੋਣ ਵਾਲਾ ਹੈ, ਉਹਨਾਂ ਦੇ ਲਈ ਸਕਸੈਸ ਟਰੀ ਵੱਲੋਂ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਵਿੱਚ ਜਿੰਨਾ ਕੁਆਂਟਸ ਤੇ ਜਿੰਨੀ ਰੀਜ਼ਨਿੰਗ ਆਈ ਹੈ ਉਹਦਾ ਇੱਕ ਸੈਸ਼ਨ ਸਟਾਰਟ ਕੀਤਾ ਗਿਆ। ਮੈਂ ਤੁਸੀਂ ਦੇਖ ਰਹੇ ਹੋ ਕਿ ਰੋਜ਼ ਦੁਪਹਿਰੇ 2 ਵਜੇ ਆਪਣੀ ਇੱਕ ਦਿਨ ਰੀਜ਼ਨਿੰਗ ਤੇ ਇੱਕ ਦਿਨ ਮੈਥ ਦੀ ਕਲਾਸ ਹੁੰਦੀ ਹੈ। ਤਾਂ ਅੱਜ ਆਪਣੀ ਮੈਥ ਦੀ ਕਲਾਸ ਦੇ ਵਿੱਚ ਮਤਲਬ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ 3 ਕਲਾਸਿਸ ਮੇਰੇ ਖਿਆਲ 'ਚ ਹੋ ਚੁੱਕੀਆਂ। 3 ਕਲਾਸਿਸ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਪੇਪਰ ਕਰਦੇ ਜਾ ਰਹੇ ਹਾਂ। ਮੈਂ ਜਿਹੜੀ ਦੂਜੀ ਕਲਾਸ ਸੀ ਉਹਦੇ ਵਿੱਚ ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਿਹਾ ਸੀ ਕਿ DI ਵੀ ਕਰਵਾਓ, ਤਾਂ ਤੀਜੀ ਕਲਾਸ ਦੇ ਵਿੱਚ ਆਪਾਂ ਕੁਝ DI ਦੇ ਕੁਐਸਚਨਸ ਕੀਤੇ ਸੀਗੇ, ਕੁਝ ਤੁਹਾਨੂੰ ਮਤਲਬ ਹੋਮਵਰਕ ਦਿੱਤਾ ਸੀਗਾ ਕਿ ਇਹ ਕੁਐਸਚਨਸ ਟਰਾਈ ਕਰੋ। ਇਸ ਤੋਂ ਬਿਨਾ ਕੁਝ ਬੱਚਿਆਂ ਨੇ ਕਿਹਾ ਹੋਇਆ ਸੀਗਾ ਕਿ ਹੈਂਡਸ ਐਂਡ ਕਾਊਜ਼ ਵਾਲੇ ਕੁਐਸਚਨ। ਤਾਂ ਅੱਜ ਵਾਲੀ ਕਲਾਸ ਦੇ ਵਿੱਚ ਬੱਚੇ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਮੈਂ ਮਾੜਾ ਜਿਹਾ ਦੱਸਦਾ ਕਿ ਅੱਜ ਵਾਲੀ ਕਲਾਸ ਦੇ ਵਿੱਚ ਮੈਂ ਪਿਛਲੀ ਵੀਡੀਓ ਦੇ ਕਮੈਂਟਸ ਪੜ੍ਹ ਰਿਹਾ ਸੀ ਤਾਂ ਕੁਝ ਬੱਚਿਆਂ ਨੇ ਮੈਂਸੂਰੇਸ਼ਨ ਲਈ ਕਿਹਾ ਸੀ। ਤਾਂ ਅੱਜ ਦੀ ਕਲਾਸ ਦੇ ਵਿੱਚ ਮੈਂਸੂਰੇਸ਼ਨ ਤੇ ਕਾਫੀ ਕੁਐਸਚਨਸ ਨੇ ਜਿਹੜੇ ਪੰਜਾਬ ਦੇ ਪੁਰਾਣੇ ਪੇਪਰਾਂ 'ਚ ਆਏ ਹੋਏ ਮੈਂਸੂਰੇਸ਼ਨ ਦੇ ਕੁਐਸਚਨਸ ਨੇ, ਉਹਨਾਂ 'ਚੋਂ ਕੁਝ ਕੁਐਸਚਨਸ ਮੈਂ ਪਿਕ ਕੀਤੇ ਨੇ। ਫਿਰ ਕੁਝ ਸਿਮਿਲਰ ਕੁਐਸਚਨ ਤੇ ਹੋਰ ਮੋਸਟ ਐਕਸਪੈਕਟਡ ਕੁਐਸਚਨਸ ਜਿਹੜੇ ਐਤਕੀ ਆਉਣ ਦੇ ਚਾਂਸਿਸ ਨੇ। ਤਾਂ ਅੱਜ ਤੁਸੀਂ ਮੈਂਸੂਰੇਸ਼ਨ ਦੇ ਕੁਐਸਚਨਸ ਦੇਖੋਗੇ, ਮਿਕਸਚਰ ਐਲੀਗੇਸ਼ਨ ਦੇ ਕੁਐਸਚਨ ਦੇਖੋਗੇ। ਮੈਂ ਜੇ ਤੁਹਾਡੇ ਵਿੱਚੋਂ ਕੁਝ ਬੱਚਿਆਂ ਨੇ ਐਲੀਗੇਸ਼ਨ ਪੜ੍ਹੀ ਹੋਈ ਆ, ਐਲੀਗੇਸ਼ਨ ਲਾਉਣੀ ਕਾਫੀ ਬੱਚਿਆਂ ਨੂੰ ਆਉਂਦੀ ਹੈ, ਪਰ ਰੇਸ਼ੀਓ ਦੇ ਉੱਤੇ ਐਲੀਗੇਸ਼ਨ ਅਸੀਂ ਬਹੁਤ ਘੱਟ ਲਾਈ ਹੈ। ਪ੍ਰਾਈਸ ਦੇ ਉੱਤੇ ਅਸੀਂ ਕੈਲਕੂਲੇਸ਼ਨ ਮਤਲਬ ਐਲੀਗੇਸ਼ਨ ਲਾਈ ਹੈ। ਅਸੀਂ ਸਿੰਪਲ ਇੰਟਰਸਟ ਦੇ ਵਿੱਚ ਐਲੀਗੇਸ਼ਨ ਲਾਇਆ ਹੈ, ਅਸੀਂ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਐਲੀਗੇਸ਼ਨ ਲਾਇਆ, ਅਸੀਂ ਇਸ ਤੋਂ ਬਿਨਾਂ ਮੇਰੇ ਖਿਆਲ 'ਚ ਪ੍ਰੋਫਿਟ ਲੋਸ ਦੇ ਵਿੱਚ ਵੀ ਐਲੀਗੇਸ਼ਨ ਕੀਤਾ ਹੈਗਾ। ਐਲੀਗੇਸ਼ਨ ਦੇ ਉੱਤੇ ਐਲੀਗੇਸ਼ਨ ਲਾਉਣਾ ਰੇਸ਼ੀਓ ਦੇ ਉੱਤੇ ਐਲੀਗੇਸ਼ਨ ਲਾਉਣਾ, ਉਹ ਆਪਾਂ ਅੱਜ ਦੀ ਕਲਾਸ ਦੇ ਵਿੱਚ ਕੁਝ ਐਗਜ਼ਾਮਪਲਸ ਦੇਖਾਂਗੇ, ਜਿਹਦੇ ਵਿੱਚੋਂ ਇੱਕ ਐਗਜ਼ਾਮਪਲ ਪੰਜਾਬ ਦੇ ਪੁਰਾਣੇ ਪੇਪਰ 'ਚ ਆਈ ਹੋਈ ਹੈ। ਫਿਰ ਉਹਦੇ ਨਾਲ ਦੇ ਕੁਝ ਸਿਮਿਲਰ ਐਗਜ਼ਾਮਪਲਸ ਮੈਂ ਲੈ ਕੇ ਆਇਆ। ਇਸ ਤੋਂ ਬਿਨਾਂ ਐਲੀਗੇਸ਼ਨ ਦੇ 1-2 ਤਰ੍ਹਾਂ ਦੇ ਹੋਰ ਕੁਐਸਚਨ ਨੇ। ਮਿਕਸਚਰ ਦੇ ਨੇ, ਬੇਸਿਕਲੀ ਐਲੀਗੇਸ਼ਨ ਦੇ ਨਹੀਂ, ਇਕੱਠਾ ਚੈਪਟਰ ਹੈਗਾ। ਮਿਕਸਚਰ ਦੇ 1-2 ਤਰ੍ਹਾਂ ਦੇ ਹੋਰ ਕੁਐਸਚਨ ਨੇ ਜਿਹੜੇ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਨਾਲ ਦੇ ਕੁਝ ਸਿਮਿਲਰ ਕੁਐਸਚਨਸ। ਤਾਂ ਅੱਜ ਦੀ ਕਲਾਸ ਦੇ ਵਿੱਚ ਕੁਝ ਇਹੋ ਜਿਹਾ ਦੇਖੋਗੇ ਤੁਸੀਂ। ਤਾਂ ਬੱਚੇ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਆਪਣਾ ਡੇਲੀ ਸੈਸ਼ਨ ਇਹ 2 ਵਜੇ ਹੁੰਦਾ। ਇੱਕ ਦਿਨ ਕੁਆਂਟਸ ਦੀ ਕਲਾਸ ਹੁੰਦੀ ਹੈ, ਇੱਕ ਦਿਨ ਰੀਜ਼ਨਿੰਗ ਦੀ ਕਲਾਸ ਹੁੰਦੀ ਹੈ। ਤਾਂ ਸਕਸੈਸ ਟਰੀ ਪੰਜਾਬ YouTube ਚੈਨਲ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬ ਦਿਓ। ਮਤਲਬ ਜਿਹੜੀ ਨੋਟੀਫਿਕੇਸ਼ਨ ਆਉਂਦੀ ਹੁੰਦੀ ਹੈ, ਜਿਹੜੀ ਵੀ ਕਲਾਸ ਹੈ, ਉਹ ਚਾਹੇ ਡੇਲੀ ਕਰੰਟ ਅਫੇਅਰਸ ਦੀ ਕਲਾਸ ਹੈ ਜਿਹੜੀ ਸਵੇਰੇ 11:30 ਵਜੇ ਲੱਗਦੀ ਹੈ, ਚਾਹੇ ਆਪਣੇ 1000 MCQs ਵਾਲੀ ਸੀਰੀਜ਼ ਚੱਲ ਰਹੀ ਹੈ, ਇਸ ਤੋਂ ਬਿਨਾਂ ਆਪਣੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਚੱਲ ਰਹੇ ਨੇ ਕਿ ਸਬਜੈਕਟ ਵਾਈਜ਼ ਚੱਲਣਗੇ ਅੱਗੇ। ਹਲੇ ਆਪਾਂ ਮੈਥ ਤੇ ਰੀਜ਼ਨਿੰਗ ਤੋਂ ਸਟਾਰਟ ਕੀਤਾ। ਤਾਂ ਚੈਨਲ ਸਬਸਕ੍ਰਾਈਬ ਕਰ ਲਓ, ਉਹਦੇ ਨਾਲ ਘੱਟੋ ਘੱਟ ਤੁਹਾਨੂੰ ਜਾਣਕਾਰੀ ਪਹੁੰਚਦੀ ਜਾਇਆ ਕਰੂਗੀ, ਨੋਟੀਫਿਕੇਸ਼ਨ ਪਹੁੰਚਦੀ ਜਾਇਆ ਕਰੂ ਕਿ ਕਿਹੜੀ ਵੀਡੀਓ ਹੁਣ ਚੱਲ ਰਹੀ ਹੈ, ਕਿਹੜਾ ਸਬਜੈਕਟ ਤੁਸੀਂ ਕਿਵੇਂ ਆਪਦਾ ਸ਼ੈਡਿਊਲ ਕਰ ਸਕਦੇ ਹੋ ਘਰੇ ਪੜ੍ਹਨ ਦਾ, ਅਕੋਰਡਿੰਗ ਟੂ ਦਾ ਸ਼ੈਡਿਊਲ ਜਿਹੜਾ ਕਿ ਇੱਥੇ ਵੀਡੀਓਜ਼ ਚੱਲ ਰਹੀਆਂ ਨੇ। ਤਾਂ ਆਪਾਂ ਬੱਚੇ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। ਪਹਿਲਾ ਕੁਐਸਚਨ ਬਹੁਤ ਇੰਟਰਸਟਿੰਗ ਹੈ। ਜਿਹੜੇ ਜਵਾਕਾਂ ਨੇ ਰੇਸ਼ੀਓ ਪੜ੍ਹੀ ਹੋਈ ਹੈ, ਰੇਸ਼ੀਓ ਦੇ ਵਿੱਚ ਆਪਾਂ ਇਹ ਕੁਐਸਚਨ ਕਰਦੇ ਵੀ ਹੁੰਦੇ ਹਾਂ। ਐਗਜ਼ਾਮੀਨਰ ਕਹਿੰਦਾ ਬਿਫੋਰ ਲੀਵਿੰਗ ਦਾ ਰੂਮ ਅਜੀਤ ਲਾਈਟਡ 2 ਯੂਨੀਫਾਰਮ ਕੈਂਡਲਸ ਆਫ ਇਕੁਅਲ ਲੈਂਥ ਬਟ ਵਨ ਥਿਕਰ ਦੈਨ ਦੀ ਅਦਰ। ਐਗਜ਼ਾਮੀਨਰ ਕਹਿੰਦਾ ਅਜੀਤ ਆਪਣੇ ਕਮਰੇ ਚੋਂ ਬਾਹਰ ਨਿਕਲਣ ਤੋਂ ਪਹਿਲਾਂ ਕਮਰੇ 'ਚ 2 ਮੋਮਬੱਤੀਆਂ ਨੇ ਉਹਦੇ ਕੋਲ, ਸੇਮ ਲੈਂਥ ਦੀਆਂ, ਇਕੁਅਲ ਲੈਂਥ ਦੀਆਂ। ਤਾਂ ਉਹ ਦੋਨੇ ਮੋਮਬੱਤੀਆਂ ਨੂੰ ਲਾਈਟ ਕਰਕੇ ਜਾਂਦਾ, ਜਲਾਉਂਦਾ ਹੈ, ਪਰ ਇੱਕ ਮੋਮਬੱਤੀ ਦੂਜੀ ਨਾਲੋਂ ਥਿਕ ਹੈ। ਮਤਲਬ ਇੱਕ ਥੋੜੀ ਜਿਹੀ ਮੋਟੀ ਮੋਮਬੱਤੀ, ਇੱਕ ਥੋੜੀ ਜਿਹੀ ਪਤਲੀ ਮੋਮਬੱਤੀ ਹੈ। ਉਹਦੇ ਕੋਲ 2 ਕੈਂਡਲਸ ਨੇ, 2 ਮੋਮਬੱਤੀਆਂ ਨੇ ਸੇਮ ਹਾਈਟ ਦੀਆਂ, ਪਰ ਇੱਕ ਥੋੜੀ ਜਿਹੀ ਮੋਟੀ ਹੈ, ਇੱਕ ਥੋੜੀ ਜਿਹੀ ਪਤਲੀ ਹੈ। ਐਗਜ਼ਾਮੀਨਰ ਕਹਿੰਦਾ ਦ ਥਿਕ ਕੈਂਡਲ ਇਜ਼ ਸਪੋਜ਼ ਟੂ ਲਾਸਟ ਫॉर 6 ਆਵਰਸ। ਜਿਹੜੀ ਥੋੜੀ ਜਿਹੀ ਮੋਟੀ ਮੋਮਬੱਤੀ ਹੈ ਉਹ 6 ਘੰਟਿਆਂ ਦੇ ਵਿੱਚ ਪੂਰੀ ਖਤਮ ਹੁੰਦੀ ਹੈ, ਤੇ ਜਿਹੜੀ ਪਤਲੀ ਹੈ ਐਂਡ ਦਾ ਥਿਨ ਵਨ 2 ਆਵਰਸ ਲੈਸ, ਉਹ 2 ਘੰਟੇ ਘੱਟ ਲੈਂਦੀ ਹੈ, ਯਾਨੀ ਕਿ ਉਹ 4 ਘੰਟਿਆਂ 'ਚ ਮੁੱਕ ਜਾਂਦੀ ਹੈਗੀ। ਤਾਂ ਹਾਲੇ ਤੱਕ ਸਾਨੂੰ ਸਵਾਲ ਕੀ ਸਮਝ ਆਇਆ ਕਿ ਅਜੀਤ ਆਪਣੇ ਕਮਰੇ 'ਚੋਂ ਬਾਹਰ ਨਿਕਲਣ ਤੋਂ ਪਹਿਲਾਂ 2 ਮੋਮਬੱਤੀਆਂ ਜਲਾ ਕੇ ਜਾਂਦਾ। ਉਹ ਦੋਨੇ ਮੋਮਬੱਤੀਆਂ ਸੇਮ ਹਾਈਟ ਦੀਆਂ ਨੇ, ਸੇਮ ਲੈਂਥ ਹੈ ਉਹਨਾਂ ਦੀ, ਪਰ ਇੱਕ ਮੋਟੀ ਹੈ, ਦੂਜੀ ਪਤਲੀ ਹੈ। ਤਾਂ ਜਿਹੜੀ ਮੋਟੀ ਮੋਮਬੱਤੀ ਹੈ ਉਹ 6 ਘੰਟੇ 'ਚ ਪੂਰੀ ਜਲਦੀ ਆ, ਜਿਹੜੀ ਪਤਲੀ ਆ ਉਹ 4 ਘੰਟੇ 'ਚ ਪੂਰੀ ਫੁੱਕ ਜਾਂਦੀ ਆ। ਅੱਗੇ ਕਹਿੰਦਾ ਵੈਨ ਹੀ ਕੇਮ ਬੈਕ, ਐਗਜ਼ਾਮੀਨਰ ਕਹਿੰਦਾ ਕਿ ਜਦੋਂ ਉਹ ਕਮਰੇ 'ਚ ਵਾਪਸ ਆਇਆ, ਹੀ ਫਾਊਂਡ ਦੈਟ ਦਾ ਥਿਕ ਕੈਂਡਲ ਵਾਜ਼ ਟਵਾਈਸ ਐਜ਼ ਲੌਂਗ ਐਜ਼ ਦਾ ਥਿਨ ਵਨ। ਐਗਜ਼ਾਮੀਨਰ ਨੇ ਇਹ ਗੱਲ ਕਿਉਂ ਲਿਖੀ ਸੀ ਕਿ ਇੱਕ ਕੈਂਡਲ ਦੂਜੀ ਨਾਲੋਂ ਥਿਕਰ ਹੈ,
ਤਾਂ ਕਿ ਆਪਾਂ ਇਹ ਸਮਝ ਸਕੀਏ ਕਿ ਭਾਈ ਜਿਹੜੀ ਥਿਕ ਕੈਂਡਲ ਹੈ, ਜਿਹੜੀ ਮੋਟੀ ਕੈਂਡਲ ਹੈ, ਉਹ ਜ਼ਿਆਦਾ ਸਮਾਂ ਲੈ ਕੇ ਪੂਰੀ ਖਤਮ ਹੋਊਗੀ, ਜਿਹੜੀ ਪਤਲੀ ਕੈਂਡਲ ਹੈ ਉਹ ਥੋੜੀ ਛੇਤੀ ਖਤਮ ਹੋ ਜੂਗੀ। ਇਸੇ ਕਰਕੇ ਥਿਕ ਕੈਂਡਲ, ਮੋਟੀ ਕੈਂਡਲ 6 ਘੰਟੇ 'ਚ ਖਤਮ ਹੁੰਦੀ ਹੈ ਤੇ ਪਤਲੀ ਕੈਂਡਲ 2 ਘੰਟੇ ਘੱਟ ਯਾਨੀ ਕਿ 4 ਹੀ ਘੰਟੇ 'ਚ ਖਤਮ ਹੋ ਜਾਂਦੀ ਹੈ। ਤਾਂ ਹੁਣ ਐਗਜ਼ਾਮੀਨਰ ਕੀ ਕਹਿ ਰਿਹਾ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਡੇ ਸਾਹਮਣੇ ਆ ਕੇ ਸਮਝਾਉਣਾ। ਬੱਚੇ, ਇੱਕ ਕੈਂਡਲ ਸਲੋ ਖਤਮ ਹੁੰਦੀ ਹੈ, 6 ਘੰਟੇ ਲੈਂਦੀ ਹੈ, ਮਤਲਬ ਜ਼ਿਆਦਾ ਸਮਾਂ ਲੈਂਦੀ ਹੈ, ਮਤਲਬ ਸਲੋਲੀ ਥੱਲੇ ਆ ਰਹੀ ਆ। ਇੱਕ ਥੋੜੀ ਜਿਹੀ ਛੇਤੀ ਥੱਲੇ ਆ ਰਹੀ ਆ। ਤਾਂ ਜਦੋਂ ਉਹ ਜਲ ਰਹੀਆਂ ਨੇ ਤੇ ਉਹ ਘਟਦੀਆਂ, ਉਹਨਾਂ ਦੀ ਹਾਈਟਸ ਘਟਦੀਆਂ ਜਾਂਦੀਆਂ ਨੇ। ਜਿਹੜੀ ਬੱਚੇ ਸਲੋ ਥੱਲੇ ਆ ਰਹੀ ਹੈ ਉਹਦੀ ਰਿਮੇਨਿੰਗ ਲੈਂਥ ਜ਼ਿਆਦਾ ਹੈ, ਜਿਹੜੀ ਥੋੜੀ ਜਿਹੀ ਤੇਜ਼ੀ ਨਾਲ ਥੱਲੇ ਆ ਰਹੀ ਹੈ ਉਹਦੀ ਰਿਮੇਨਿੰਗ ਲੈਂਥ ਘੱਟ ਹੈ। ਇੰਨੀ ਗੱਲ ਸਮਝ ਆ ਗਈ ਕਿ ਜਿਹੜੀ ਮੋਟੀ ਕੈਂਡਲ ਆ ਉਹਦੀ ਰਿਮੇਨਿੰਗ ਲੈਂਥ ਜ਼ਿਆਦਾ ਹੋਊਗੀ, ਪਤਲੀ ਥੋੜਾ ਛੇਤੀ ਥੱਲੇ ਆ ਜੂ ਤਾਂ ਉਹਦੀ ਰਿਮੇਨਿੰਗ ਘੱਟ ਹੋਊਗੀ। ਸੋ ਇਸੇ ਕਰਕੇ ਐਗਜ਼ਾਮੀਨਰ ਕਹਿੰਦਾ ਵੈਨ ਹੀ ਕੇਮ ਬੈਕ ਹੀ ਫਾਊਂਡ ਦੈਟ ਦ ਥਿਕ ਕੈਂਡਲ ਵਾਸ ਟਵਾਈਸ ਐਜ਼ ਲੌਂਗ ਐਜ਼ ਦ ਥਿਨ ਵਨ, ਕਿ ਮੋਟੀ ਕੈਂਡਲ ਪਤਲੀ ਨਾਲੋਂ ਦੁੱਗਣੀ ਸੀ। ਤਾਂ ਐਗਜ਼ਾਮੀਨਰ ਕਹਿੰਦਾ ਫॉर ਹਾਊ ਲੌਂਗ ਡਿਡ ਹੀ ਰਿਮੇਨ ਆਊਟ ਆਫ ਦ ਰੂਮ, ਤਾਂ ਕਿੰਨੇ ਸਮੇਂ ਲਈ ਕਮਰੇ ਚੋਂ ਬਾਹਰ ਰਿਹਾ। ਐਗਜ਼ਾਮੀਨਰ ਅਸਲ 'ਚ ਇਹ ਪੁੱਛਣਾ ਹੀ ਨਹੀਂ ਚਾਹੁੰਦਾ ਕਿ ਉਹ ਕਿੰਨੇ ਸਮੇਂ ਲਈ ਕਮਰੇ 'ਚੋਂ ਬਾਹਰ ਰਿਹਾ। ਐਗਜ਼ਾਮੀਨਰ ਪੁੱਛਣਾ ਚਾਹੁੰਦਾ ਕਿੰਨੇ ਸਮੇਂ ਲਈ ਕੈਂਡਲਸ ਜਲਦੀਆਂ ਰਹੀਆਂ, ਕਿਉਂਕਿ ਉਹਨੇ ਬਾਹਰ ਨਿਕਲਣ ਲੱਗਿਆ ਕੈਂਡਲਸ ਜਲਾਈਆਂ ਸੀ ਤੇ ਵਾਪਸ ਆ ਕੇ ਉਹਨੇ ਚੈੱਕ ਕੀਤਾ ਕਿ ਮੋਟੀ ਵਾਲੀ ਪਤਲੀ ਨਾਲੋਂ ਡਬਲ ਹੈ। ਤਾਂ ਐਗਜ਼ਾਮੀਨਰ ਇਹ ਪੁੱਛ ਰਿਹਾ ਕਿ ਜਦੋਂ ਮੋਟੀ ਕੈਂਡਲ ਪਤਲੀ ਨਾਲੋਂ ਡਬਲ ਹੈ ਉਹ ਕਿੰਨੇ ਸਮੇਂ ਦੇ ਵਿੱਚ ਹੋਇਆ। ਤਾਂ ਬੱਚੇ, ਸਭ ਤੋਂ ਪਹਿਲਾਂ ਕੈਂਡਲਸ ਵਾਲੇ ਕੁਐਸਚਨ ਦੇ ਵਿੱਚ, ਕੈਂਡਲਸ ਵਾਲਾ ਕੁਐਸਚਨ ਬੈਂਕ ਦੇ ਪੇਪਰਾਂ 'ਚ ਕਦੇ ਨਹੀਂ ਆਇਆ। ਕੈਂਡਲਸ ਵਾਲਾ ਕੁਐਸਚਨ SSC ਦੇ ਪੇਪਰਾਂ ਦੇ ਵਿੱਚ ਕਦੇ ਨਹੀਂ ਆਇਆ। ਕੈਂਡਲਸ ਵਾਲਾ ਕੁਐਸਚਨ ਪੰਜਾਬ ਦੇ ਪੇਪਰਾਂ 'ਚ 3-4 ਵਾਰੀ ਆਇਆ ਹੋਇਆ। ਤਾਂ ਉਹਦੇ ਵਿੱਚੋਂ 2-3 ਐਗਜ਼ਾਮਪਲਸ ਮੈਂ ਲੈ ਕੇ ਆਇਆ। ਤਾਂ ਬੱਚੇ ਆ ਦੇਖੋ, 2 ਕੈਂਡਲਸ ਨੇ ਸੇਮ ਹਾਈਟ ਦੀਆਂ, ਇੱਕ ਮੋਟੀ ਹੈ ਇੱਕ ਪਤਲੀ ਹੈ। ਐਗਜ਼ਾਮੀਨਰ ਨੇ ਇਹੀ ਕਿਹਾ ਕਿ 2 ਕੈਂਡਲਸ ਨੇ ਸੇਮ ਹਾਈਟ ਦੀਆਂ, ਇੱਕ ਮੋਟੀ ਹੈ ਦੂਜੀ ਪਤਲੀ ਹੈ। ਜਿਹੜੀ ਮੋਟੀ ਕੈਂਡਲ ਹੈ ਬੱਚੇ ਉਹ 6 ਘੰਟਿਆਂ ਦੇ ਵਿੱਚ ਪੂਰੀ ਜਲਦੀ ਹੈ ਤੇ ਜਿਹੜੀ ਪਤਲੀ ਹੈ ਉਹ 2 ਘੰਟੇ ਘੱਟ ਲੈਂਦੀ ਹੈ ਯਾਨੀ ਕਿ 4 ਘੰਟੇ 'ਚ ਪੂਰੀ ਜਲਦੀ ਹੈ। ਇੱਥੇ ਤੱਕ ਐਗਜ਼ਾਮੀਨਰ ਨੇ ਸਾਨੂੰ ਪਹਿਲੀ ਲਾਈਨ 'ਚ ਦੱਸਿਆ ਹੋਇਆ। ਫਿਰ ਕਹਿੰਦਾ ਕਿ ਉਹਨੇ ਜਦੋਂ ਦੋਨੇ ਕੈਂਡਲਸ ਜਲਾਤੀਆਂ, ਮੋਟੇ ਵਾਲੀ ਥੋੜੀ ਸਲੋਲੀ ਥੱਲੇ ਆਊਗੀ, ਪਤਲੇ ਵਾਲੀ ਥੋੜੀ ਛੇਤੀ ਫਾਸਟਰ ਥੱਲੇ ਆਊਗੀ, ਤਾਂ ਇਹਦੀ ਰਿਮੇਨਿੰਗ ਘੱਟ ਹੈ, ਇਹਦੀ ਰਿਮੇਨਿੰਗ ਜ਼ਿਆਦਾ ਹੋਊਗੀ। ਐਗਜ਼ਾਮੀਨਰ ਕਹਿੰਦਾ ਉਹਨੇ ਵਾਪਸ ਆ ਕੇ ਦੇਖਿਆ ਕਿ ਮੋਟੀ ਕੈਂਡਲ ਪਤਲੀ ਨਾਲੋਂ ਡਬਲ ਹੈ। ਡਬਲ ਮਤਲਬ 2:1। ਮੋਟੀ ਕੈਂਡਲ ਦੀ ਹਾਈਟ ਹੈ, ਜਿਹੜੀ ਰਿਮੇਨਿੰਗ ਹਾਈਟ ਹੈ ਉਹ ਪਤਲੀ ਨਾਲੋਂ ਡਬਲ ਹੈ ਤੇ ਡਬਲ ਦਾ ਮਤਲਬ 2:1 ਸਭ ਨੂੰ ਪਤਾ ਹੈ। ਬੱਚੇ, ਰਿਮੇਨਿੰਗ ਹਾਈਟ ਹੁੰਦੀ ਕੀ ਹੈ? ਕੈਂਡਲਸ ਦੇ ਕੇਸ ਦੇ ਵਿੱਚ ਰਿਮੇਨਿੰਗ ਹਾਈਟ ਕੀ ਹੋਊਗੀ? ਜਿੰਨੀ ਉਹਨਾਂ ਦੀ ਟੋਟਲ ਹਾਈਟ ਹੈ ਉਹਦੇ ਵਿੱਚੋਂ ਮਾਈਨਸ ਕਰ ਦਿਓ ਜਿੰਨੀ ਉਹ ਲਾਈਟਡ ਅਪ, ਜਿੰਨੀ ਉਹ ਜਲ ਚੁੱਕੀ ਆ ਉਹ ਮਾਈਨਸ ਕਰ ਦਿਓ, ਤਾਂ ਇਹੀ ਉਹਨਾਂ ਦੀ ਰਿਮੇਨਿੰਗ ਹਾਈਟ ਹੋਊਗੀ। ਤਾਂ ਰਿਮੇਨਿੰਗ ਹਾਈਟ ਹੀ ਐਗਜ਼ਾਮੀਨਰ ਕਹਿ ਰਿਹਾ ਕਿ ਦੋਨਾਂ ਦੀ 2:1 ਦੇ ਵਿੱਚ, ਇੱਕ ਦੀ ਹਾਈਟ ਦੂਜੀ ਨਾਲੋਂ ਟਵਾਈਸ ਹੈ ਤਾਂ 2:1 ਹੋ ਗਿਆ। ਤਾਂ 2:1 ਜੇ ਫ੍ਰੈਕਸ਼ਨ 'ਚ ਲਿਖਣਾ ਤਾਂ 2/1। ਤਾਂ ਟੋਟਲ ਕਿੰਨਾ ਹੈ? ਲਾਈਟਡ ਅਪ ਤਾਂ ਦੇਖ ਲਾਂਗੇ, ਟੋਟਲ ਕਿੰਨਾ ਹੈ ਬੱਚੇ? ਟੋਟਲ ਇਹ ਨਹੀਂ ਪਤਾ ਦੋਨਾਂ ਦੀ ਹਾਈਟ ਕਿੰਨੀ ਹੈ, ਪਰ ਇਕੁਅਲ ਲੈਂਥ ਗਿਵਨ ਹੈ ਸਾਨੂੰ। ਤਾਂ ਬੱਚੇ, ਤੁਸੀਂ ਕੈਂਡਲਸ ਵਾਲੇ ਕੁਐਸਚਨ ਦੇ ਵਿੱਚ ਜਦੋਂ ਦੋਨਾਂ ਕੈਂਡਲਸ ਦੀ ਸੇਮ ਹਾਈਟ ਆ, ਇਕੁਅਲ ਲੈਂਥ ਆ, ਤਾਂ ਤੁਸੀਂ ਦੋਨਾਂ ਦੀ ਲੈਂਥ ਅਜ਼ਿਊਮ ਕਰ ਲੈਣੀ ਹੈ। ਇੱਕ 6 ਘੰਟੇ 'ਚ ਫੁੱਕਦੀ ਹੈ, ਦੂਜੀ 4 ਘੰਟੇ 'ਚ ਫੁੱਕਦੀ ਹੈ, ਤਾਂ ਤੁਸੀਂ ਲੈਂਥ ਅਜ਼ਿਊਮ ਕਰ ਲੈਣੀ ਹੈ 6 ਤੇ 4 ਦਾ LCM। ਤਾਂ ਜਿਹੜੀਆਂ ਦੋਨੇ ਕੈਂਡਲਸ ਸੇਮ ਹਾਈਟ ਦੀਆਂ ਨੇ, ਤੁਸੀਂ ਉਹਨਾਂ ਦੀ ਹਾਈਟ ਅਜ਼ਿਊਮ ਕਰ ਲਓ 6 ਤੇ 4 ਦਾ LCM 12 ਆ ਗਿਆ। ਤਾਂ ਦੋਨਾਂ ਦੀ ਹਾਈਟ 12 ਹੈ, ਦੋਨਾਂ ਦੀ ਟੋਟਲ ਲੈਂਥ 12 ਹੈ। ਤਾਂ ਰਿਮੇਨਿੰਗ ਜਿਹੜੀ ਉਹਨਾਂ ਦੀ 2:1 ਦੇ ਵਿੱਚ ਰਹੂਗੀ ਉਹ ਟੋਟਲ ਮਾਈਨਸ ਲਾਈਟਡ ਅਪ ਹੀ ਹੋਊਗੀ। ਤਾਂ ਟੋਟਲ ਦੋਨਾਂ ਦੀ 12 ਪਤਾ ਲੱਗ ਗਈ, ਉਹ ਆਪਾਂ ਅਜ਼ਿਊਮ ਕੀਤਾ 6 ਤੇ 4 ਦਾ LCM। ਹੁਣ ਇੱਕ ਕੈਂਡਲ 6 ਘੰਟੇ 'ਚ 12 ਯੂਨਿਟ ਫੁੱਕ ਰਹੀ ਹੈ, 12 ਸੈਂਟੀਮੀਟਰ ਮੰਨ ਲਓ। 6 ਘੰਟਿਆਂ 'ਚ 12 ਸੈਂਟੀਮੀਟਰ ਦਾ ਮਤਲਬ ਬੱਚੇ ਹਰ ਘੰਟੇ 'ਚ 2-2 ਸੈਂਟੀਮੀਟਰ ਜਾ ਰਹੀ ਹੈ, ਹਰ ਘੰਟੇ 'ਚ 2-2 ਸੈਂਟੀਮੀਟਰ ਜਾਊਗੀ। ਦੂਜੀ 4 ਘੰਟੇ 'ਚ 12 ਸੈਂਟੀਮੀਟਰ ਜਾ ਰਹੀ ਹੈ ਤਾਂ ਉਹ ਹਰ ਘੰਟੇ 'ਚ 3-3 ਸੈਂਟੀਮੀਟਰ ਜਾਊਗੀ। ਇੰਨੀ ਗੱਲ ਸਮਝ ਆ ਗਈ ਬੱਚੇ ਸਾਰਿਆਂ ਨੂੰ? ਇੱਕ ਕੈਂਡਲ 6 ਘੰਟੇ 'ਚ 12 ਸੈਂਟੀਮੀਟਰ ਫੁੱਕ ਰਹੀ ਹੈ ਤਾਂ ਉਹ ਹਰ ਘੰਟੇ 'ਚ 2-2 ਸੈਂਟੀਮੀਟਰ, 1 ਘੰਟੇ 'ਚ 2, 1 ਘੰਟੇ 'ਚ 2, 1 ਘੰਟੇ 'ਚ 2। ਦੂਜੀ 4 ਘੰਟੇ 'ਚ 12 ਸੈਂਟੀਮੀਟਰ ਮਤਲਬ ਹਰ ਘੰਟੇ 'ਚ 3 ਸੈਂਟੀਮੀਟਰ ਜਾ ਰਹੀ ਆ। ਤਾਂ ਐਗਜ਼ਾਮੀਨਰ ਕਹਿੰਦਾ ਕਿ ਉਹਨੇ ਜਦੋਂ ਵਾਪਸ ਆ ਕੇ ਦੇਖਿਆ ਕਿ ਇੱਕ ਜਿਹੜੀ ਮੋਟੀ ਕੈਂਡਲ ਹੈ ਉਹਦੀ ਲੈਂਥ ਪਤਲੀ ਨਾਲੋਂ ਡਬਲ ਹੈ। ਡਬਲ ਨੂੰ ਆਪਾਂ ਫ੍ਰੈਕਸ਼ਨ 'ਚ 2/1 ਲਿਖ ਸਕਦੇ ਆ, ਰੇਸ਼ੋ 'ਚ 2:1 ਸਾਨੂੰ ਪਤਾ ਹੀ ਹੈ। ਐਗਜ਼ਾਮੀਨਰ ਕਹਿੰਦਾ ਉਹ ਕਿੰਨੇ ਸਮੇਂ ਲਈ ਘਰ ਤੋਂ ਬਾਹਰ ਰਿਹਾ, ਕਮਰੇ ਤੋਂ ਬਾਹਰ ਰਿਹਾ, ਮਤਲਬ ਕਿੰਨੇ ਸਮੇਂ ਲਈ ਕੈਂਡਲਸ ਜਲੀਆਂ, ਕਿ ਉਹਨਾਂ ਦੀ ਰਿਮੇਨਿੰਗ ਹਾਈਟ ਹੈ ਜਿਹੜੀ 2/1 ਰਹੇ ਜੇ। ਤਾਂ ਆਪਾਂ ਦੋਨਾਂ ਦੀ ਟੋਟਲ ਮਾਈਨਸ ਲਾਈਟਡ ਅਪ ਦੇਖਦੇ ਹਾਂ। ਬੱਚੇ, ਪਹਿਲੀ ਜਿਹੜੀ ਕੈਂਡਲ ਹੈ ਮੋਟੀ, ਉਹਦਾ ਟੋਟਲ ਕਿੰਨਾ? 12 ਮਾਈਨਸ ਲਾਈਟਡ ਅਪ 1 ਘੰਟੇ 'ਚ 2 ਸੈਂਟੀਮੀਟਰ ਫੁੱਕ ਰਹੀ ਆ,
ਤਾਂ ਮੰਨ ਲਓ ਟੀ ਟਾਈਮ ਹੈ, ਮੰਨ ਲਓ ਟੀ ਟਾਈਮ ਹੈ, ਟੀ ਟਾਈਮ ਬਾਅਦ ਉਹ 2:1 ਚ ਆ ਗਈਆਂ। 1 ਘੰਟੇ 'ਚ ਜੇ 2 ਸੈਂਟੀਮੀਟਰ ਹੈ, 2 ਘੰਟੇ 'ਚ 2x2 ਹੈ, 3 ਘੰਟੇ 'ਚ 3x2 ਹੈ, 4 ਘੰਟੇ 'ਚ 4x2 ਹੈ, ਤਾਂ ਟੀ ਘੰਟੇ 'ਚ t×2 ਹੋਊਗਾ। t×2 ਮਤਲਬ 2t, ਤਾਂ ਟੀ ਘੰਟੇ 'ਚ 2t ਫੁੱਕ ਜੂਗੀ। ਦੂਜੀ ਕੈਂਡਲ ਬੱਚੇ ਉਹਦਾ ਵੀ ਟੋਟਲ 12 ਮਾਈਨਸ ਕਿੰਨੀ ਲਾਈਟ ਅਪ ਹੋ ਗਈ, 1 ਘੰਟੇ 'ਚ 3 ਸੈਂਟੀਮੀਟਰ ਉਹ ਬਰਨ ਹੋ ਰਹੀ ਹੈ, 2 ਘੰਟੇ 'ਚ 2x3, 3 ਘੰਟੇ 'ਚ 3x3, ਤਾਂ ਟੀ ਘੰਟੇ 'ਚ t×3 ਯਾਨੀ ਕਿ 3t। ਤਾਂ ਆ ਉਹਨਾਂ ਦੀਆਂ ਰਿਮੇਨਿੰਗ ਹਾਈਟਸ ਰਹਿ ਗਈਆਂ, ਤੇ ਐਗਜ਼ਾਮੀਨਰ ਕਹਿੰਦਾ ਕਿ ਇਹ ਰਿਮੇਨਿੰਗ ਹਾਈਟਸ 2/1 ਦੀ ਰੇਸ਼ੀਓ 'ਚ ਨੇ। ਰੇਸ਼ੀਓ ਦੇ ਵਿੱਚ ਟਵਾਈਸ ਉਹਨੇ ਟਵਾਈਸ ਲਿਖਿਆ, ਰੇਸ਼ੀਓ 'ਚ ਆਪਾਂ ਉਹਨੂੰ 2:1 ਲਿਖ ਲਿਆ, ਫਰੈਕਸ਼ਨ 'ਚ ਉਹਨੂੰ 2/1 ਲਿਖ ਲਾਂਗੇ। ਤਾਂ ਕ੍ਰਾਸ ਮਲਟੀਪਲੀਕੇਸ਼ਨ ਕੀਤੀ ਬੱਚੇ, ਇੱਧਰ ਰਹਿ ਗਿਆ 12 ਮਾਈਨਸ 2t, ਕਿਉਂਕਿ ਮਲਟੀਪਲਾਈ 1 ਨਹੀਂ ਕਰਨਾ ਤਾਂ ਕੁਛ ਨਹੀਂ ਹੋਣਾ। ਇਹ ਉੱਧਰ 2 ਨਾਲ ਮਲਟੀਪਲਾਈ ਹੋ ਜੂ 24 ਮਾਈਨਸ 6t। ਤਾਂ ਬੱਚੇ ਟੀ ਵਾਲੀਆਂ ਟਰਮਸ ਇੱਕ ਪਾਸੇ ਹੋ ਗਿਆ 4t, 12 ਵਾਲੀਆਂ ਟਰਮਸ ਇੱਕ ਪਾਸੇ ਹੋ ਗਿਆ 12, ਤਾਂ 4t ਇਜ਼ ਇਕੁਅਲ ਟੂ 12 ਦਾ ਮਤਲਬ t ਦੀ ਵੈਲਿਊ ਆ ਗਈ 12/4 ਯਾਨੀ ਕਿ 3 ਆਵਰਸ। ਤਾਂ ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ ਸੈਕਿੰਡ ਆਪਸ਼ਨ ਆ ਜਾਊਗਾ 3 ਆਵਰਸ। ਇਹ ਆਪਣੇ ਆਪ 'ਚ ਇੱਕ ਇੰਟਰਸਟਿੰਗ ਤੇ ਯੂਨੀਕ ਕੁਐਸਚਨ ਹੈ, ਮਤਲਬ ਮੈਂ ਦਾਅਵੇ ਨਾਲ ਕਹਿ ਸਕਦਾਗਾ, ਮਤਲਬ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਲੇਮ ਕਰ ਸਕਦੇ ਹੋ ਜੇ ਤੁਸੀਂ ਇਹ ਪੜ੍ਹਿਆ ਹੋਇਆ। ਮੈਂ ਦਾਅਵੇ ਨਾਲ ਕਹਿਣਾ ਇੱਕ ਗੱਲ ਕਿ ਜਿਹੜੇ ਬੱਚਿਆਂ ਨੇ ਸਿਲੇਬਸ ਕੀਤਾ ਹੋਇਆ ਸਾਰੇ ਦਾ ਸਾਰਾ, ਸਿਲੇਬਸ ਕਰਨ ਦਾ ਰੇਸ਼ੀਓ ਚੈਪਟਰ ਵੀ ਕੀਤਾ, ਮਿਕਸਚਰ ਐਲੀਗੇਸ਼ਨ ਵੀ ਕੀਤਾ, ਸਾਰੇ ਚੈਪਟਰ ਕੀਤੇ ਨੇ, ਮੈਂ ਦਾਅਵੇ ਨਾਲ ਕਹਿਣਾ ਉਹਨਾਂ ਵਿੱਚੋਂ ਵੀ ਕਾਫੀ ਬੱਚੇ ਹੋਣਗੇ ਜਿਨ੍ਹਾਂ ਨੇ ਕੁਐਸਚਨ ਕਦੇ ਨਹੀਂ ਦੇਖਿਆ ਹੋਣਾ, ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਹੋਊਗਾ। ਇਹ ਕੁਐਸਚਨ ਬਹੁਤ ਯੂਨੀਕ ਕੁਐਸਚਨ ਹੈ, ਬਹੁਤ ਘੱਟ ਵਾਰ ਪੁੱਛਿਆ ਗਿਆ, ਬਹੁਤ ਘੱਟ ਪੜ੍ਹਾਇਆ ਗਿਆ ਕੁਐਸਚਨ ਹੈ, ਤਾਂ ਪੰਜਾਬ ਦੇ ਪੇਪਰਾਂ 'ਚ ਆਇਆ ਹੋਇਆ ਕੁਐਸਚਨ ਹੈ। ਸੋ ਇਸ ਕਰਕੇ ਆਪਾਂ ਇਹ ਕੁਐਸਚਨ ਚੰਗੀ ਤਰ੍ਹਾਂ ਕੀਤਾ, ਤੇ ਤਾਂ ਹੀ ਮੈਂ ਕੁਐਸਚਨ ਪਹਿਲੇ ਨੰਬਰ ਤੇ ਲੈ ਕੇ ਆਇਆਗਾ। ਹਾਂਜੀ ਬੱਚੇ, ਇਹਦੇ ਨਾਲ ਦਾ ਮਿਲਦਾ ਜੁਲਦਾ ਕੁਐਸਚਨ, 2 candles of the same height, ਐਗਜ਼ਾਮੀਨਰ ਕਹਿੰਦਾ 2 ਮੋਮਬੱਤੀਆਂ ਨੇ ਆਪਣੇ ਕੋਲ, ਦੋਵਾਂ ਦੀ ਸੇਮ ਹਾਈਟ ਹੈ, are lighted at the same time, the first is consumed in 8 hours, ਜਿਹੜੀ ਪਹਿਲੀ ਮੋਮਬੱਤੀ ਉਹ 8 ਘੰਟੇ 'ਚ ਫੁੱਕ ਜਾਂਦੀ ਹੈ, and the second in 6 hours, ਦੂਜੀ 6 ਘੰਟਿਆਂ ਦੇ ਵਿੱਚ, assuming that each candle burns at a constant rate, so in how many hours after being lighted the ratio between the height of first and second candle becomes 2:1। ਐਗਜ਼ਾਮੀਨਰ ਕਹਿੰਦਾ ਉਹਨਾਂ ਨੂੰ ਜਲਾਏ ਜਾਣ ਤੋਂ ਕਿੰਨੇ ਸਮੇਂ ਬਾਅਦ ਉਹਨਾਂ ਦੀਆਂ ਜਿਹੜੀਆਂ ਹਾਈਟਸ ਨੇ, ਹਾਈਟਸ ਮਤਲਬ ਰਿਮੇਨਿੰਗ ਹਾਈਟਸ, ਉਹ 2:1 ਦੇ ਵਿੱਚ ਚਲ ਜਾਣਗੀਆਂ। ਤਾਂ ਬੱਚੇ ਦੋਨਾਂ ਕੈਂਡਲਸ ਦੀ ਹਾਈਟ ਸੇਮ ਆ, ਮੈਂ ਇਹ ਬਣਾ ਰਿਹਾ ਕੈਂਡਲਸ ਤਾਂ ਕਿ ਥੋੜਾ ਜਿਹਾ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਤੁਸੀਂ ਉੱਥੇ ਮੀਨਾਕਾਰੀ ਨਾ ਕਰਨ ਲੱਗ ਜਾਓ ਪੇਪਰ ਦੇ ਵਿੱਚ, ਤੁਸੀਂ ਸਿੱਧਾ ਦਿਮਾਗ 'ਚ ਲਾਉਣਾ, ਤੁਸੀਂ ਕੈਂਡਲਸ ਬਣਾਉਣੇ ਨੇ, ਇੱਕ ਆਹ ਕੈਂਡਲ, ਇੱਕ ਆਹ ਕੈਂਡਲ। ਪੇਪਰ ਦੇ ਵਿੱਚ ਨਾ ਕਿਤੇ ਆਹ ਕੁਛ ਕਰਨ ਲੱਗ ਜਾਓ ਵੀ ਕਲਾਕਾਰੀ ਹੋ ਰਹੀ ਹੈ, ਪੇਪਰ ਦੇ ਵਿੱਚ ਸਿੱਧਾ ਜਿਹਾ ਕੰਮ ਕਰ ਲੈਣਾ ਤੁਸੀਂ। ਹਾਂਜੀ ਬੱਚੇ, 2 ਕੈਂਡਲਸ ਨੇ ਸੇਮ ਹਾਈਟ ਦੀਆਂ, ਪਹਿਲੀ ਕੈਂਡਲ 8 ਘੰਟੇ 'ਚ ਫੁੱਕਦੀ ਆ, ਦੂਜੀ ਕੈਂਡਲ 6 ਘੰਟੇ 'ਚ ਸਾਨੂੰ ਦਿੱਤਾ, ਤਾਂ ਦੋਨਾਂ ਦੀ ਹਾਈਟ ਕਿਉਂਕਿ ਸੇਮ ਹੈ ਤਾਂ ਆਪਾਂ ਕੀ ਅਜ਼ਿਊਮ ਕਰਾਂਗੇ, ਹੁਣ ਬਹੁਤਾ ਸੋਚ ਸਮਝ ਕੇ ਨਹੀਂ ਕਰ ਰਹੇ, ਪਿਛਲਾ ਕੁਐਸਚਨ ਡਿਟੇਲ 'ਚ ਕਰ ਲਿਆ, ਤਾਂ ਦੋਨਾਂ ਦੀ ਹਾਈਟ ਸੇਮ ਹੈ ਤਾਂ ਕੀ ਅਜ਼ਿਊਮ ਕਰਾਂਗੇ, 8 ਤੇ 6 ਦਾ ਐਲਸੀਐਮ। ਬੱਚੇ 8 ਤੇ 6 ਦਾ ਐਲਸੀਐਮ ਕਿੰਨਾ ਆ ਗਿਆ, 24, ਤਾਂ ਦੋਨਾਂ ਦੀ ਹਾਈਟ 24 ਮੰਨਾਂਗੇ, ਤਾਂ 8 ਘੰਟੇ 'ਚ 24 ਸੈਂਟੀਮੀਟਰ ਦਾ ਮਤਲਬ ਹਰ ਘੰਟੇ 'ਚ 3-3 ਸੈਂਟੀਮੀਟਰ ਫੁੱਕ ਰਹੀ ਆ। ਦੂਜੀ ਮੋਮਬੱਤੀ 6 ਘੰਟੇ 'ਚ 24 ਸੈਂਟੀਮੀਟਰ ਮਤਲਬ ਹਰ ਘੰਟੇ 'ਚ 4-4 ਸੈਂਟੀਮੀਟਰ। ਬੱਚੇ ਇੰਨਾ ਪਤਾ ਲੱਗ ਗਿਆ ਦੋਨਾਂ ਮੋਮਬੱਤੀਆਂ ਬਾਰੇ। ਐਗਜ਼ਾਮੀਨਰ ਕਹਿੰਦਾ ਕਿੰਨੇ ਸਮੇਂ ਬਾਅਦ ਉਹਨਾਂ ਦੀ ਜਿਹੜੀ ਹਾਈਟ ਹੈ ਉਹ 2:1 ਦੇ ਵਿੱਚ ਹੋਊਗੀ। ਤਾਂ ਬੱਚੇ ਹਾਈਟ ਦਾ ਮਤਲਬ ਰਿਮੇਨਿੰਗ ਹਾਈਟ, ਤੇ ਰਿਮੇਨਿੰਗ ਹਾਈਟ ਬਾਰੇ ਆਪਾਂ ਪਿਛਲੇ ਕੁਐਸਚਨ 'ਚ ਵੀ ਡਿਸਕਸ ਕੀਤਾ, ਇੱਥੇ ਵੀ ਮੈਂ ਲਿਖ ਦਿੰਦਾ ਕਿ ਖਾਨੇ 'ਚ ਪੈ ਜੇ ਆਪਣੇ ਕਿ ਰਿਮੇਨਿੰਗ ਹਾਈਟ ਹੁੰਦੀ ਹੈ ਜਿੰਨੀ ਉਹਨਾਂ ਦੀ ਟੋਟਲ ਹਾਈਟ ਹੈ ਉਹਦੇ ਵਿੱਚੋਂ ਜਿੰਨੀ ਉਹ ਲਾਈਟ ਅਪ ਹੋ ਚੁੱਕੀ ਹੈ, ਜਿੰਨੀ ਉਹ ਜਲ ਚੁੱਕੀ ਹੈ ਉਹ ਮਾਈਨਸ ਕਰ ਦਿਓ। ਤਾਂ ਟੋਟਲ ਦੋਨਾਂ ਦਾ 24 ਹੈ, ਲਾਈਟ ਅਪ ਕਿੰਨੀ ਹੋ ਗਈ ਇਹ ਦੇਖ ਲਾਂਗੇ, ਤਾਂ ਪਹਿਲੀ ਮੋਮਬੱਤੀ ਦਾ ਟੋਟਲ ਮਾਈਨਸ ਲਾਈਟ ਅਪ ਡਿਵਾਈਡ ਬਾਈ ਦੂਜੀ ਦਾ ਟੋਟਲ ਮਾਈਨਸ ਲਾਈਟ ਅਪ, ਉਹ 2:1 ਦੇ ਵਿੱਚ ਹੋਊਗਾ। 2:1 ਤਾਂ 2 ਡਿਵਾਈਡ ਬਾਈ 1 ਲਿਖ ਦਾਂਗੇ। ਤਾਂ ਟੋਟਲ ਆ ਗਿਆ ਬੱਚੇ, ਮੈਂ ਮਾਰਕਰ ਦਾ ਕਲਰ ਚੇਂਜ ਕਰਦਾ, ਟੋਟਲ ਆ ਗਿਆ ਪਹਿਲੀ ਦਾ 24 ਮਾਈਨਸ ਕਿੰਨੀ ਲਾਈਟ ਅਪ ਹੋ ਗਈ, ਮੰਨ ਲਓ t ਘੰਟਿਆਂ ਬਾਅਦ। ਇਸ ਕੁਐਸਚਨ ਦਾ ਆਨਸਰ ਮੰਨ ਲਓ t ਘੰਟੇ ਹੈ, ਤਾਂ ਪਹਿਲੀ ਮੋਮਬੱਤੀ ਹਰ ਘੰਟੇ 'ਚ 3 ਸੈਂਟੀਮੀਟਰ ਜਾ ਰਹੀ ਆ, ਤਾਂ 2 ਘੰਟੇ 'ਚ 2x3, 3 ਘੰਟੇ 'ਚ 3x3, ਤਾਂ t ਘੰਟੇ 'ਚ t×3 3t, ਤਾਂ ਕਿੰਨੀ ਰਿਮੇਨਿੰਗ ਰਹਿ ਗਈ 24 ਮਾਈਨਸ 3t। ਦੂਜੀ ਮੋਮਬੱਤੀ ਟੋਟਲ ਉਹਦਾ ਵੀ 24 ਹੈ, ਉਹ ਹਰ ਘੰਟੇ ਦੇ ਵਿੱਚ 4 ਯੂਨਿਟ ਫੁੱਕ ਰਹੀ ਹੈ, ਤਾਂ 1 ਘੰਟੇ 'ਚ 4, 2 ਘੰਟੇ 'ਚ 2x4, 3 ਘੰਟੇ 'ਚ 3x4, ਤਾਂ t ਘੰਟੇ 'ਚ t×4 ਯਾਨੀ ਕਿ 4t, ਤਾਂ ਰਿਮੇਨਿੰਗ ਰਹਿ ਗਿਆ 24 ਮਾਈਨਸ 4t। ਉਹ ਕੁਐਸਚਨ ਦੇ ਅਕੋਰਡਿੰਗ 2:1 'ਚ ਤਾਂ ਆਪਾਂ 2/1 ਦੇ ਬਰਾਬਰ ਰੱਖਤਾ ਉਹਨੂੰ। ਤਾਂ ਕ੍ਰਾਸ ਮਲਟੀਪਲੀਕੇਸ਼ਨ ਕਰਾਂਗੇ ਬੱਚੇ, 24 ਮਾਈਨਸ 3t ਆ ਉਧਰ 2 ਨਾਲ ਮਲਟੀਪਲਾਈ ਹੋ ਜਾਓ 48 ਮਾਈਨਸ 8t, ਤਾਂ t ਵਾਲੀਆਂ ਟਰਮਸ ਬੱਚੇ ਇੱਕ ਪਾਸੇ 5t,
24 ਉਧਰ ਚੱਲ ਜੂਗਾ 48 ਦੇ ਵਿੱਚੋਂ ਮਾਈਨਸ ਹੋ ਗਿਆ 24 ਤਾਂ 5t = 24 ਆ ਗਿਆ। ਆਪਾਂ t ਦੀ ਵੈਲਿਊ ਕੱਢਣੀ ਹੈ ਤਾਂ ਬੱਚੇ t ਦੀ ਵੈਲਿਊ ਕਿੰਨੀ ਆ ਗਈ 24/5 ਆ ਗਈ 24/5 ਘੰਟੇ। ਆਪਾਂ ਫ੍ਰੈਕਸ਼ਨ ਦੇ ਵਿੱਚ ਲਿਖਾਂਗੇ 24/5 ਨੂੰ ਤਾਂ ਉਹ ਲਿਖਤਾ 4/5 ਘੰਟੇ। ਪਰ ਆਪਸ਼ਨ ਆਪਣੇ ਕੀ ਹੈ ਘੰਟੇ ਤੇ ਮਿੰਟਾਂ ਦੇ ਵਿੱਚ। ਇੱਕ ਆਪਸ਼ਨ ਹੈ ਜਿਹੜਾ ਪੂਰਾ 4 ਘੰਟੇ, ਚਲੋ 4 ਆਨਸਰ ਤਾਂ ਨਹੀਂ ਆਇਆ ਤਾਂ 4 ਤਾਂ ਨਹੀਂ ਆਊਗਾ, 2 ਘੰਟੇ 24 ਮਿੰਟ ਵੀ ਨਹੀਂ ਆਊਗਾ ਕਿਉਂਕਿ 4 ਘੰਟੇ ਸਮਥਿੰਗ ਆਊਗਾ। ਤਾਂ 4 ਘੰਟੇ 48 ਮਿੰਟ, 3 ਘੰਟੇ 30.5 ਮਿੰਟ, 3 ਘੰਟੇ 30.5 ਮਿੰਟ ਵੀ ਗਲਤ ਹੈ। ਤਾਂ 4 ਘੰਟੇ 48 ਮਿੰਟ ਸਾਡਾ ਸਹੀ ਆਨਸਰ ਹੈ। ਪਰ ਉਹਨੂੰ ਕਿਵੇਂ ਕਨਵਰਟ ਕਰਨਾ ਹੈ ਬੱਚੇ? 4 ਪੂਰਾ ਆ ਗਿਆ ਤਾਂ 4 ਘੰਟੇ, ਜਿਹੜਾ 4/5 ਰਹਿ ਗਿਆ ਘੰਟਿਆਂ ਦੇ ਵਿੱਚ ਉਹਨੂੰ ਮਿੰਟਾਂ 'ਚ ਕਨਵਰਟ ਕਰਨਾ ਹੈ ਤਾਂ ਘੰਟਿਆਂ ਨੂੰ 60 ਗੁਣਾ ਕਰਕੇ ਮਿੰਟਾਂ 'ਚ ਕਰਦੇ ਆ ਤਾਂ 4/5 ਦਾ 60 ਗੁਣਾ ਕਰਾਂਗੇ ਤਾਂ 48 ਮਿੰਟ ਆ ਜਾਊਗਾ। ਤਾਂ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ। ਤਾਂ 4 ਘੰਟੇ 48 ਮਿੰਟ ਇਸ ਕੁਐਸਚਨ ਦਾ ਬੱਚੇ ਆਨਸਰ ਹੈ। ਤਾਂ ਇਸ ਕੁਐਸਚਨ ਦਾ ਆਨਸਰ ਆਪਣਾ ਥਰਡ ਆਪਸ਼ਨ 4 ਘੰਟੇ 48 ਮਿੰਟ। ਸਮਝ ਆ ਗਿਆ ਬੱਚੇ? ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਐਕਟਿਵਲੀ ਦੱਸਦੇ ਜਾਇਓ ਕਿ ਜਿਹੜੀ ਚੀਜ਼ ਪੜ੍ਹ ਰਹੇ ਆ। ਪਹਿਲੀ ਗੱਲ ਤਾਂ ਮੈਂ ਮੰਨ ਕੇ ਚੱਲ ਰਿਹਾ ਕਿ ਇਹ ਕੁਐਸਚਨ ਕਾਫੀ ਬੱਚਿਆਂ ਲਈ ਬਿਲਕੁਲ ਨਵਾਂ ਹੋਊਗਾ, ਪਹਿਲੀ ਵਾਰ ਦੇਖਿਆ ਹੋਇਆ ਕੁਐਸਚਨ ਹੋਊਗਾ। ਤਾਂ ਹੀ ਮੈਂ ਵੀਡੀਓ ਦੇ ਬਿਲਕੁਲ ਸਟਾਰਟਿੰਗ ਤੇ ਮਤਲਬ ਸਲਾਈਡ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕੁਐਸਚਨ ਲਿਆ ਆ ਕਿ ਕਾਫੀ ਬੱਚੇ ਥੋੜਾ ਜਿਹਾ ਇਹ ਸੋਚ ਲੈਣ ਕਿ ਜਿੰਨਾ ਆਪਾਂ ਸਿਲੇਬਸ ਕੀਤਾ ਉਹ ਸਾਰੇ ਦਾ ਸਾਰਾ ਨਹੀਂ ਹੁੰਦਾ ਹੈਗਾ। ਪੇਪਰ ਦੇ ਵਿੱਚ ਫਿਰ ਵੀ ਇੱਧਰ ਉੱਧਰੋਂ ਕੁਛ 2-4 ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਜਿਹੜੇ ਅਸੀਂ ਸਿਲੇਬਸ ਕਰਦੇ ਚੈਪਟਰਾਂ ਦੇ ਵਿੱਚ ਨਹੀਂ ਦੇਖੇ ਹੁੰਦੇ। ਤਾਂ ਹੀ ਮੈਂ ਕਹਿੰਦਾ ਕਿ ਇਕੱਲਾ ਸਿਲੇਬਸ ਕਰਨਾ ਜ਼ਰੂਰੀ ਨਹੀਂ ਹੁੰਦਾ, ਪ੍ਰੈਕਟਿਸ ਕਰਨੀ, ਪੁਰਾਣੇ ਪੇਪਰ ਫਰੋਲਣੇ ਉਹ ਬਹੁਤ ਜ਼ਰੂਰੀ ਹੁੰਦੇ ਨੇ। ਤਾਂ ਅਗਲੇ ਪੇਪਰਾਂ ਦੇ ਵਿੱਚ ਸਾਡਾ ਥੋੜਾ ਜਿਹਾ ਕੌਨਫੀਡੈਂਸ ਬਣਦਾ ਕਿ ਯਾਰ ਹੁਣ ਜੋ ਮਰਜ਼ੀ ਪੁੱਛ ਲਓ ਅਸੀਂ ਦੇਖਿਆ ਇੱਕ ਵਾਰ ਸਾਰਾ ਕੁਝ। ਇਸੇ ਚੀਜ਼ ਨੂੰ ਧਿਆਨ 'ਚ ਰੱਖ ਕੇ ਇਸੇ ਮਕਸਦ ਦੇ ਨਾਲ ਆਪਾਂ ਸਕਸੈਸ ਟਰੀ ਤੇ ਇਹ ਇਨੀਸ਼ੀਏਟ ਲਿਆ ਹੈਗਾ। ਅਗਲੇ ਕੁਐਸਚਨ ਤੇ ਆ ਜਾਓ ਬੱਚੇ। ਅਗਲਾ ਕੁਐਸਚਨ ਆਪਣਾ ਮੈਂਸੂਰੇਸ਼ਨ ਦਾ। ਦ ਲੈਂਥ ਆਫ ਅ ਰੈਕਟੈਂਗੂਲਰ ਪਲਾਟ ਇਜ਼ 20 ਮੀਟਰਸ ਮੋਰ ਦੈਨ ਇਟਸ ਬ੍ਰੈਡਥ। ਐਗਜ਼ਾਮੀਨਰ ਕਹਿੰਦਾ ਇੱਕ ਰੈਕਟੈਂਗਲ ਦੀ ਸ਼ੇਪ ਦਾ ਪਲਾਟ ਹੈ, ਉਹਦੀ ਲੈਂਥ ਹੈ ਜਿਹੜੀ ਬ੍ਰੈਡਥ ਨਾਲੋਂ 20 ਮੀਟਰ ਜ਼ਿਆਦਾ। ਦਾ ਲੈਂਥ ਇਜ਼ 20 ਮੀਟਰਸ ਮੋਰ ਦੈਨ ਇਟਸ ਬ੍ਰੈਡਥ। ਓਕੇ, ਸਮਝ ਆ ਗਿਆ। ਇਫ ਦਾ ਕੋਸਟ ਆਫ ਫੈਂਸਿੰਗ ਦਾ ਪਲਾਟ ਐਟ ਦਾ ਰੇਟ ਆਫ ਰੁਪੀਜ਼ 26.5 ਪਰ ਮੀਟਰ ਇਜ਼ 5300 ਰੁਪਏ, ਵਟ ਇਜ਼ ਦਾ ਲੈਂਥ ਆਫ ਪਲਾਟ ਇਨ ਮੀਟਰਸ। ਆਪਾਂ ਪਲਾਟ ਦੀ ਲੈਂਥ ਫਾਈਂਡ ਕਰਨੀ ਹੈ ਜਿਹੜੀ ਬ੍ਰੈਡਥ ਤੋਂ 20 ਜ਼ਿਆਦਾ ਹੈ। ਠੀਕ ਹੈ ਜੀ, ਪਹਿਲੀ ਲਾਈਨ 'ਚ ਬੱਚੇ ਸਾਨੂੰ ਪਤਾ ਲੱਗ ਗਿਆ ਕਿ ਭਾਈ ਪਲਾਟ ਦੀ ਲੈਂਥ ਹੈ ਜਿਹੜੀ ਉਹ ਬ੍ਰੈਡਥ ਨਾਲੋਂ 20 ਜ਼ਿਆਦਾ ਹੈ। ਤਾਂ ਇਹ ਗੱਲ ਪਹਿਲੀ ਲਾਈਨ 'ਚ ਪਤਾ ਲੱਗ ਗਈ ਕਿ ਲੈਂਥ ਕਿੰਨੀ ਹੈ ਬ੍ਰੈਡਥ ਤੋਂ 20 ਜ਼ਿਆਦਾ। ਇਹ ਗੱਲ ਪਹਿਲੀ ਲਾਈਨ 'ਚ ਪਤਾ ਲੱਗ ਗਈ, ਮੈਂ ਉਹ ਲਿਖ ਕੇ ਰੱਖਤੀ ਇੱਥੇ। ਉਸ ਤੋਂ ਬਾਅਦ ਐਗਜ਼ਾਮੀਨਰ ਕਹਿੰਦਾ ਕਿ ਉਸ ਪਲਾਟ ਦਾ ਫੈਂਸਿੰਗ ਕਰਨ ਦਾ ਖਰਚਾ। ਫੈਂਸਿੰਗ ਕੀ ਹੁੰਦੀ ਹੈ ਬੱਚੇ? ਫੈਂਸਿੰਗ ਹੁੰਦੀ ਹੈ 4 ਦੀਵਾਰੀ। ਮੇਰੇ ਖਿਆਲ 'ਚ ਦੱਦੇ ਨੂੰ ਬਿਹਾਰੀ ਆਊਗੀ, ਚਲੋ ਸਪੈਲਿੰਗ ਦੇ ਚੱਕਰ 'ਚ ਨਾ ਪਈਓ, ਬਟ ਸਟਿਲ 4 ਦੀਵਾਰੀ। ਮੈਂ ਥੋੜੀ ਜਿਹੀ ਡਿਟੇਲ 'ਚ ਦੱਸਦਾ। ਜਿਹੜੇ ਪਿੰਡ ਵਾਲੇ ਜਵਾਕ ਨੇ, ਪਿੰਡ ਵਾਲਿਆਂ ਨੂੰ ਪਤਾ ਹੋਊਗਾ ਕਿ ਆਪਣੇ ਕੋਲ ਕੋਈ ਪਲਾਟ ਹੁੰਦਾ ਉੱਥੇ ਆਪਾਂ ਡੰਗਰ ਬੰਨਣੇ ਹੁੰਦੇ ਤਾਂ ਬਗਲ ਜਾਂ ਮਾਰ ਲੈਂਦੇ ਹੁੰਦੇ ਆ। ਉਹ ਜਿਹੜਾ ਬਗਲ ਮਾਰ ਦਿਆਂਗੇ ਜਾਂ ਵਾੜ ਲਾ ਦਿੰਦੇ ਹੁੰਦੇ, ਆਪਾਂ ਖੇਤ ਨੂੰ ਵਾੜ ਲਾਈ ਹੁੰਦੀ ਹੈ ਵੀ ਕੋਈ ਡੰਗਰ ਡੁੰਗਰ ਨਾ ਅੰਦਰ ਆ ਜੇ, ਉਹ ਫੈਂਸਿੰਗ ਹੁੰਦੀ ਹੈ। ਫੈਂਸ ਅਸਲ 'ਚ ਕੰਧ ਨੂੰ ਕਹਿੰਦੇ ਨੇ, ਤਾਂ ਫੈਂਸਿੰਗ ਮਤਲਬ ਕੰਧ ਕੱਢਦੇ ਨਹੀਂ। ਤੇ ਬੱਚੇ ਕੰਧ ਕਿੱਥੇ ਕੱਢੀ ਜਾਂਦੀ ਹੈ? ਜੇ ਆਪਾਂ ਰੈਕਟੈਂਗੂਲਰ ਪਲਾਟ ਦੀ ਗੱਲ ਕਰਦੇ ਆ ਜਾਂ ਜਿਹੜੀ ਮਰਜ਼ੀ ਸ਼ੇਪ ਦੀ ਗੱਲ ਕਰ ਸਕਦੇ ਆ, ਕੰਧ ਕੱਢੀ ਜਾਂਦੀ ਹੈ ਹਮੇਸ਼ਾ ਪੈਰੀਮੀਟਰ ਤੇ। ਤਾਂ ਕਿਉਂਕਿ ਇਹ ਰੈਕਟੈਂਗਲ ਦੀ ਸ਼ੇਪ ਦਾ ਪਲਾਟ ਹੈ ਤਾਂ ਰੈਕਟੈਂਗਲ ਦਾ ਪੈਰੀਮੀਟਰ ਕੀ ਹੋਊਗਾ? 2 × L+B ਹੁੰਦਾ। ਤਾਂ ਕੰਧ ਕਿੱਥੇ ਕੱਢੀ ਗਈ ਹੈ? ਫੈਂਸਿੰਗ ਕਿੱਥੇ ਹੋਈ ਹੈ? ਪੈਰੀਮੀਟਰ ਤੇ, 2 × L+B ਤੇ। ਮੈਂ ਇੱਥੇ ਤੁਹਾਨੂੰ ਪਲਾਟ ਵੀ ਬਣਾ ਦਿੰਦਾ। ਆਹ ਪਲਾਟ ਹੈ, ਰੈਕਟੈਂਗਲ ਦੀ ਸ਼ੇਪ ਦਾ ਪਲਾਟ ਹੈ, ਆ ਉਹਦੀ ਲੈਂਥ ਹੈ, ਆ ਉਹਦੀ ਬ੍ਰੈਡਥ ਹੈ। ਤਾਂ ਬੱਚਿਆ ਜਿਹੜੀ ਕਾਲੀ ਲਾਈਨ ਮਾਰੀ ਹੈ ਇਹ ਉਹਦਾ ਪੈਰੀਮੀਟਰ ਹੈ, ਉਹਦੀ ਬਾਉਂਡਰੀ ਹੈ। ਫੈਂਸਿੰਗ ਇਹਦੇ ਤੇ ਹੁੰਦੀ ਹੈ ਪੈਰੀਮੀਟਰ ਦੇ ਉੱਤੇ, ਤੇ ਪੈਰੀਮੀਟਰ ਹੁੰਦਾ 2 × L+B। ਤਾਂ ਉਹ ਕਹਿੰਦੇ ਪੈਰੀਮੀਟਰ ਦੇ ਉੱਤੇ ਜਦੋਂ ਫੈਂਸਿੰਗ ਕੀਤੀ ਹੈ 26.5 ਰੁਪਏ ਦੇ ਹਿਸਾਬ ਨਾਲ। ਫੈਂਸਿੰਗ ਕੀਤੀ ਹੈ 26.5 ਰੁਪਏ ਦੇ ਹਿਸਾਬ ਨਾਲ ਤੇ ਕੁੱਲ ਖਰਚਾ 5300 ਆ ਗਿਆ। ਬੱਚੇ ਫੈਂਸਿੰਗ ਦਾ ਕੁੱਲ ਖਰਚਾ ਕਿੰਨਾ ਹੁੰਦਾ ਹਮੇਸ਼ਾ? ਟੋਟਲ ਕੋਸਟ ਕਿੰਨੀ ਹੁੰਦੀ ਹੈ? ਪੈਰੀਮੀਟਰ ਇਨਟੂ ਕੋਸਟ ਪਰ ਮੀਟਰ। ਕਿਉਂਕਿ ਫੈਂਸਿੰਗ ਮੀਟਰਾਂ 'ਚ ਹੁੰਦੀ ਹੈ ਇਸ ਕਰਕੇ ਕੋਸਟ ਪਰ ਮੀਟਰ। ਤਾਂ ਬੱਚੇ ਟੋਟਲ ਖਰਚਾ ਹਮੇਸ਼ਾ ਕਿੰਨਾ ਹੁੰਦਾ? ਮੈਂ ਉਹ L/B ਉਹਦਾ ਇਹਨੂੰ ਮਿਟਾ ਦੇਣਾ ਚਾਹੀਦਾ, ਰੰਗ ਚੇਂਜ ਕਰ ਦਿੰਦੇ ਆ। ਜਿਹੜੀ ਗੱਲ ਉੱਪਰ ਲਿਖੀ ਹੋਈ ਹੈ ਕਿ ਲੈਂਥ ਕਿੰਨੀ ਹੈ ਬ੍ਰੈਡਥ ਤੋਂ 20 ਜ਼ਿਆਦਾ, ਉਹਨੂੰ ਮੈਂ ਸਾਈਡ ਤੇ ਲਿਖ ਦਿੰਦਾ। ਹਾਂਜੀ ਬੱਚੇ, ਆ ਆਪਣਾ ਪਲਾਟ ਹੈ, ਉਹਦੇ ਵਿੱਚ ਆਪਾਂ ਫੈਂਸਿੰਗ ਕੀਤੀ 26.5 ਰੁਪਏ ਦੇ ਹਿਸਾਬ ਨਾਲ ਕੁੱਲ 5300 ਖਰਚਾ ਆ ਗਿਆ। ਤਾਂ ਬੱਚੇ ਸਾਡਾ ਪੈਰੀਮੀਟਰ ਕੀ ਹੋਊਗਾ? ਜੇ ਸਾਡਾ ਕੁੱਲ 5300 ਰੁਪਏ ਦਾ ਖਰਚਾ ਆਇਆ ਹੈ, ਜਦੋਂ 26.5 ਰੁਪਏ ਦੇ ਹਿਸਾਬ ਨਾਲ ਆਪਾਂ ਫੈਂਸਿੰਗ ਕੀਤੀ ਹੈ, ਤਾਂ ਬੱਚੇ ਸਾਡਾ ਪੈਰੀਮੀਟਰ ਹੋਊਗਾ ਡਿਵਾਈਡ ਕਰਕੇ
ਪੈਰੀਮੀਟਰ ਕਿਹਦੇ ਬਰਾਬਰ ਹੋਊਗਾ 2 × L + B। ਤਾਂ ਉਹ ਪੈਰੀਮੀਟਰ ਕਿਹਦੇ ਬਰਾਬਰ ਹੋ ਜੂ 26.5 ਇੱਧਰ ਡਿਵਾਈਡ ਹੋ ਜੂ 5300 ਬਟੇ 26.5। 26.5 ਦਾ ਜੇ ਮੈਂ ਡੈਸੀਮਲ ਕੱਟਦਾ ਤੇ 100 ਉੱਪਰ ਚੱਲ ਜੂਗਾ। 26.5 ਤੇ 5300 ਆ ਗਿਆ 2 × 100 ਕਰਕੇ 200। 2 × 100 ਕਰਕੇ 200 ਆ ਗਿਆ। ਤਾਂ ਬੱਚੇ 2 ਤੇ 200 ਕੱਟਿਆ 100 ਆ ਗਿਆ। L + B 100 ਹੈ। L + B 100 ਹੈ। ਆਪਾਂ ਫਾਈਂਡ ਕੀ ਕਰਨਾ ਲੈਂਥ ਆਫ ਦਾ ਪਲਾਟ, ਲੈਂਥ ਫਾਈਂਡ ਕਰਨੀ ਹੈ ਬੱਚੇ। L ਨੂੰ ਤਾਂ ਆਪਾਂ B + 20 ਲਿਖ ਸਕਦੇ ਹਾਂ। L ਨੂੰ ਆਪਾਂ B + 20 ਲਿਖ ਸਕਦੇ ਹਾਂ। ਤਾਂ B + 20 B ਨੂੰ B ਹੀ ਲਿਖ ਦਾਂਗੇ। ਉਹ ਆ ਗਿਆ 100 ਦੇ ਬਰਾਬਰ। 20 ਉਧਰ ਮਾਈਨਸ ਹੋ ਜੂ 80 ਰਹਿ ਗਿਆ। ਤਾਂ 2B = 80। ਜੇ 2B 80 ਹੈ ਤਾਂ B = 40 ਆ ਗਿਆ। ਜੇ B 40 ਆ ਗਿਆ ਤਾਂ ਆਪਾਂ ਲੈਂਥ ਫਾਈਂਡ ਕਰਨੀ ਹੈ 40 + 20 60। ਤਾਂ ਲੈਂਥ = 60 ਮੀਟਰ। ਤਾਂ ਬੱਚੇ ਇਸ ਕੁਐਸਚਨ ਦੇ ਵਿੱਚ ਲੈਂਥ ਪੁੱਛੀ ਹੈ ਤਾਂ 60 ਮੀਟਰ, ਬ੍ਰੈਡਥ ਪੁੱਛੀ ਹੁੰਦੀ ਤਾਂ 40 ਮੀਟਰ ਆ ਜਾਂਦਾ। ਤਾਂ ਆਨਸਰ ਆਪਣਾ 60 ਮੀਟਰ ਆਊਗਾ। ਕੁਐਸਚਨ ਕੀ ਸੀ ਕਿ ਆਪਣੇ ਕੋਲ ਇੱਕ ਰੈਕਟੈਂਗਲ ਦੀ ਸ਼ੇਪ ਦਾ ਪਲਾਟ ਹੈ ਜਿਹਦੇ ਵਿੱਚ ਕਹਿੰਦੇ ਲੈਂਥ ਹੈ ਜਿਹੜੀ ਬ੍ਰੈਡਥ ਨਾਲੋਂ 20 ਜ਼ਿਆਦਾ। ਤਾਂ ਲੈਂਥ = B + 20 ਲਿਖ ਲਿਆ। ਉਸ ਪਲਾਟ ਦੀ ਆਪਾਂ ਫੈਂਸਿੰਗ ਕੀਤੀ 26.5 ਰੁਪਏ ਦੇ ਹਿਸਾਬ ਨਾਲ ਤਾਂ ਕੁੱਲ 5300 ਰੁਪਏ ਦਾ ਖਰਚਾ ਆਇਆ। ਤਾਂ ਬੱਚੇ ਕੁੱਲ ਖਰਚਾ ਕੀ ਹੁੰਦਾ ਕਿਉਂਕਿ ਫੈਂਸਿੰਗ ਪੈਰੀਮੀਟਰ ਤੇ ਹੁੰਦੀ ਆ ਤਾਂ ਰੈਕਟੈਂਗਲ ਦਾ ਪੈਰੀਮੀਟਰ ਸਭ ਨੂੰ ਪਤਾ 2 × L + B। ਤਾਂ ਕੁੱਲ ਖਰਚਾ ਹੋਊਗਾ ਪੈਰੀਮੀਟਰ × ਪਰ ਮੀਟਰ ਦੀ ਕੋਸਟ। ਤਾਂ ਪੈਰੀਮੀਟਰ ਕਿਹਦੇ ਬਰਾਬਰ ਆ ਗਿਆ ਪਰ ਮੀਟਰ ਦੀ ਕੋਸਟ ਡਿਵਾਈਡ ਹੋ ਜੂਗੀ 200 ਆ ਗਿਆ। ਪੈਰੀਮੀਟਰ ਹੁੰਦਾ 2 × L + B, ਉਹ 200 ਦੇ ਬਰਾਬਰ ਹੈ ਤਾਂ 2 ਕੱਟਿਆ L + B 100 ਆ ਗਿਆ। L ਤੇ B ਦਾ ਰਿਲੇਸ਼ਨ ਦਿੱਤਾ ਤਾਂ B 40 ਆ ਗਿਆ, L ਆਪਣਾ 60 ਆ ਗਿਆ ਕਿਉਂਕਿ ਐਗਜ਼ਾਮੀਨਰ ਨੇ ਲੈਂਥ ਪੁੱਛੀ ਸੀ ਤਾਂ ਆਨਸਰ ਵਿਲ ਬੀ 60 ਮੀਟਰ। ਬੱਚੇ ਆ ਆਪਣਾ ਆਨਸਰ ਹੈ। ਇਸ ਤੋਂ ਬਾਅਦ ਅਗਲਾ ਕੁਐਸਚਨ ਦੇਖੋ ਬੱਚੇ। ਅਗਲਾ ਕੁਐਸਚਨ ਮੈਂ ਮਿਲਦਾ ਜੁਲਦਾ ਕੁਐਸਚਨ ਲੈ ਕੇ ਆਇਆ। ਮੈਨੂੰ ਡਾਊਟ ਹੈ ਕਿ ਇਹ ਵੀ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ ਪਰ ਇਹ ਮਤਲਬ ਜਿਹੜਾ ਪਿਛਲਾ ਕੁਐਸਚਨ ਆਪਾਂ ਸੋਲਵ ਕਰ ਚੁੱਕੇ ਉਹ ਤਾਂ ਪੇਪਰ 'ਚ ਆਇਆ ਹੋਇਆ, ਇਹ ਮੈਂ ਆਪਦੇ ਵੱਲੋਂ ਲੈ ਕੇ ਆਇਆਗਾ। ਕੁਐਸਚਨ ਹੈ ਕਿ ਇੱਕ ਆਪਣੇ ਕੋਲ ਰੈਕਟੈਂਗਲ ਦੀ ਸ਼ੇਪ ਦਾ ਪੇਪਰ ਹੈ, ਕਾਗਜ਼ ਨਹੀਂ ਹੁੰਦਾ ਆਪਣੇ ਕੋਲ, A4 ਸ਼ੀਟ ਹੁੰਦੀ ਹੈ ਜਿਵੇਂ, ਰੈਕਟੈਂਗਲ ਦੀ ਸ਼ੇਪ ਦਾ ਪੇਪਰ ਹੈ। ਵੈਨ ਫੋਲਡਡ ਇਨਟੂ 2 ਕੌਨਗਰੈਂਟ ਪਾਰਟਸ ਹੈਡ ਪੈਰੀਮੀਟਰ ਆਫ 34 ਸੈਂਟੀਮੀਟਰ। ਐਗਜ਼ਾਮੀਨਰ ਕਹਿੰਦਾ ਆਪਣੇ ਕੋਲ ਇੱਕ A4 ਸ਼ੀਟ ਆ ਜਿਹੜੀ ਕਿ ਰੈਕਟੈਂਗਲ ਦੀ ਸ਼ੇਪ ਦੀ ਆ, ਉਹਦੀ ਇੱਕ ਲੈਂਥ ਹੋਊਗੀ, ਉਹਦੀ ਇੱਕ ਬ੍ਰੈਡਥ ਹੋਊਗੀ। ਉਹ ਕਹਿੰਦੇ ਜਦੋਂ ਉਹਨੂੰ ਇੱਕ ਪਾਸੇ ਨੂੰ ਫੋਲਡ ਕੀਤਾ, ਆ ਬੱਚੇ ਆਪਣਾ ਪੂਰਾ ਪੇਪਰ ਹੈ, ਜਦੋਂ ਕਹਿੰਦੇ ਉਹਨੂੰ ਇੱਕ ਪਾਸੇ ਨੂੰ ਫੋਲਡ ਕੀਤਾ ਉਦੋਂ ਉਹਦਾ ਪੈਰੀਮੀਟਰ 34 ਸੈਂਟੀਮੀਟਰ ਬਣ ਗਿਆ। ਫॉर ਈਚ ਪਾਰਟ ਫੋਲਡਡ ਅਲੋਂਗ ਵਨ ਸੈਟ ਆਫ ਸਾਈਡਸ ਐਂਡ ਦਾ ਸੇਮ ਇਜ਼ 38 ਸੈਂਟੀਮੀਟਰ ਤੇ ਪੈਰੀਮੀਟਰ 38 ਬਣ ਜੂ ਵੈਨ ਫੋਲਡਡ ਅਲੋਂਗ ਅਦਰ ਸੈਟ ਆਫ ਸਾਈਡਸ। ਬੱਚੇ ਆ ਪੇਪਰ ਹੈ, ਐਗਜ਼ਾਮੀਨਰ ਕਹਿੰਦਾ ਇਸ ਪੇਪਰ ਨੂੰ ਜਦੋਂ ਦਾ ਤੁਸੀਂ ਐ ਫੋਲਡ ਕੀਤਾ ਉਦੋਂ ਇਹਦਾ ਪੈਰੀਮੀਟਰ ਜਿਹੜਾ ਹੁਣ ਬਣ ਗਿਆ ਇਹਦਾ ਪੈਰੀਮੀਟਰ ਹੈ 34 ਤੇ ਉਹੀ ਆ ਓਰੀਜਨਲ ਪੇਪਰ ਆ, ਉਹੀ ਜਦੋਂ ਐ ਫੋਲਡ ਕੀਤਾ ਉਦੋਂ ਕਹਿੰਦੇ ਪੈਰੀਮੀਟਰ ਬਣ ਗਿਆ 38 ਸੈਂਟੀਮੀਟਰ। ਐਗਜ਼ਾਮੀਨਰ ਕਹਿੰਦਾ ਵਟ ਇਜ਼ ਦਾ ਏਰੀਆ ਆਫ ਦਾ ਪੇਪਰ। ਆਪਾਂ ਪੇਪਰ ਦਾ ਏਰੀਆ ਫਾਈਂਡ ਕਰਨਾ ਬੱਚੇ। ਪੇਪਰ ਕਿਉਂਕਿ ਰੈਕਟੈਂਗਲ ਦੀ ਸ਼ੇਪ ਦਾ ਹੈ ਤਾਂ ਬੇਸਿਕਲੀ ਆਪਾਂ ਲੈਂਥ ਇਨਟੂ ਬ੍ਰੈਡਥ ਫਾਈਂਡ ਕਰਨਾ, ਤਾਂ ਉਹਦੇ ਲਈ ਲੈਂਥ ਤੇ ਬ੍ਰੈਡਥ ਨਿਕਲਣੀਆਂ ਚਾਹੀਦੀਆਂ ਨੇ। ਤਾਂ ਆਹ ਦੇਖੋ ਬੱਚੇ, ਆਹ ਆਪਣਾ ਓਰੀਜਨਲ ਪੇਪਰ ਹੈ ਜਿਹਦੇ ਵਿੱਚ ਆਹ ਲੈਂਥ ਹੈ, ਆਹ ਬ੍ਰੈਡਥ ਹੈ। ਠੀਕ ਹੈ ਜੀ, ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਨਾ। ਆਹ ਸ਼ੀਟ ਲੈ ਲਓ, ਆਹ ਸ਼ੀਟ ਸਾਰਿਆਂ ਨੂੰ ਦਿਖਦੀ ਹੈ ਬੱਚੇ। ਆਹ ਸ਼ੀਟ ਦੇ ਵਿੱਚ ਆਹ ਲੈਂਥ ਹੈ, ਇਹ ਰੈਕਟੈਂਗਲ ਦੀ ਸ਼ੇਪ ਦੀ ਸ਼ੀਟ ਹੈ ਤਾਂ ਆਹ ਲੈਂਥ ਹੈ ਤੇ ਆਹ ਬ੍ਰੈਡਥ ਹੈ। ਐਗਜ਼ਾਮੀਨਰ ਕਹਿੰਦਾ ਜਦੋਂ ਤਾਂ ਉਹਨੂੰ ਇਸ ਤਰ੍ਹਾਂ ਫੋਲਡ ਕੀਤਾ, ਇੱਕ ਸਾਈਡਸ ਦੇ ਅਰਾਊਂਡ ਫੋਲਡ ਕੀਤਾ, ਉਦੋਂ ਉਹਦਾ ਪੈਰੀਮੀਟਰ ਦੇਖੋ। ਓਰੀਜਨਲ ਪੈਰੀਮੀਟਰ ਰੈਕਟੈਂਗਲ ਦਾ ਸਾਰਿਆਂ ਨੂੰ ਪਤਾ ਕਿ 2L + B ਹੁੰਦਾ ਕਿਉਂਕਿ 2 L ਹੁੰਦੀਆਂ ਨੇ ਉਹਦੇ ਵਿੱਚ, 2 B ਹੁੰਦੀਆਂ ਨੇ ਤਾਂ 2 × L + B ਉਹਦਾ ਪੈਰੀਮੀਟਰ ਹੁੰਦਾ। ਪਿਛਲੇ ਕੁਐਸਚਨ 'ਚ ਵੀ ਕਰਕੇ ਹਟਿਆ। ਪਰ ਇੱਥੇ ਸਾਨੂੰ ਪੈਰੀਮੀਟਰ ਨਹੀਂ ਦਿੱਤਾ 34 ਜਾਂ 38, ਸਾਨੂੰ ਪੈਰੀਮੀਟਰ ਨਹੀਂ ਦਿੱਤਾ। 34 ਜਾਂ 38 ਪੈਰੀਮੀਟਰ ਕਦੋਂ ਬਣਦੇ ਜਦੋਂ ਉਹਨੂੰ ਕਿਸੇ ਤਰ੍ਹਾਂ ਫੋਲਡ ਕੀਤਾ ਜਾਂਦਾ। ਤਾਂ ਕਹਿੰਦੇ ਜਦੋਂ ਤਾਂ ਉਹਨੂੰ ਇਸ ਤਰ੍ਹਾਂ ਫੋਲਡ ਕੀਤਾ ਉਦੋਂ ਉਹਦਾ ਪੈਰੀਮੀਟਰ 34 ਹੈ। ਤਾਂ ਬੱਚੇ ਇਸ ਤਰ੍ਹਾਂ ਫੋਲਡ ਕਰਨ ਨਾਲ ਕੀ ਹੋ ਗਿਆ, ਬ੍ਰੈਡਥ ਤਾਂ ਉੱਡੀ ਹੀ ਹੈ, ਜਿੱਡੀ ਓਰੀਜਨਲ ਦੀ ਬ੍ਰੈਡਥ ਸੀ ਬ੍ਰੈਡਥ ਤਾਂ ਉੱਡੀ ਹੀ ਹੈ, ਲੈਂਥ ਅੱਧੀ ਰਹਿ ਗਈ ਨਾ, ਲੈਂਥ ਅੱਧੀ ਰਹਿ ਗਈ। ਜੇ ਓਰੀਜਨਲ ਦੀ ਲੈਂਥ ਨੂੰ ਅਸੀਂ L ਮੰਨਿਆ ਸੀ ਤਾਂ ਹੁਣ ਲੈਂਥ L/2 ਰਹਿ ਗਈ। ਤਾਂ ਹੁਣ ਪੈਰੀਮੀਟਰ ਕੀ ਹੋ ਗਿਆ ਜਿਹੜਾ 34 ਦਿੱਤਾ, ਪੈਰੀਮੀਟਰ ਹੋ ਗਿਆ ਅੱਧਾ L B ਪੂਰਾ, ਅੱਧਾ L B ਪੂਰਾ। ਤਾਂ ਅੱਧਾ ਤੇ ਅੱਧਾ L 1L ਬਣ ਗਿਆ, B 2 ਪੂਰੇ ਨੇ 2B ਬਣ ਗਿਆ। ਤਾਂ ਬੱਚੇ ਸਾਡੇ ਕੋਲ ਕੀ ਗਿਵਨ ਹੈ, L + 2B, L + 2B ਉਹ 34 ਦੇ ਬਰਾਬਰ ਦਿੱਤਾ ਹੋਇਆ। ਫਿਰ ਐਗਜ਼ਾਮੀਨਰ ਕਹਿੰਦਾ ਜਦੋਂ ਉਸੇ ਪੇਪਰ ਨੂੰ ਦੂਜੀ ਤਰ੍ਹਾਂ ਫੋਲਡ ਕੀਤਾ, ਇਸ ਤਰ੍ਹਾਂ ਫੋਲਡ ਕੀਤਾ,
ਉਦੋਂ ਉਹਦਾ ਪੈਰੀਮੀਟਰ 38 ਬਣ ਗਿਆ। ਤਾਂ ਇਸ ਤਰ੍ਹਾਂ ਫੋਲਡ ਕਰਨ ਨਾਲ ਬੱਚੇ ਕੀ ਹੋ ਗਿਆ, ਲੈਂਥ ਉਨੀ ਹੀ ਰਹਿ ਗਈ, ਬ੍ਰੈਡਥ ਅੱਧੀ ਹੋ ਗਈ। ਤਾਂ ਹੁਣ ਪੈਰੀਮੀਟਰ ਕੀ ਬਣ ਗਿਆ, L ਪੂਰਾ B ਅੱਧਾ, L ਪੂਰਾ B ਅੱਧਾ, ਤਾਂ 2L ਪਲੱਸ ਅੱਧਾ ਤੇ ਅੱਧਾ 1B। ਤਾਂ ਹੁਣ ਪੈਰੀਮੀਟਰ ਬਣ ਗਿਆ ਬੱਚੇ 2L ਪਲੱਸ ਸਿੰਗਲ B, ਉਹ ਸਾਨੂੰ 38 ਦਿੱਤਾ ਹੋਇਆ। ਤਾਂ ਸਮਝ ਆ ਗਿਆ ਬੱਚੇ, ਸਾਨੂੰ 34 ਤੇ 38 ਕੀ ਦਿੱਤਾ ਹੋਇਆ। ਇੱਥੋਂ ਐਗਜ਼ਾਮੀਨਰ ਕਹਿੰਦਾ ਜਿਵੇਂ ਮਰਜ਼ੀ ਕਰਕੇ L ਤੇ B ਦੀਆਂ ਵੈਲਿਊਜ਼ ਫਾਈਂਡ ਕਰੋ ਤੇ ਏਰੀਆ ਦੱਸੋ, ਮਤਲਬ L ਇੰਟੂ B ਦੱਸੋ। ਤਾਂ ਬੱਚੇ L 2L 2B B, ਤਾਂ ਜੇ ਆਪਾਂ ਉੱਪਰ ਥੱਲੇ ਜੋੜ ਕੇ ਦੇਖੀਏ 3 ਵਾਰੀ L ਬਣਦਾ 3 ਵਾਰੀ B ਬਣਦਾ, ਤਾਂ ਐਡ ਕਰ ਦਿਓ ਬੱਚੇ। ਐਡ ਕੀਤਾ 3 ਕਾਮਨ ਆ ਗਿਆ L ਪਲੱਸ B, ਐਡ ਕਰੇ ਤੇ 3L ਆ ਗਏ 3B ਆ ਗਏ, ਇੱਧਰ ਐਡ ਕਰੇ ਤੇ 72 ਆ ਗਿਆ। ਤਾਂ 3 ਇੰਟੂ L ਪਲੱਸ B 72 ਹੈ, ਤਾਂ L ਪਲੱਸ B ਬੱਚੇ 24 ਆ ਗਿਆ। L ਪਲੱਸ B 24 ਆ ਗਿਆ। ਸਾਨੂੰ L ਦੀ ਵੈਲਿਊ ਨਹੀਂ ਪਤਾ, B ਦੀ ਵੈਲਿਊ ਨਹੀਂ ਪਤਾ, ਐਡ ਕਰਕੇ 24 ਬਣਦਾ। ਜੇ L ਪਲੱਸ B 24 ਬਣਦਾ ਹੈ, ਜਿਹੜੀ ਮਰਜ਼ੀ ਇਕੁਏਸ਼ਨ ਚੱਕ ਲਓ ਦੋਨਾਂ ਦੇ ਵਿੱਚੋਂ, L ਪਲੱਸ B 24 ਬਣਦਾ, ਇਹ ਕੀ ਹੈ L ਪਲੱਸ 2B। ਇਹਦੇ ਵਿੱਚੋਂ L ਪਲੱਸ B ਮਾਈਨਸ ਕਰਕੇ ਦੇਖਿਓ, L ਤੇ L ਗਏ, 2B ਚੋਂ B ਨਿਕਲ ਗਿਆ, ਇਕੱਲਾ B ਬਚ ਗਿਆ। B ਦੀ ਵੈਲਿਊ ਆ ਗਈ 10, B ਦੀ ਵੈਲਿਊ ਕਿੰਨੀ ਆ ਗਈ ਬੱਚੇ 10। ਕਿਵੇਂ ਆ ਗਈ, ਮੈਂ ਰਿਪੀਟ ਕਰ ਦੇਣਾ। ਪਹਿਲੀ ਇਕੁਏਸ਼ਨ 'ਚ L ਪਲੱਸ 2B ਹੈ, ਇੱਥੇ ਜੋ ਫਾਈਂਡ ਕੀਤਾ ਉਹ 'ਚ L ਪਲੱਸ B ਹੈ, ਤਾਂ ਮਾਈਨਸ ਕਰਕੇ ਇਕੱਲਾ B ਬਚ ਗਿਆ, ਉਧਰ ਮਾਈਨਸ ਕਰਕੇ 10 ਬਚ ਜੂਗਾ। ਜੇ B ਦੀ ਵੈਲਿਊ 10 ਹੈ, 24 ਦਾ ਮਤਲਬ L ਦੀ ਵੈਲਿਊ ਕਿੰਨੀ ਹੋਊਗੀ 14। ਤਾਂ ਏਰੀਆ ਕਿੰਨਾ ਆ ਜਾਊਗਾ ਬੱਚੇ, L ਇੰਟੂ B 14 ਇੰਟੂ 10। ਏਰੀਆ ਆ ਗਿਆ L ਇੰਟੂ B 14 ਇੰਟੂ 10 140 ਸੈਂਟੀਮੀਟਰ ਸਕੁਅਰ। ਸੈਂਟੀਮੀਟਰਾਂ ਦੇ ਵਿੱਚ ਹੈ, ਮੈਂ ਮੇਰੇ ਖਿਆਲ 'ਚ ਮੀਟਰਾਂ ਦੇ ਵਿੱਚ ਗਲਤੀ ਨਾਲ ਆਪਸ਼ਨ ਮੀਟਰਾਂ 'ਚ ਲਿਆ, ਸੈਂਟੀਮੀਟਰ 'ਚ ਆਉਣਾ ਸੀਗਾ। ਤਾਂ ਆਪਸ਼ਨ ਬੱਚੇ ਸੈਂਟੀਮੀਟਰ ਸਕੁਅਰ ਹੋਣਾ ਸੀ, ਮੈਂ ਗਲਤੀ ਨਾਲ ਮੀਟਰ ਸਕੁਅਰ ਲਿਖ ਲਿਆ ਆ। ਤਾਂ ਇਹ ਸਾਡਾ ਬਹੁਤ ਇੰਟਰਸਟਿੰਗ ਕੁਐਸਚਨ ਹੈ, ਆਪਣੇ ਤਰ੍ਹਾਂ ਦਾ ਇੱਕ ਯੂਨੀਕ ਕੁਐਸਚਨ ਹੈ। ਆਮ ਤੌਰ ਤੇ ਇਹਦੇ ਨਾਲ ਮਿਲਦੇ ਜੁਲਦੇ ਕੁਐਸਚਨਸ ਨਹੀਂ ਹੈਗੇ, ਸੋ ਇਸ ਕਰਕੇ ਬੱਚੇ ਇਹਨਾਂ ਕੁਐਸਚਨਸ ਨੂੰ ਧਿਆਨ ਨਾਲ ਦੇਖਣਾ। ਕੱਲ੍ਹ ਨੂੰ ਪੇਪਰ 'ਚ ਕੋਈ ਵੀ ਕੁਐਸਚਨ ਦੇਖਿਆ ਜਾ ਸਕਦਾ ਹੈ। ਜਿਹੜੇ ਬੱਚੇ ਪਟਵਾਰੀ ਤੇ ਟੇਕ ਲਾ ਕੇ ਬੈਠੇ ਨੇ ਕਿ ਪਟਵਾਰੀ ਦਾ ਪੇਪਰ ਕੱਢਣਾ, ਪਟਵਾਰੀ ਦੇ ਪੇਪਰ 'ਚ ਕੁੱਲ 120 ਦੇ ਵਿੱਚੋਂ 30 ਕੁਐਸਚਨ ਮੈਥ ਦੇ ਆਉਣੇ ਆ, ਕੁਆਂਟ ਦੇ ਆਉਣੇ ਆ, ਤੇ ਉਹ 30 ਦੇ 30 ਆਮ ਤੌਰ ਤੇ ਇਕੱਲੇ ਮੈਂਸੂਰੇਸ਼ਨ 'ਚ ਹੀ ਹੁੰਦੇ ਨੇ, ਜਾਂ 30 ਦੇ ਵਿੱਚੋਂ 22-23 ਕੁਐਸਚਨ ਜਾਂ 20 ਤੋਂ ਜ਼ਿਆਦਾ ਕੁਐਸਚਨ ਮੈਂਸੂਰੇਸ਼ਨ ਦੇ ਹੁੰਦੇ ਨੇ। ਤਾਂ ਮੈਂਸੂਰੇਸ਼ਨ 'ਚ ਫਿਰ ਉੱਥੇ ਚੱਕਵੇਂ ਕੁਐਸਚਨ ਜਾਂ ਨਵੇਂ ਤਰ੍ਹਾਂ ਦੇ ਕੁਐਸਚਨ ਜਾਂ ਇੰਟਰਸਟਿੰਗ ਕੁਐਸਚਨ ਜਿਹੜੇ ਆਪਣੇ ਆਪ 'ਚ ਯੂਨੀਕ ਨੇ, ਫਿਰ ਉੱਥੇ ਪੁੱਛੇ ਜਾਂਦੇ ਨੇ। ਤਾਂ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਚੰਗੀ ਤਰ੍ਹਾਂ ਮੈਂਸੂਰੇਸ਼ਨ ਨੂੰ ਦੇਖਣਾ ਪੈਂਦਾ ਪਟਵਾਰੀ ਦੇ ਪੇਪਰ ਲਈ। ਅੱਗੇ ਆ ਜਾਓ ਬੱਚੇ, ਆ ਵੀ ਆਪਣਾ ਰੈਕਟੈਂਗਲ ਮੈਂਸੂਰੇਸ਼ਨ ਦਾ ਕੁਐਸਚਨ ਹੈ। ਦਾ ਏਰੀਆ ਆਫ ਰੈਕਟੈਂਗੂਲਰ ਪਲਾਟ ਇਜ਼ 1920। ਐਗਜ਼ਾਮੀਨਰ ਕਹਿੰਦਾ ਪਲਾਟ ਦਾ ਏਰੀਆ 1920 ਹੈ। ਪਲਾਟ ਦਾ ਏਰੀਆ ਕੀ ਹੁੰਦਾ ਬੱਚੇ, ਲੈਂਥ ਇੰਟੂ ਬ੍ਰੈਡਥ। ਨਾ ਸਾਨੂੰ ਲੈਂਥ ਪਤਾ ਨਾ ਸਾਨੂੰ ਬ੍ਰੈਡਥ ਪਤਾ, ਐਗਜ਼ਾਮੀਨਰ ਕਹਿੰਦਾ ਏਰੀਆ 1920 ਹੈ, ਤਾਂ ਅਸੀਂ L ਇੰਟੂ B 1920 ਲਿਖਤਾ। ਇਫ ਦਾ ਲੈਂਥ ਇਜ਼ 20% ਮੋਰ ਦੈਨ ਦਾ ਬ੍ਰੈਡਥ। ਐਗਜ਼ਾਮੀਨਰ ਨੇ ਹਾਲਾਂਕਿ ਇਸ ਕੁਐਸਚਨ ਨੂੰ ਮੈਂਸੂਰੇਸ਼ਨ ਦੇ ਵਿੱਚ ਪੁੱਛਿਆ, ਪਰ ਆ ਸਾਰੀ ਗੱਲਬਾਤ ਪਰਸੈਂਟੇਜ ਦੀ ਹੈ। ਐਗਜ਼ਾਮੀਨਰ ਕਹਿੰਦਾ ਲੈਂਥ ਕਿੰਨੀ ਹੈ 20% ਮੋਰ ਦੈਨ ਦਾ ਬ੍ਰੈਡਥ, ਫਾਈਂਡ ਦਾ ਬ੍ਰੈਡਥ ਆਫ ਦਾ ਪਲਾਟ। ਤੇ ਆਪਾਂ ਬ੍ਰੈਡਥ ਫਾਈਂਡ ਕਰਨੀ ਹੈ ਬੱਚੇ। ਲੈਂਥ ਹੈ ਜਿਹੜੀ ਬ੍ਰੈਡਥ ਤੋਂ 20% ਜ਼ਿਆਦਾ ਹੈ। 20% ਦੀ ਫ੍ਰੈਕਸ਼ਨ ਕੀ ਹੁੰਦੀ ਹੈ 1/5। ਤਾਂ 1/5 ਮੋਰ ਦਾ ਮਤਲਬ ਕੀ ਹੈ, 20% ਮੋਰ ਹੈ। 20% ਦੀ ਮੈਂ ਫ੍ਰੈਕਸ਼ਨ ਜਦੋਂ 1/5 ਲਿਖੀ, ਤਾਂ 1/5 ਮੋਰ ਦਾ ਮਤਲਬ ਕੀ ਹੈ, ਬ੍ਰੈਡਥ ਜੇ 5 ਹੈ, ਬ੍ਰੈਡਥ ਜੇ 5 ਹੈ, ਲੈਂਥ ਉਹਦੇ ਤੋਂ 1 ਜ਼ਿਆਦਾ ਹੈ। ਬ੍ਰੈਡਥ ਜੇ 5 ਹੈ, ਲੈਂਥ ਉਹਦੇ ਤੋਂ 1 ਜ਼ਿਆਦਾ, ਜਾਨੀ ਕਿ 6। ਤਾਂ ਬੱਚੇ ਲੈਂਥ ਤੇ ਬ੍ਰੈਡਥ ਦੀ ਰੇਸ਼ੀਓ ਕੀ ਆ ਗਈ 6:5। ਆਹ ਗੱਲ ਸਾਰਿਆਂ ਨੂੰ ਸਮਝ ਆਉਣੀ ਚਾਹੀਦੀ ਆ। ਐਗਜ਼ਾਮੀਨਰ ਕਹਿੰਦਾ ਲੈਂਥ ਇਜ਼ 20% ਮੋਰ ਦੈਨ ਦਾ ਬ੍ਰੈਡਥ। 20% ਦੀ ਫ੍ਰੈਕਸ਼ਨ 1/5 ਹੁੰਦੀ ਆ, ਮਤਲਬ 5 ਤੋਂ 1 ਜ਼ਿਆਦਾ। ਫ੍ਰੈਕਸ਼ਨਸ ਨੂੰ ਕਿਵੇਂ ਰੀਡ ਕਰਨਾ ਆਪਾਂ ਸਿੱਖਿਆ ਹੋਇਆ। 5 ਤੋਂ 1 ਜ਼ਿਆਦਾ ਮਤਲਬ ਜੇ ਬ੍ਰੈਡਥ 5 ਹੈ ਤਾਂ ਲੈਂਥ 1 ਜ਼ਿਆਦਾ 6, ਤਾਂ ਲੈਂਥ ਤੇ ਬ੍ਰੈਡਥ ਦੀ ਬੱਚੇ ਰੇਸ਼ੀਓ ਆ ਗਈ। ਤਾਂ ਰੇਸ਼ੀਓ 6:5 ਤੋਂ ਇੱਕ ਗੱਲ ਦਾ ਅੰਦਾਜ਼ਾ ਲੱਗ ਗਿਆ ਸਾਰਿਆਂ ਨੂੰ। ਮੈਂ ਬੋਲ ਕੇ ਸਮਝਾ ਰਿਹਾ ਕਿ ਸਾਡੇ ਦਿਮਾਗ 'ਚ ਕੀ ਚੱਲਣਾ ਚਾਹੀਦਾ, ਲਿਖ ਕੁਛ ਨਹੀਂ ਰਿਹਾ। ਇੱਕ ਗੱਲ ਦਾ ਅੰਦਾਜ਼ਾ ਲੱਗ ਗਿਆ ਕਿ ਭਾਈ ਸਾਡੀ ਬ੍ਰੈਡਥ ਹੈ ਜਿਹੜੀ ਉਹ 5 ਦਾ ਮਲਟੀਪਲ ਹੋਊਗੀ, ਜਿਹੜੀ ਲੈਂਥ ਹੈ 6 ਦਾ ਮਲਟੀਪਲ ਹੋਊਗੀ। ਬ੍ਰੈਡਥ 5 ਦਾ ਮਲਟੀਪਲ, ਲੈਂਥ 6 ਦਾ ਮਲਟੀਪਲ, ਜਿਨ੍ਹਾਂ ਨੂੰ ਗੁਣਾ ਕਰਕੇ 1920 ਆ ਜਾਊਗਾ। ਤਾਂ ਬੱਚੇ ਆਪਾਂ ਬ੍ਰੈਡਥ ਫਾਈਂਡ ਕਰਨੀ ਹੈ ਨਾ ਕੁਐਸਚਨ ਦੇ ਵਿੱਚ। ਐਗਜ਼ਾਮੀਨਰ ਨੇ ਕਿਹਾ ਫਾਈਂਡ ਦਾ ਬ੍ਰੈਡਥ ਆਫ ਦਾ ਪਲਾਟ, ਆਪਾਂ ਬ੍ਰੈਡਥ ਫਾਈਂਡ ਕਰਨੀ ਹੈ, ਮਤਲਬ ਸਾਡੇ ਚਾਰੇ ਆਪਸ਼ਨ ਬ੍ਰੈਡਥ ਦੇ ਵਿੱਚੋਂ ਹੀ ਨੇ। ਇਹਨਾਂ ਚਾਰੋਂ 'ਚ ਇੱਕ ਬ੍ਰੈਡਥ ਹੈ। ਬ੍ਰੈਡਥ ਬੱਚੇ ਜੇ ਸਾਡੀ 5 ਦਾ ਮਲਟੀਪਲ ਹੋਊਗੀ ਤਾਂ ਸਾਡਾ ਅਸਲ 'ਚ ਆਪਸ਼ਨ ਜਿਹੜਾ ਹੋਊਗਾ ਉਹ 5 ਦਾ ਮਲਟੀਪਲ ਹੋਊਗਾ। ਤਾਂ 5 ਦਾ ਮਲਟੀਪਲ 2 ਆਪਸ਼ਨ ਕੱਟੇ ਗਏ। 5 ਦੇ ਮਲਟੀਪਲ 2 ਆਪਸ਼ਨ ਕੱਟੇ ਗਏ, ਤਾਂ 30 ਤੇ 40 ਰਹਿ ਗਏ। 30 ਤੇ 40 ਚੋਂ ਕਿਹੜਾ ਠੀਕ ਹੋਊਗਾ। 30 ਦੇਖੋ ਜੀ ਧਿਆਨ ਨਾਲ, ਮੈਂ ਦੇਖੋ ਦਿਮਾਗ 'ਚ ਕੀ ਚੱਲਣਾ ਚਾਹੀਦਾ ਉਹ ਦੱਸ ਰਿਹਾ। ਸੋਲਵ ਤਾਂ ਕਿਤੇ ਕੀਤਾ ਹੀ ਨਹੀਂ, ਦਿਮਾਗ 'ਚ ਕੀ ਚੱਲਣਾ ਚਾਹੀਦਾ।
32 38 ਗਲਤ ਹੋ ਗਏ ਕਿਉਂਕਿ ਬ੍ਰੈਡਥ ਜਦੋਂ ਰੇਸ਼ੀਓ ਕੱਢੀ ਲੈਂਥ ਤੇ ਬ੍ਰੈਡਥ ਦੀ ਉਹਦੇ ਹਿਸਾਬ ਨਾਲ ਬ੍ਰੈਡਥ 5 ਦਾ ਮਲਟੀਪਲ ਬਣਦੀ ਹੈ ਤਾਂ 32 38 ਗਲਤ ਹੋ ਗਏ 30 40 ਬਚ ਗਏ 30 ਹੋ ਸਕਦੀ ਹੈ ਬ੍ਰੈਡਥ ਆਪਾਂ ਇਹ ਦੇਖਣ ਲੱਗਿਆ ਬੱਚੇ ਬ੍ਰੈਡਥ 30 ਹੋਣ ਦਾ ਮਤਲਬ ਕੀ ਹੈ ਬ੍ਰੈਡਥ 30 ਹੋਣ ਦਾ ਮਤਲਬ 3 ਦਾ ਮਲਟੀਪਲ ਬ੍ਰੈਡਥ 30 ਹੋਣ ਦਾ ਮਤਲਬ 3 ਦਾ ਮਲਟੀਪਲ ਤਾਂ ਲੈਂਥ ਵੀ 3 ਦਾ ਮਲਟੀਪਲ ਹੋਊਗੀ ਓਬਵੀਅਸਲੀ ਲੈਂਥ ਵੀ 3 ਦਾ ਮਲਟੀਪਲ ਹੋਊਗੀ ਹੁਣ ਬ੍ਰੈਡਥ ਜਦੋਂ 3 ਦਾ ਮਲਟੀਪਲ ਹੋ ਗਈ ਤਾਂ 3 ਇਹਦੇ ਵਿੱਚ ਬੈਠਾ ਲੈਂਥ ਨੇ ਜਦੋਂ 3 ਦਾ ਮਲਟੀਪਲ ਹੋਣਾ ਹੈ ਤਾਂ 3 ਹੀ ਇਹਦੇ ਵਿੱਚ ਬੈਠਾ 3 ਆਲਰੇਡੀ ਉਹਦੇ ਵਿੱਚ 6 ਦੇ ਵਿੱਚ ਵੀ ਬੈਠਾ ਇੱਕ 3 ਦਾ ਮਲਟੀਪਲ ਹੋਰ ਨਿਕਲੇ ਤੇ ਇੱਕ ਹੋਰ 3 ਬਣ ਗਿਆ ਤਾਂ ਬੱਚੇ ਸਾਡਾ ਏਰੀਆ ਜਿਹੜਾ ਲੈਂਥ ਮਲਟੀਪਲਾਈ ਬ੍ਰੈਡਥ ਕਰਕੇ ਆਉਣਾ ਉਹ 3 ਗੁਣਾ 3 ਗੁਣਾ 3 27 ਦਾ ਮਲਟੀਪਲ ਬਣ ਜਾਊਗਾ ਜਾਂ ਘੱਟੋ ਘੱਟ 9 ਦਾ ਮਲਟੀਪਲ ਤਾਂ ਬਣ ਹੀ ਜਾਊਗਾ 9 ਦਾ ਮਲਟੀਪਲ ਬਣ ਜੂ ਕੀ ਸਾਡਾ ਏਰੀਆ 9 ਦਾ ਮਲਟੀਪਲ ਹੈਗਾ ਸਾਡਾ ਏਰੀਆ 9 ਦਾ ਮਲਟੀਪਲ ਬਿਲਕੁਲ ਨਹੀਂ ਹੈਗਾ ਤਾਂ ਆ ਵੀ ਗਲਤ ਹੈ ਤਾਂ ਸਾਡਾ ਚੌਥਾ ਆਪਸ਼ਨ ਸਹੀ ਹੋ ਜਾਊਗਾ 1900 ਆਪਣਾ 40 ਮੀਟਰ 1900 ਵੀ ਬਣ ਰਿਹਾ ਹੈਗਾ ਏਰੀਆ ਬੱਚੇ ਆਪਾਂ ਆਪਸ਼ਨ ਕਿਵੇਂ ਮਾਰਕ ਕੀਤਾ ਆਪਾਂ ਸਹੀ ਆਪਸ਼ਨ ਨਹੀਂ ਲੱਭਿਆ ਆਪਾਂ 3 ਗਲਤ ਲੱਭ ਲਏ ਜਿਹਦੇ ਵਿੱਚੋਂ 2 ਗਲਤ ਤਾਂ ਇੱਥੋਂ ਪਤਾ ਲੱਗ ਗਏ ਕਿ ਸਾਡੀ ਬ੍ਰੈਡਥ ਹੈ ਜਿਹੜੀ ਉਹ 5 ਦਾ ਮਲਟੀਪਲ ਹੋਣੀ ਚਾਹੀਦੀ ਹੈ ਜਿਹੜੇ 2 ਆਪਸ਼ਨ 5 ਦਾ ਮਲਟੀਪਲ ਨਹੀਂ ਹੈਗੇ ਉਹ ਗਲਤ ਹੋ ਗਏ ਫਿਰ ਜਿਹੜੇ 2 ਬਚ ਗਏ 30 ਤੇ 40 ਉਹ ਚੋਂ 30 ਦੇਖਿਆ ਕਿ ਭਾਈ ਬ੍ਰੈਡਥ 30 ਮਤਲਬ 3 ਦਾ ਮਲਟੀਪਲ ਜੇ ਬ੍ਰੈਡਥ 3 ਦਾ ਮਲਟੀਪਲ ਹੈ ਤਾਂ ਲੈਂਥ ਵੀ 3 ਦਾ ਮਲਟੀਪਲ ਨਿਕਲੂਗੀ ਲੈਂਥ ਵੀ 3 ਦਾ ਮਲਟੀਪਲ ਨਿਕਲੂਗੀ ਮਤਲਬ ਓਵਰਆਲ ਏਰੀਆ ਇਹਨਾਂ ਨੂੰ ਮਲਟੀਪਲਾਈ ਕਰਕੇ 9 ਦਾ ਮਲਟੀਪਲ ਤਾਂ ਘੱਟੋ ਘੱਟ ਬਣੂਗਾ ਸਾਡਾ ਏਰੀਆ 9 ਦਾ ਮਲਟੀਪਲ ਨਹੀਂ ਹੈਗਾ ਤਾਂ 30 ਆਨਸਰ ਗਲਤ ਹੈ ਸੋ ਇਸ ਕਰਕੇ ਸਾਡਾ ਆਨਸਰ 40 ਮੀਟਰ ਆ ਗਿਆ ਜੀ ਇਹ ਬਹੁਤ ਇੰਟਰਸਟਿੰਗ ਤਰੀਕੇ ਨਾਲ ਆਪਾਂ ਆਨਸਰ ਮਾਰਕ ਕੀਤਾ ਬਿਨਾਂ ਕੁਐਸਚਨ ਨੂੰ ਸੋਲਵ ਕੀਤੇ ਆ ਤਾਂ ਕੁਝ ਇਸ ਤਰ੍ਹਾਂ ਸਾਡੇ ਦਿਮਾਗ ਚੱਲਣੇ ਚਾਹੀਦੇ ਆ ਉਹਦੇ ਲਈ ਕੈਲਕੂਲੇਸ਼ਨਸ ਬਹੁਤ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਜੋ ਸਾਡੇ ਦਿਮਾਗ 'ਚ ਚੱਲਣਗੇ ਬੱਚੇ ਇਸ ਚੀਜ਼ ਦਾ ਹਮੇਸ਼ਾ ਹੀ ਧਿਆਨ ਰੱਖਣਾ ਅਗਲਾ ਕੁਐਸਚਨ ਬੱਚੇ ਅਗਲਾ ਕੁਐਸਚਨ ਸਾਡਾ ਸਰਕਲ ਦੇ ਵਿੱਚ ਵੀਲਸ ਦਾ ਕੁਐਸਚਨ ਹੈ ਬੱਚੇ ਅੱਜ ਮੈਂ ਮੈਂਸੂਰੇਸ਼ਨ ਦੇ ਕਾਫੀ ਕੁਐਸਚਨਸ ਕੰਪਾਈਲ ਕਰਕੇ ਲੈ ਕੇ ਆਇਆ ਧਿਆਨ ਨਾਲ ਦੇਖੋ ਐਗਜ਼ਾਮੀਨਰ ਕਹਿੰਦਾ ਦਾ ਡਾਇਆਮੀਟਰ ਰੇਡੀਅਸ ਨਹੀਂ ਦਿੱਤਾ ਡਾਇਆਮੀਟਰ ਦਿੱਤਾ ਆਫ ਦਾ ਡਰਾਈਵਿੰਗ ਵੀਲ ਆਫ ਅ ਬੱਸ ਇਜ਼ 140 ਸੈਂਟੀਮੀਟਰ ਐਗਜ਼ਾਮੀਨਰ ਕਹਿੰਦਾ ਵੀਲ ਦਾ ਡਾਇਆਮੀਟਰ 140 ਹੈ ਤਾਂ ਨਾਲ ਦੀ ਨਾਲ ਦਿਮਾਗ 'ਚ ਆ ਜਾਣਾ ਚਾਹੀਦਾ ਕਿ ਰੇਡੀਅਸ 70 ਸੈਂਟੀਮੀਟਰ ਹੋਊਗਾ ਮੈਂ ਕੱਲਾ r ਲਿਖ ਸਕਦਾ ਸੀਗਾ ਪਤਾ ਨਹੀਂ ਕਿਉਂ ਮੈਂ ਪੂਰਾ ਹੀ ਰੇਡੀਅਸ ਲਿਖਤਾ ਟਾਈਮ ਵੇਸਟ ਕੀਤਾ r is equal to 70 ਸੈਂਟੀਮੀਟਰ ਹਾਊ ਮੈਨੀ ਰੈਵੋਲੂਸ਼ਨਸ ਆਪਾਂ ਰੈਵੋਲੂਸ਼ਨਸ ਫਾਈਂਡ ਕਰਨੇ ਆ ਪਰ ਮਿੰਟ ਮਸਟ ਦਾ ਵੀਲ ਮੇਕ ਇਨ ਆਰਡਰ ਟੂ ਕੀਪ ਅ ਸਪੀਡ ਆਫ 66 ਕਿਲੋਮੀਟਰ ਪਰ ਆਰ ਐਗਜ਼ਾਮੀਨਰ ਕਹਿੰਦਾ ਜਿਹੜਾ ਵੀਲ ਜਿਹਦਾ ਡਾਇਆਮੀਟਰ ਸਾਨੂੰ 140 ਦਿੱਤਾ ਯਾਨੀ ਕਿ ਰੇਡੀਅਸ 70 ਉਹ 1 ਮਿੰਟ 'ਚ ਕਿੰਨੀ ਵਾਰ ਘੁੰਮੇ ਕਿ ਉਹਦੀ ਸਪੀਡ 66 ਕਿਲੋਮੀਟਰ ਪਰ ਆਰ ਬਣੇ ਬੱਚੇ ਸਪੀਡ 66 ਕਿਲੋਮੀਟਰ ਪਰ ਆਰ ਦਾ ਮਤਲਬ 66 ਕਿਲੋਮੀਟਰ 1 ਘੰਟੇ 'ਚ 66 ਕਿਲੋਮੀਟਰ 1 ਘੰਟੇ 'ਚ ਘੰਟਿਆਂ ਨੂੰ ਮੈਂ ਮਿੰਟਾਂ 'ਚ ਕਨਵਰਟ ਕਰਦਾ ਕਿਲੋਮੀਟਰਾਂ ਨੂੰ ਮੈਂ ਮੀਟਰਾਂ 'ਚ ਕਨਵਰਟ ਕਰਦਾ ਤਾਂ ਇੱਥੇ ਜੋ ਕਾਮਨ ਹੈ ਕੱਟ ਲਓ ਜੀ ਕਾਮਨ ਕੀ ਹੈ 0 ਨਾਲ 0 ਕੱਟੀ ਗਈ 6 ਤੇ 6600 ਕੱਟਿਆ ਗਿਆ ਮਤਲਬ 1100 ਮੀਟਰ ਇਨ 1 ਮਿੰਟ ਇਹ ਤਾਂ ਰੱਖੋ 1 ਮਿੰਟ ਇਹ 1100 ਮੀਟਰ ਆ ਗਿਆ ਆਪਣੇ ਕੋਲ ਜਿਹਨੂੰ ਕਿ ਫਰਦਰ ਆਪਾਂ ਸੈਂਟੀਮੀਟਰ 'ਚ ਕਰ ਸਕਦੇ ਕਿਉਂਕਿ ਸਾਡਾ ਰੇਡੀਅਸ 70 ਸੈਂਟੀਮੀਟਰ ਇਹਨੂੰ ਸੈਂਟੀਮੀਟਰ ਦੇ ਵਿੱਚ ਵੀ ਕਨਵਰਟ ਕਰ ਲਾਂਗੇ ਗੁਣਾ 100 ਹੋਰ ਕਰ ਲਾਂਗੇ ਜ਼ੀਰੋ ਬਾਲੀਆ ਹੋ ਜਾਣੇ ਸੀ ਤਾਂ ਮੈਂ ਹਲੇ ਮੀਟਰਾਂ ਦੇ ਵਿੱਚ ਰੱਖ ਲਿਆ ਤਾਂ ਬੱਚੇ ਆਪਾਂ 1 ਮਿੰਟ ਦੇ ਵਿੱਚ ਇੰਨਾ ਡਿਸਟੈਂਸ ਕਵਰ ਕਰਵਾਉਣਾ ਆਪਾਂ ਕਿੰਨਾ ਡਿਸਟੈਂਸ ਕਵਰ ਕਰਵਾਉਣਾ ਇੰਨਾ ਉਹਦੇ ਲਈ ਐਗਜ਼ਾਮੀਨਰ ਪੁੱਛ ਰਿਹਾ ਕਿ ਜੇ ਰੇਡੀਅਸ ਇੰਨਾ ਹੈ ਤੇ ਇੰਨਾ ਆਪਾਂ ਡਿਸਟੈਂਸ ਕਵਰ ਕਰਵਾਉਣਾ ਤਾਂ ਕਿੰਨੇ ਰੈਵੋਲੂਸ਼ਨਸ ਹੋਣਗੇ ਤਾਂ ਬੱਚੇ ਵੀਲਸ ਵਾਲੇ ਕੁਐਸਚਨ ਦੇ ਵਿੱਚ ਚਾਹੇ ਤੁਸੀਂ ਨੰਬਰ ਆਫ ਰੈਵੋਲੂਸ਼ਨਸ ਫਾਈਂਡ ਕਰਨੇ ਆ ਚਾਹੇ ਤੁਸੀਂ ਡਿਸਟੈਂਸ ਫਾਈਂਡ ਕਰਨਾ ਹੈ ਚਾਹੇ ਤੁਸੀਂ ਰੇਡੀਅਸ ਫਾਈਂਡ ਕਰਨਾ ਹੈ ਹਮੇਸ਼ਾ ਯਾਦ ਰੱਖਣਾ ਹੈ ਕਿ ਟੋਟਲ ਡਿਸਟੈਂਸ ਹਮੇਸ਼ਾ ਕਿਹਦੇ ਬਰਾਬਰ ਹੁੰਦਾ ਟੋਟਲ ਡਿਸਟੈਂਸ ਜਿਹੜਾ ਕਿਆ ਹੈ ਹਮੇਸ਼ਾ ਕਿਹਦੇ ਬਰਾਬਰ ਹੁੰਦਾ ਨੰਬਰ ਆਫ ਰੈਵੋਲੂਸ਼ਨਸ ਕਿੰਨੀ ਵਾਰੀ ਟਾਇਰ ਘੁੰਮਿਆ ਇਨਟੂ ਸਰਕਮਫਰੈਂਸ ਸਰਕਮਫਰੈਂਸ ਸਭ ਨੂੰ ਪਤਾ ਕਿਉਂਕਿ ਸਰਕਲ ਦੀ ਗੱਲ ਹੈ ਤਾਂ 2 ਪਾਈ ਆਰ ਹੁੰਦਾ ਤਾਂ ਬੱਚੇ ਤੁਸੀਂ ਆ ਹਮੇਸ਼ਾ ਯਾਦ ਰੱਖਣਾ ਵੀਲਸ ਵਾਲੇ ਕੁਐਸਚਨ ਦੇ ਵਿੱਚ ਕਿ ਡਿਸਟੈਂਸ ਹਮੇਸ਼ਾ ਕਿਹਦੇ ਬਰਾਬਰ ਨੰਬਰ ਆਫ ਰੈਵੋਲੂਸ਼ਨਸ ਇਨਟੂ ਸਰਕਮਫਰੈਂਸ ਐਗਜ਼ਾਮੀਨਰ ਕਹਿੰਦਾ ਸਾਨੂੰ ਡਿਸਟੈਂਸ ਗਿਵਨ ਹੈ 1100 ਮੀਟਰ ਨੰਬਰ ਆਫ ਰੈਵੋਲੂਸ਼ਨਸ ਬੱਚੇ ਆਪਾਂ ਫਾਈਂਡ ਕਰਨੇ ਆ n ਇਨਟੂ ਸਰਕਮਫਰੈਂਸ ਹਮੇਸ਼ਾ ਵਰਤਾਂਗੇ 2 ਪਾਈ r
ਪਾਈ ਦੀ ਵੈਲਿਊ ਸਭ ਨੂੰ ਪਤਾ 22/7 ਰੇਡੀਅਸ ਕੱਢ ਚੁੱਕੇ ਡਾਇਆਮੀਟਰ ਗਿਵਨ ਹੈ ਤਾਂ ਰੇਡੀਅਸ 70 ਸੈਂਟੀਮੀਟਰ ਆ ਗਿਆ ਬੱਚੇ ਰੇਡੀਅਸ ਜੇ ਸੈਂਟੀਮੀਟਰਾਂ 'ਚ ਤਾਂ ਇੱਧਰ ਵੀ ਸੈਂਟੀਮੀਟਰਾਂ 'ਚ ਹੋਣਾ ਚਾਹੀਦਾ ਜੋ ਆਪਾਂ 1100 ਮੀਟਰ ਕੱਢਿਆ ਉਹਨੂੰ ਮੈਂ ਗਾਹਾਂ 100 ਗੁਣਾ ਕਰਤਾ ਤਾਂ ਕਿ ਸੈਂਟੀਮੀਟਰ 'ਚ ਹੋ ਜੇ ਇਜ਼ ਇਕੁਅਲ ਟੂ ਨੰਬਰ ਆਫ ਰੈਵੋਲੂਸ਼ਨਸ n ਇੰਟੂ 2 ਪਾਈ 22/7 ਹੁੰਦਾ r ਦੀ ਵੈਲਿਊ 70 ਇੱਥੇ ਆਪਾਂ ਕੈਲਕੂਲੇਸ਼ਨ ਕਰ ਲਾਂਗੇ ਬੱਚੇ ਆਪਣਾ ਆਨਸਰ ਆ ਜਾਊਗਾ ਤਾਂ ਕੈਲਕੂਲੇਸ਼ਨ ਦੇਖੋ 7 ਤੇ 70 ਕੱਟਿਆ 10 ਆ ਗਿਆ ਉਧਰ 1 0 ਇਧਰੋਂ 1 0 ਕੱਟੀ ਗਈ ਉਧਰੋਂ 22 ਇਧਰ 22 ਇੰਟੂ 5 110 ਪਿੱਛੇ ਇੱਕ ਹੋਰ 0 ਤਾਂ 0 ਆ ਗਈ ਉਧਰ ਕੀ ਬਚ ਗਿਆ ਕੱਲਾ 2 ਬਚ ਗਿਆ 50 ਕੱਟਿਆ 25 ਰਹਿ ਗਿਆ ਤਾਂ ਇਧਰ ਕੱਲਾ ਨੰਬਰ ਆਫ ਰੈਵੋਲੂਸ਼ਨਸ 25 ਦੇ ਪਿੱਛੇ 1 0 ਨੰਬਰ ਆਫ ਰੈਵੋਲੂਸ਼ਨਸ ਵਿਲ ਬੀ 250 ਤਾਂ ਇਸ ਕੁਐਸਚਨ ਨੂੰ ਮੈਂ ਮਾੜਾ ਜਿਹਾ ਬਰੀਫ ਰਿਪੀਟ ਵੀ ਕਰ ਦਾਂਗਾ ਪਹਿਲਾਂ ਆਪਾਂ ਆਪਸ਼ਨ ਮਾਰਕ ਕਰਦੇ ਹਾਂ ਸੈਕੰਡ ਆਪਸ਼ਨ 250 ਐਗਜ਼ਾਮੀਨਰ ਕਹਿੰਦਾ ਇੱਕ ਵੀਲ ਦਾ ਡਾਇਆਮੀਟਰ 140 ਸੈਂਟੀਮੀਟਰ ਹੈ ਜਿੱਤੋਂ ਆਪਾਂ ਅੰਦਾਜ਼ਾ ਲਾ ਲਿਆ ਕਿ ਰੇਡੀਅਸ 70 ਸੈਂਟੀਮੀਟਰ ਹੋਊਗਾ ਤਾਂ ਉਹ ਕਹਿੰਦੇ 1 ਮਿੰਟ 'ਚ ਉਹ ਵੀਲ 1 ਮਿੰਟ 'ਚ ਕਿੰਨੀ ਵਾਰ ਘੁੰਮੇ ਕਿ ਉਹਦੀ ਸਪੀਡ 66 ਕਿਲੋਮੀਟਰ ਪਰ ਆਵਰ ਬਣੇ 66 ਕਿਲੋਮੀਟਰ ਪਰ ਆਵਰ ਦਾ ਮਤਲਬ 66 ਕਿਲੋਮੀਟਰ 1 ਘੰਟੇ 'ਚ ਘੰਟਿਆਂ ਤੋਂ ਮਿੰਟ ਬਣਾ ਲਏ ਕਿਲੋਮੀਟਰਾਂ ਤੋਂ ਮੀਟਰ ਬਣਾ ਲਏ 1 ਕਿਲੋਮੀਟਰ 'ਚ 1000 ਮੀਟਰ ਹੁੰਦੇ ਤਾਂ 66 ਦੇ ਵਿੱਚ 66000 ਮੀਟਰ ਤਾਂ ਆਪਾਂ 60 ਮਿੰਟ ਦੇ ਵਿੱਚ ਇੰਨਾ ਡਿਸਟੈਂਸ ਕਵਰ ਕਰਾਉਣਾ ਤਾਂ 1 ਮਿੰਟ ਦੇ ਵਿੱਚ 60 ਨਾਲ ਡਿਵਾਈਡ ਕਰਕੇ ਆ ਗਿਆ 1100 ਮੀਟਰ ਤਾਂ ਬੇਸਿਕਲੀ ਆਪਾਂ ਡਿਸਟੈਂਸ ਕਿਉਂਕਿ ਆਪਾਂ 1 ਮਿੰਟ ਦੇ ਵਿੱਚ ਰੈਵੋਲੂਸ਼ਨਸ ਕਾਊਂਟ ਕਰ ਰਹੇ ਨਾ ਨੰਬਰ ਆਫ ਰੈਵੋਲੂਸ਼ਨਸ ਪਰ ਮਿੰਟ ਤਾਂ 1 ਮਿੰਟ ਦਾ ਡਿਸਟੈਂਸ ਕੱਢ ਲਿਆ 1100 ਮੀਟਰ ਜੋ ਕਿ ਗਾਹਾਂ ਸੈਂਟੀਮੀਟਰਾਂ 'ਚ ਵੀ ਕਨਵਰਟ ਕੀਤਾ ਅੱਗੇ ਜਾ ਕੇ ਡਿਸਟੈਂਸ ਨਿਕਲਿਆ ਆ ਰੇਡੀਅਸ ਗਿਵਨ ਹੈ ਨੰਬਰ ਆਫ ਰੈਵੋਲੂਸ਼ਨਸ ਕੱਢਣਾ ਤਾਂ ਬੱਚੇ ਤੁਸੀਂ ਹਮੇਸ਼ਾ ਆ ਯਾਦ ਰੱਖਣਾ ਵੀਲਸ ਵਾਲੇ ਮਾਮਲੇ 'ਚ ਕਿ ਡਿਸਟੈਂਸ ਹਮੇਸ਼ਾ ਕਿਹਦੇ ਬਰਾਬਰ ਨੰਬਰ ਆਫ ਰੈਵੋਲੂਸ਼ਨਸ ਇਨਟੂ ਸਰਕਮਫਰੈਂਸ ਡਿਸਟੈਂਸ ਭਰਤਾ ਸਰਕਮਫਰੈਂਸ 'ਚ 2 ਪਾਈ r 2 ਪਾਈ ਦੀ ਵੈਲਿਊ 22/7 ਰੇਡੀਅਸ ਕੱਢ ਚੁੱਕੇ n ਦੀ ਵੈਲਿਊ ਨੰਬਰ ਆਫ ਰੈਵੋਲੂਸ਼ਨਸ ਨਿਕਲੇ ਹੋਣਗੇ ਤਾਂ ਇਹ ਆਪਣਾ ਪੰਜਾਬ ਦੇ ਪੁਰਾਣੇ ਪੇਪਰ ਦਾ ਕੁਐਸਚਨ ਹੈ ਇਹਦੇ ਨਾਲ ਦੇ ਜਿਹੜੇ ਮੈਂ ਹੁਣ 2-3 ਕੁਐਸਚਨ ਲੈ ਕੇ ਆਇਆ ਉਹਨਾਂ ਚੋਂ ਇੱਕ ਕੁਐਸਚਨ ਮੈਂ ਕੀ ਲੈ ਕੇ ਆਇਆ ਜਿਹਦੇ ਵਿੱਚ ਸਾਨੂੰ ਨੰਬਰ ਆਫ ਰੈਵੋਲੂਸ਼ਨਸ ਗਿਵਨ ਹੋਣਗੇ ਸਪੀਡ ਪੁੱਛੀ ਹੋਊਗੀ ਬਿਲਕੁਲ ਸੇਮ ਕੁਐਸਚਨ ਲੈ ਕੇ ਆਇਆ ਉਲਟਾ ਨੰਬਰ ਆਫ ਰੈਵੋਲੂਸ਼ਨਸ ਗਿਵਨ ਹੋਣਗੇ ਸਪੀਡ ਪੁੱਛੀ ਹੋਊਗੀ ਤਾਂ ਤੁਸੀਂ ਬੜੇ ਆਰਾਮ ਨਾਲ ਦੇਖਿਓ ਕਿਵੇਂ ਨਿਕਲਦਾ ਉਹ ਲੈ ਕੇ ਆਇਆ ਉਸ ਤੋਂ ਪਹਿਲਾਂ ਮੇਰੇ ਖਿਆਲ 'ਚ ਇੱਕ ਹੋਰ ਕੁਐਸਚਨ ਹੈ ਫਿਰ ਉਹ ਕੁਐਸਚਨ ਆਊਗਾ ਹਾਂਜੀ ਅ ਵੀਲ ਮੇਕਸ 1000 revolutions in covering a distance of 88 ਕਿਲੋਮੀਟਰ find the radius of the wheel ਐਗਜ਼ਾਮੀਨਰ ਕਹਿੰਦਾ ਇੱਕ ਵੀਲ 88 ਕਿਲੋਮੀਟਰ ਦਾ ਡਿਸਟੈਂਸ ਕਵਰ ਕਰਦਾ ਹੈ 1000 ਰੈਵੋਲੂਸ਼ਨਸ ਦੇ ਵਿੱਚ ਤਾਂ ਉਹਦਾ ਰੇਡੀਅਸ ਦੱਸੋ ਤਾਂ ਬੱਚੇ ਤੁਸੀਂ ਕੀ ਯਾਦ ਰੱਖਣਾ ਤੁਸੀਂ ਉਹੀ ਯਾਦ ਰੱਖਣਾ ਜਿਹੜਾ ਪਿਛਲੀ ਸਲਾਈਡ ਤੇ ਦੱਸ ਕੇ ਹਟਿਆ ਕਿ ਡਿਸਟੈਂਸ ਇਜ਼ ਇਕੁਅਲ ਟੂ ਨੰਬਰ ਆਫ ਰੈਵੋਲੂਸ਼ਨਸ ਇਨਟੂ ਸਰਕਮਫਰੈਂਸ ਤਾਂ ਅਗਲੇ ਕੁਐਸਚਨ ਦੇ ਵਿੱਚ ਵੀਲਸ ਵਾਲੇ ਸਾਰੇ ਕੁਐਸਚਨਾਂ 'ਚ ਉਹੀ ਤਾਂ ਡਿਸਟੈਂਸ ਹਮੇਸ਼ਾ ਕਿਹਦੇ ਬਰਾਬਰ ਨੰਬਰ ਆਫ ਰੈਵੋਲੂਸ਼ਨਸ ਇਨਟੂ ਸਰਕਮਫਰੈਂਸ ਨੂੰ ਮੈਂ 2 ਪਾਈ r ਲਿਖਤਾ ਤਾਂ ਸਾਨੂੰ ਡਿਸਟੈਂਸ ਗਿਵਨ ਹੈ ਕਿਲੋਮੀਟਰਾਂ ਦੇ ਵਿੱਚ ਨੰਬਰ ਆਫ ਰੈਵੋਲੂਸ਼ਨਸ ਗਿਵਨ ਨੇ 2 ਪਾਈ r ਪਾਈ ਦੀ ਵੈਲਿਊ 22/7 ਭਰ ਦਾਂਗੇ ਰੇਡੀਅਸ ਬੱਚੇ ਕਿਉਂਕਿ ਆਪਾਂ ਰੇਡੀਅਸ ਜਿਹੜਾ ਫਾਈਂਡ ਕਰਨਾ ਉਹ ਸਾਰੇ ਆਪਸ਼ਨ ਆਪਣੇ ਮੀਟਰਾਂ ਦੇ ਵਿੱਚ ਨੇ ਨਾ ਰੇਡੀਅਸ ਆਪਾਂ ਮੀਟਰਸ ਦੇ ਵਿੱਚ ਫਾਈਂਡ ਕਰਨਾ ਤਾਂ ਡਿਸਟੈਂਸ ਵੀ ਮੀਟਰਾਂ 'ਚ ਲਵਾਂਗੇ ਡਿਸਟੈਂਸ 88 ਕਿਲੋਮੀਟਰ ਹੈ ਤਾਂ 1000 ਗੁਣਾ ਕਰਕੇ ਮੀਟਰਾਂ 'ਚ ਹੋ ਗਿਆ ਆਹ ਡਿਸਟੈਂਸ ਮੀਟਰਾਂ ਦੇ ਵਿੱਚ ਇਜ਼ ਇਕੁਅਲ ਟੂ ਨੰਬਰ ਆਫ ਰੈਵੋਲੂਸ਼ਨਸ 1000 ਇੰਟੂ 2 ਪਾਈ r 2 ਪਾਈ ਦੀ ਵੈਲਿਊ 22/7 ਇੰਟੂ r ਆਪਣਾ ਇੱਥੋਂ ਨਿਕਲ ਆਊਗਾ ਬੱਚੇ r ਜਿਹੜਾ ਆਪਣਾ ਨਿਕਲ ਆਊਗਾ ਆ ਹੇਠਲਾ 7 ਦੇਖੋ ਹੇਠਲਾ 7 ਨਾ ਤਾਂ 22 ਨਾਲ ਕੱਟਿਆ ਜਾਂਦਾ ਨਾ 2 ਨਾਲ ਕੱਟਿਆ ਜਾਂਦਾ ਨਾ 1000 ਨਾਲ ਕੱਟਿਆ ਜਾਂਦਾ ਆਪਣਾ 7 ਕੱਟਿਆ ਨਹੀਂ ਨਾ ਜਾਂਦਾ ਕਿਸੇ ਨਾਲ ਤਾਂ 7 ਓਬਵੀਅਸਲੀ ਰੇਡੀਅਸ ਦੇ ਨਾਲ ਕੱਟਿਆ ਜਾਊਗਾ ਕਿਉਂਕਿ ਇੱਧਰ ਤਾਂ ਕੋਈ ਥੱਲੇ 7 ਨਹੀਂ ਹੈਗਾ ਤਾਂ ਓਬਵੀਅਸਲੀ ਉਹ 7 ਰੇਡੀਅਸ ਨਾਲ ਕੱਟਿਆ ਜਾਊਗਾ ਕਹਿਣ ਦਾ ਮਤਲਬ ਰੇਡੀਅਸ ਸਾਡਾ 7 ਦਾ ਮਲਟੀਪਲ ਹੋਊਗਾ ਤਾਂ ਰੇਡੀਅਸ ਸਾਡਾ 7 ਦਾ ਮਲਟੀਪਲ ਜੇ ਇੱਕੋ ਹੀ ਆਪਸ਼ਨ ਹੈ ਤਾਂ ਮਾਰਕ ਕਰ ਦਿਓ ਇੱਧਰ ਉੱਧਰ ਝਾਕਣ ਦੀ ਜਮਾ ਲੋੜ ਨਹੀਂ ਹੈਗੀ 14 ਮੀਟਰ ਆਨਸਰ ਆ ਗਿਆ ਸਾਨੂੰ ਪਤਾ ਇੱਧਰ ਕੋਈ ਥੱਲੇ 7 ਨਹੀਂ ਹੈਗਾ ਤਾਂ ਉੱਧਰ ਜਿਹੜਾ ਥੱਲੇ 7 ਹੈ ਉਹ ਕੈਂਸਲ ਹੋਊਗਾ ਇਹਨਾਂ ਤਿੰਨਾਂ ਨਾਲ ਨਹੀਂ ਹੁੰਦਾ ਤਾਂ ਰੇਡੀਅਸ ਨਾਲ ਹੋਊ ਮਤਲਬ ਰੇਡੀਅਸ ਸਾਡਾ 7 ਦਾ ਮਲਟੀਪਲ ਨਿਕਲੂਗਾ ਜੇ ਵੈਸੇ ਕੈਲਕੂਲੇਸ਼ਨ ਕਰਨ ਦਾ ਬਾਹਲਾ ਸ਼ੌਂਕ ਹੈ ਆਪਾਂ ਨੂੰ ਤਾਂ ਬੱਚੇ 1000 ਨਾਲ 1000 ਕੈਂਸਲ ਹੋ ਗਿਆ 22 ਇੰਟੂ 2 44 44 ਦਾ 2 ਗੁਣਾ 88 ਤਾਂ 2 ਬਚ ਗਿਆ 7 ਥੱਲੇ ਹੈ ਤਾਂ ਰੇਡੀਅਸ ਆ ਗਿਆ 7 ਗੁਣਾ 2 14 ਮੀਟਰ ਤਾਂ ਬੱਚੇ ਇਹ ਆਪਣਾ ਆਨਸਰ ਵੀ ਆ ਗਿਆ ਜੇ ਕੈਲਕੂਲੇਸ਼ਨ ਕਰਨੀ ਨਹੀਂ ਤਾਂ ਲੋੜ ਨਹੀਂ ਸੀ ਹੈਗੀ ਆਨਸਰ ਪਤਾ ਲੱਗ ਗਿਆ ਸੀ 14 ਮੀਟਰ ਆਊਗਾ 7 ਦਾ ਮਲਟੀਪਲ ਤਾਂ ਹਮੇਸ਼ਾ ਇਹ ਧਿਆਨ ਦੇ ਵਿੱਚ ਰੱਖਣਾ ਮੈਂ ਉਮੀਦ ਕਰਦਾ ਅੱਛਾ ਮੈਂ ਕਲਾਸ ਰੋਕ ਕੇ ਇੱਕ ਗੱਲ ਦੱਸਦਾ ਮਤਲਬ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਹੁਣ ਵੀ ਕਮੈਂਟ ਕਰ ਦਿਓ ਜਿਹੜੇ ਬੱਚੇ ਮਗਰੋਂ ਵੀਡੀਓ ਨੂੰ ਦੇਖਣਗੇ ਉਹ ਮਗਰੋਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਗੱਲ ਜ਼ਰੂਰ ਦੱਸਿਓ ਜਿਹੜੇ ਬੱਚੇ ਖਾਸ ਕਰਕੇ ਰੈਗੂਲਰ ਕਲਾਸਿਸ ਇਹ ਅਟੈਂਡ ਕਰ ਰਹੇ ਨੇ
ਮੇਰੀ ਕਲਾਸ ਦੇ ਵਿੱਚ ਪੜਾਉਣ ਲੱਗਿਆ ਸਪੀਡ ਦੇ ਬਾਰੇ ਸਾਰੇ ਬੱਚਿਆਂ ਨੂੰ ਠੀਕ ਲੱਗਦੀ ਹੈ ਸਪੀਡ ਜਾਂ ਮੈਂ ਤੇਜ਼ ਪੜ੍ਹਾ ਰਿਹਾ, ਇਹਦੇ ਬਾਰੇ ਜੋ ਰਿਵਿਊ ਹੈ ਪਲੀਜ਼ ਕਮੈਂਟ ਸੈਕਸ਼ਨ 'ਚ ਦੱਸਦੇ ਜਾਇਓ, ਮੈਂ ਥੋੜਾ ਜਿਹਾ ਧਿਆਨ ਰੱਖ ਲੂੰਗਾ। ਮੈਂ ਆਮ ਤੌਰ ਤੇ ਜਿਹੜੀਆਂ ਤੁਸੀਂ ਡੇਲੀ ਮੇਰੀਆਂ ਕਲਾਸਿਸ ਕੁਆਂਟਸ ਦੀਆਂ ਦੇਖ ਰਹੇ ਹੋ, ਮੈਂ ਘੰਟੇ ਦੇ ਵਿੱਚ 19 ਤੋਂ 20 ਕੁਐਸਚਨਸ ਕਰਵਾਉਣਾ। ਤਾਂ ਜੇ ਕਿਸੇ ਬੱਚੇ ਨੂੰ ਲੱਗਦਾ ਕਿ ਮੇਰੀ ਸਪੀਡ ਥੋੜੀ ਜਿਹੀ ਤੇਜ਼ ਆ, ਮੈਂ ਸਪੀਡ ਸਲੋ ਕਰ ਲੂੰਗਾ, ਤਾਂ ਇਹੀ 19-20 ਕੁਐਸਚਨ ਸਵਾ ਘੰਟੇ 1 ਘੰਟੇ 20-25 ਮਿੰਟ 'ਚ ਹੋ ਜਾਣਗੇ, ਜਾਂ ਘੰਟੇ 'ਚ ਆਪਾਂ 19-20 ਦੀ ਥਾਂ ਤੇ 16-17 ਕੁਐਸਚਨਸ ਕਰ ਲਾਂਗੇ। ਪਰ ਸਪੀਡ ਓਨੀ ਰੱਖੂੰਗਾ ਜਿੰਨੀ ਤੁਹਾਨੂੰ ਸਮਝ ਆਊਗੀ। ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੱਸਦੇ ਜਾਇਓ ਕਿ ਸਪੀਡ ਠੀਕ ਆ, ਇੰਨੀ ਸਪੀਡ ਤੇ ਜੇ ਆਪਾਂ ਘੰਟੇ 'ਚ 20-20 ਕੁਐਸਚਨ ਕਰ ਰਹੇ ਹਾਂ, ਸਮਝ ਆ ਰਹੇ ਨੇ, ਇਹ ਪਲੀਜ਼ ਦੱਸਦੇ ਜਾਇਓ। ਹਾਂਜੀ ਬੱਚੇ, ਅਗਲਾ ਕੁਐਸਚਨ ਦੇਖੋ। ਇਫ ਦਾ wheel of the bus which is 90 centimeter in diameter, ਸਾਨੂੰ diameter 90 centimeter ਦਿੱਤਾ, ਤਾਂ ਮਤਲਬ ਨਾਲ ਦੀ ਨਾਲ ਦਿਮਾਗ 'ਚ ਆ ਜਾਊ ਕਿ radius 45 centimeter ਹੈ, makes 210 revolutions per minute, then find the speed of the bus in kilometer per hour of the nearest to the nearest integer। to the nearest integer ਦਾ ਮਤਲਬ ਸਾਡਾ ਆਪਸ਼ਨ ਡੈਸੀਮਲ ਚ ਆਊਗਾ, ਪੁਆਇੰਟਾਂ ਚ ਆਊਗਾ, ਆਪਾਂ ਉਹਦੇ ਨੇੜਲਾ ਆਪਸ਼ਨ ਮਾਰਕ ਕਰਨਾ ਹੈਗਾ। ਤਾਂ ਆਪਸ਼ਨ ਆਪਣੇ 25 30 36 40 ਦਿਖ ਰਹੇ ਨੇ। ਤਾਂ ਬੱਚੇ ਐਗਜ਼ਾਮੀਨਰ ਕਹਿੰਦਾ ਕਿ ਇੱਕ ਬੱਸ ਦਾ ਵੀਲ ਹੈ ਜਿਹਦਾ ਰੇਡੀਅਸ 45 ਸੈਂਟੀਮੀਟਰ ਹੈ, ਰੇਡੀਅਸ ਗਿਵਨ ਹੈ ਸਾਨੂੰ, ਉਹ 1 ਮਿੰਟ ਦੇ ਵਿੱਚ 210 ਰੈਵੋਲੂਸ਼ਨਸ ਕਵਰ ਕਰਦਾ ਹੈ। ਤਾਂ ਬੱਚੇ ਡਿਸਟੈਂਸ ਫਾਈਂਡ ਕਰਦੇ ਆ ਆਪਾਂ, ਡਿਸਟੈਂਸ ਕਿੰਨੇ ਟਾਈਮ ਦਾ, ਇਨ 1 ਮਿੰਟ, ਕਿਉਂਕਿ ਆਪਾਂ ਨੂੰ ਨੰਬਰ ਆਫ ਰੈਵੋਲੂਸ਼ਨਸ ਜਿਹੜੇ 210 ਦਿੱਤੇ ਹੋਏ ਨੇ ਉਹ 1 ਮਿੰਟ ਦੇ ਵਿੱਚ 210 ਰੈਵੋਲੂਸ਼ਨਸ ਨੇ। ਤਾਂ 210 ਰੈਵੋਲੂਸ਼ਨਸ ਦੇ ਨਾਲ ਜਿੰਨਾ ਵੀ ਡਿਸਟੈਂਸ ਬਣੂਗਾ 1 ਮਿੰਟ ਦਾ ਹੋਊਗਾ। ਤਾਂ 1 ਮਿੰਟ ਦਾ ਡਿਸਟੈਂਸ ਹੁੰਦਾ ਬੱਚੇ ਨੰਬਰ ਆਫ ਰੈਵੋਲੂਸ਼ਨਸ ਇਨਟੂ ਸਰਕਮਫਰੈਂਸ 2 ਪਾਈ ਆਰ, ਆਰ ਦੀ ਵੈਲਿਊ 45 ਹੈ। ਤਾਂ 7 ਤੇ 210 ਕੱਟਿਆ ਗਿਆ 30 ਆ ਗਿਆ, ਇਹਨੂੰ ਮਲਟੀਪਲਾਈ ਕਰਕੇ ਸਾਡਾ ਡਿਸਟੈਂਸ ਆ ਜਾਊਗਾ। ਸਾਡਾ ਡਿਸਟੈਂਸ ਕਿੰਨਾ ਆ ਜਾਊਗਾ, 22 45 990 1980 00 198 200 59400, ਮੇਰੇ ਖਿਆਲ 'ਚ ਇੰਨਾ ਆ ਗਿਆ 59400। ਇਹ ਕਿਉਂਕਿ ਸਾਡਾ ਰੇਡੀਅਸ ਸੈਂਟੀਮੀਟਰਾਂ ਦੇ ਵਿੱਚ, ਤਾਂ ਇਹ ਸੈਂਟੀਮੀਟਰਾਂ ਦੇ ਵਿੱਚ ਆ ਗਿਆ। ਇੰਨਾ ਡਿਸਟੈਂਸ 1 ਮਿੰਟ ਦੇ ਵਿੱਚ ਹੈ, ਇੰਨਾ ਡਿਸਟੈਂਸ 1 ਮਿੰਟ ਦੇ ਵਿੱਚ ਹੈ। ਤਾਂ ਆਪਾਂ ਕੀ ਫਾਈਂਡ ਕਰਨਾ ਹੈ, ਸਪੀਡ ਫਾਈਂਡ ਕਰਨੀ ਹੈ ਕਿਲੋਮੀਟਰ ਪਰ ਆਵਰ ਦੇ ਵਿੱਚ। ਤਾਂ ਇੱਕ ਘੰਟੇ 'ਚ ਕਿੰਨੇ ਕਿਲੋਮੀਟਰ ਹੈ ਇਹ ਫਾਈਂਡ ਕਰਨਾ। ਤਾਂ ਪਹਿਲਾਂ ਆਪਾਂ ਸੈਂਟੀਮੀਟਰਾਂ 'ਚ ਚਲਾ ਲੈਂਦੇ ਹਾਂ ਬੱਚੇ। ਆਹ ਕੈਲਕੂਲੇਸ਼ਨ ਆਪਣੀ ਧਿਆਨ ਨਾਲ ਦੇਖ ਲਿਓ, ਮੈਂ ਗਲਤ ਨਾ ਕੀਤੀ ਹੋਵੇ। 9 8 8 24 ਇਹੀ ਠੀਕ ਹੈ, 59400 ਠੀਕ ਹੈ 1 ਮਿੰਟ 'ਚ। ਤਾਂ 1 ਘੰਟੇ 'ਚ ਕਿੰਨਾ ਹੋਊਗਾ, 60 ਗੁਣਾ ਕਰਕੇ, ਮੈਂ ਮਾਰਕਰ ਦਾ ਰੰਗ ਚੇਂਜ ਕਰਕੇ ਲਿਖਦਾ। ਆਹ ਆਪਾਂ ਕੈਲਕੂਲੇਟ ਕਰ ਲਿਆ, ਇੰਨਾ ਜਿਹੜਾ ਡਿਸਟੈਂਸ ਆ ਗਿਆ ਇਹ 1 ਮਿੰਟ ਦਾ ਆ ਗਿਆ। ਆਪਾਂ ਸਪੀਡ 1 ਘੰਟੇ 'ਚ ਕਿੰਨੇ ਕਿਲੋਮੀਟਰ ਫਾਈਂਡ ਕਰਨਾ, ਤਾਂ 60 ਗੁਣਾ। ਤਾਂ ਬੱਚੇ 60 ਗੁਣਾ ਹੀ ਇੱਧਰ ਹੋ ਜਾਊਗਾ। ਤਾਂ ਇੱਧਰ ਕਿੰਨਾ ਆ ਗਿਆ, 59400 ਇੰਟੂ 60, ਇੰਨੇ ਸੈਂਟੀਮੀਟਰ ਆ ਗਿਆ। ਇੰਨੇ ਸੈਂਟੀਮੀਟਰ ਇਨ 1 ਆਵਰ, ਇਹਨੂੰ ਆਪਾਂ 1 ਘੰਟਾ ਬਣਾਤਾ। ਤਾਂ ਆਪਾਂ ਕਿਲੋਮੀਟਰ 'ਚ ਕਨਵਰਟ ਕਰਨਾ, ਤਾਂ 100 ਨਾਲ ਡਿਵਾਈਡ ਕਰਕੇ ਮੀਟਰ ਬਣ ਗਿਆ, 1000 ਨਾਲ ਡਿਵਾਈਡ ਕਰਕੇ ਕਿਲੋਮੀਟਰ ਬਣ ਗਿਆ। ਤਾਂ 0000 ਆ 0 ਨਾਲ 0, ਤਾਂ ਥੱਲੇ 00 ਰਹਿ ਗਈ, ਉੱਪਰ ਕੀ ਆ ਗਿਆ, ਮੇਰੇ ਖਿਆਲ 'ਚ 36 ਆਨਸਰ ਆ ਜਾਊਗਾ। ਜੇ 594 ਦੀ ਥਾਂ ਤੇ 600 ਹੁੰਦਾ, ਮਾੜਾ ਜਿਹਾ ਫਰਕ ਪਾਇਆ, 600 ਹੁੰਦਾ, ਤਾਂ 0000 ਕੱਟੀ ਗਈ, 6 ਗੁਣਾ 6 36, 36 ਆਨਸਰ ਆ ਜਾਂਦਾ ਬੱਚੇ ਆਪਣਾ। ਹੁਣ ਜੇ ਤੁਸੀਂ ਕੈਲਕੂਲੇਟ ਕਰੋਗੇ ਤਾਂ 6 × 3000 94 6 36 564 3564, ਤਾਂ 3564 ਥੱਲੇ 00 ਤਾਂ 35.64 ਕਿਲੋਮੀਟਰ ਪਰ ਆਵਰ। ਤਾਂ ਆਪਾਂ ਨੀਅਰੈਸਟ ਇੰਟੀਜਰ ਤੱਕ ਦੱਸਣੀ ਹੈ, ਤਾਂ ਆਨਸਰ ਵਿਲ ਬੀ 36 ਕਿਲੋਮੀਟਰ ਪਰ ਆਵਰ। ਤਾਂ ਬੱਚੇ ਆਪਾਂ ਕੀ ਕੀਤਾ, ਸਾਨੂੰ ਐਗਜ਼ਾਮੀਨਰ ਕਹਿੰਦਾ ਇੱਕ ਵੀਲ ਦਾ ਡਾਇਆਮੀਟਰ 90 ਸੈਂਟੀਮੀਟਰ, ਤਾਂ ਆਪਾਂ ਦੇਖ ਲਿਆ ਕਿ ਰੇਡੀਅਸ 45 ਹੋਊਗਾ। ਉਹ ਵੀਲ 1 ਮਿੰਟ 'ਚ 210 ਰੈਵੋਲੂਸ਼ਨਸ ਕਵਰ ਕਰਦਾ ਹੈ। ਰੇਡੀਅਸ ਦਿੱਤਾ, ਨੰਬਰ ਆਫ ਰੈਵੋਲੂਸ਼ਨਸ ਗਿਵਨ ਨੇ 1 ਮਿੰਟ ਦੇ, ਤਾਂ ਆਪਾਂ ਡਿਸਟੈਂਸ ਕੱਢ ਲਾਂਗੇ 1 ਮਿੰਟ ਦਾ। 1 ਮਿੰਟ ਦਾ ਡਿਸਟੈਂਸ ਕਿੰਨਾ ਆ ਗਿਆ, ਨੰਬਰ ਆਫ ਰੈਵੋਲੂਸ਼ਨਸ ਇਨਟੂ ਸਰਕਮਫਰੈਂਸ, ਤਾਂ ਉਹ ਆ ਗਿਆ 1 ਮਿੰਟ ਦਾ ਡਿਸਟੈਂਸ। ਆਹ 1 ਮਿੰਟ ਦਾ ਡਿਸਟੈਂਸ ਹੈ। ਆਪਾਂ ਸਪੀਡ ਫਾਈਂਡ ਕਰਨੀ ਹੈ ਬੱਚੇ ਕਿਲੋਮੀਟਰ ਪਰ ਆਵਰ ਦੇ ਵਿੱਚ। ਤਾਂ ਸਪੀਡ ਕਿਲੋਮੀਟਰਸ ਪਰ ਆਵਰ, 1 ਘੰਟੇ 'ਚ ਕਿੰਨੇ ਕਿਲੋਮੀਟਰ, ਤਾਂ 1 ਮਿੰਟ ਦਾ ਡਿਸਟੈਂਸ ਇੰਨਾ, ਤਾਂ ਘੰਟੇ ਦਾ ਡਿਸਟੈਂਸ ਕੱਢਣ ਲਈ 60 ਗੁਣਾ, ਤਾਂ ਇੱਧਰ ਵੀ 60 ਗੁਣਾ ਹੋ ਗਿਆ ਡਿਸਟੈਂਸ। ਆਹ ਸਾਰਾ 60 ਗੁਣਾ ਹੋ ਗਿਆ ਡਿਸਟੈਂਸ ਸੈਂਟੀਮੀਟਰਾਂ ਦੇ ਵਿੱਚ। ਆਪਾਂ ਕਿਲੋਮੀਟਰਾਂ 'ਚ ਦੇਖਣਾ, ਤਾਂ ਡਿਵਾਈਡ ਬਾय 100 ਕੀਤਾ ਮੀਟਰ, ਡਿਵਾਈਡ ਬਾय 1000 ਕੀਤਾ ਕਿਲੋਮੀਟਰ। ਤਾਂ ਆਪਣਾ ਆਨਸਰ ਆ ਗਿਆ 35.64। ਆਪਾਂ ਟੂ ਦਾ ਨੀਅਰੈਸਟ ਇੰਟੀਜਰ ਦੱਸਣਾ ਸੀ, ਤਾਂ 36 ਆਨਸਰ ਆ ਗਿਆ ਬੱਚੇ ਆਪਣਾ। ਇਹ ਵੀਲਸ ਵਾਲਾ ਸਭ ਤੋਂ ਕੰਪਲੀਕੇਟਿਡ ਕੁਐਸਚਨ ਹੋਊਗਾ ਮੈਨੂੰ ਲੱਗਦਾ। ਵੀਲਸ ਵਾਲੇ ਕੁਐਸਚਨ ਦੀ ਕਾਫੀ ਬੱਚਿਆਂ ਨੇ ਪ੍ਰੈਕਟਿਸ ਕੀਤੀ ਹੋਣੀ ਹੈ,
ਜਿੱਥੋਂ ਜਿੱਥੋਂ ਵੀ ਤੁਸੀਂ ਸਿਲੇਬਸ ਕੀਤਾ ਓਬਵੀਅਸਲੀ ਵੀਲਸ ਵਾਲੇ ਕੁਐਸਚਨ ਕੀਤੇ ਹੋਣਗੇ। ਇਹ ਆਪਣੇ ਆਪ 'ਚ ਥੋੜੇ ਜਿਹੇ ਟਿਪੀਕਲ ਕੁਐਸਚਨਸ ਨੇਗੇ, ਥੋੜੇ ਜਿਹੇ ਲੈਂਥੀ ਜਾਂ ਟਫ ਜੋ ਮਰਜ਼ੀ ਕਹਿ ਲਓ, ਈਜ਼ੀ ਕੁਐਸਚਨਸ ਨਹੀਂ ਹੈਗੇ ਕਿ ਇੱਕ ਲਾਈਨ 'ਚ ਆਨਸਰ ਆ ਗਿਆ। ਥੋੜਾ ਜਿਹਾ ਦੇਖਣਾ ਪੈ ਰਿਹਾ, ਥੋੜੀ ਜਿਹੀ ਕੈਲਕੂਲੇਸ਼ਨ ਕਰਨੀ ਪੈ ਰਹੀ ਆ। ਤਾਂ ਇਹੋ ਜਿਹੇ ਕੁਐਸਚਨ ਪੰਜਾਬ ਦੇ ਪੇਪਰਾਂ 'ਚ ਪੁੱਛੇ ਜਾ ਰਹੇ ਨੇ, ਪੁੱਛੇ ਗਏ ਨੇ, ਪੁੱਛੇ ਜਾਣ ਦੇ ਚਾਂਸਿਸ ਨੇ। ਸੋ ਥੋੜਾ ਜਿਹਾ ਸੀਰੀਅਸਲੀ ਕਰਨਾ ਹੈ। ਇਹੋ ਜਿਹੀ ਕੈਲਕੂਲੇਸ਼ਨ ਪੇਪਰਾਂ 'ਚ ਆ ਰਹੀ ਹੈ, ਕੈਲਕੂਲੇਸ਼ਨ ਨੂੰ ਥੋੜਾ ਜਿਹਾ ਸੀਰੀਅਸਲੀ ਕੰਸੀਡਰ ਕਰਦੇ ਹੋਏ ਪ੍ਰੈਕਟਿਸ ਕਰਨੀ ਹੈ। ਅੱਗੇ ਆ ਜਾਓ ਬੱਚੇ, ਹੈਂਡਸ ਐਂਡ ਕਾਊਜ਼ ਵਾਲਾ ਕੋਈ ਕੁਐਸਚਨ ਪੁੱਛ ਰਿਹਾ ਸੀ ਬੱਚਾ ਕਮੈਂਟ ਸੈਕਸ਼ਨ ਦੇ ਵਿੱਚ। In a farm there are cows and hens. If heads are counted there are 180, if legs are counted there are 420, the number of cows in the farm is। ਬੱਚੇ ਐਗਜ਼ਾਮੀਨਰ ਕਹਿੰਦਾ ਵੀ ਇੱਕ ਕੋਈ ਬੰਦਾ ਹੈਗਾ, ਉਹਦਾ ਇੱਕ ਫਾਰਮ ਪਾਇਆ ਹੋਇਆ ਹੈਗਾ, ਉਹ ਫਾਰਮ ਦੇ ਵਿੱਚ ਉਹਨੇ ਕੁਛ ਮੱਝਾਂ ਰੱਖੀਆਂ ਨੇ, ਕੁਛ ਮੁਰਗੇ ਰੱਖੇ ਨੇ, ਕੁਛ ਉਹਦੇ ਕੋਲ ਹੈਂਜ਼ ਨੇ, ਕੁਛ ਉਹਦੇ ਕੋਲ ਕਾਊਜ਼ ਨੇ। ਉਹ ਮੰਨ ਲਓ ਕਿ ਬੰਦਾ ਅੰਨਾ ਹੈਗਾ, ਉਹਦੇ ਫਾਰਮ ਦੇ ਵਿੱਚ ਹੈਂਜ਼ ਐਂਡ ਕਾਊਜ਼ ਇਕੱਠੀ ਭੱਜਦੇ ਫਿਰਦੇ ਨੇ, ਬੰਦਾ ਅੰਨਾ ਹੈ। ਅੰਨਾ ਹੋਣ ਕਰਕੇ ਉਹ ਗਿਣ ਨਹੀਂ ਸਕਦਾ ਵੀ ਭਾਈ ਇੰਨੇ ਹੈਨ ਨੇ, ਇੰਨੀਆਂ ਕਾਊਜ਼ ਨੇ, ਉਹ ਗਿਣ ਨਹੀਂ ਸਕਦਾ। ਤਾਂ ਉਹ ਵਿਚਾਰੇ ਨੇ ਕੀ ਕੀਤਾ, ਉਹਨੇ ਸਾਰੇ ਜਾਨਵਰ ਇੱਕ ਲਾਈਨ 'ਚ ਖੜੇ ਕਰ ਲਏ, ਸਾਰਿਆਂ ਦੇ ਸਿਰ ਗਿਣ ਲਏ। ਸਿਰ ਗਿਣ ਕੇ ਉਹਨੇ ਲਾਇਆ ਹਿਸਾਬ ਵੀ ਹੈਡ ਆ ਗਏ 180। ਫਿਰ ਉਹਨੇ ਸਾਰਿਆਂ ਦੀਆਂ ਲੱਤਾਂ ਗਿਣ ਲੀਆਂ, ਲੱਤਾਂ ਆ ਗਈਆਂ 420। ਬਸ ਆਹ ਡਾਟਾ ਹੈ ਉਹਦੇ ਕੋਲ। ਉਹ ਬਾਈ ਨੇ ਕੀ ਕੀਤਾ, ਸਾਰੇ ਜਾਨਵਰ ਹੈਂਸ ਤੇ ਕਾਊਜ਼ ਹੀ ਨੇ, ਹੋਰ ਕੁਛ ਨਹੀਂ ਹੈਗਾ। ਸਾਰਿਆਂ ਦੇ ਸਿਰ ਗਿਣੇ ਤਾਂ ਸਿਰ ਆ ਗਏ 180, ਸਾਰਿਆਂ ਦੀਆਂ ਲੱਤਾਂ ਗਿਣ ਲਿਆ, ਲੱਤਾਂ ਆ ਗਈਆਂ 420। ਤਾਂ ਐਗਜ਼ਾਮੀਨਰ ਕਹਿੰਦਾ ਬਸ ਇੰਨੀ ਕੁ ਜਾਣਕਾਰੀ ਹੈ, ਦੱਸੋ ਕਿੰਨੇ ਹੈਂਸ ਨੇ, ਕਿੰਨੀਆਂ ਕਾਊਜ਼ ਨੇ। ਇਸ ਕੁਐਸਚਨ 'ਚ ਸਾਨੂੰ ਕਾਊਜ਼ ਪੁੱਛੀਆਂ ਨੇ। ਬੱਚੇ ਦੇਖੋ ਹੈਡਸ ਆ ਗਏ 180, ਪਹਿਲਾਂ ਆਪਾਂ ਹੈਡਸ ਤੇ ਧਿਆਨ ਦੇਣਾ। ਸਿਰ 180 ਆ ਗਏ। ਜੇ ਸਿਰਾਂ ਦੀ ਗੱਲ ਕਰੀਏ, ਜੇ ਆਪਾਂ ਮੁਰਗੇ ਦੀ ਗੱਲ ਕਰਦੇ ਹਾਂ ਤਾਂ ਇੱਕ ਮੁਰਗੇ ਕੋਲ ਕਿੰਨੇ ਸਿਰ ਹੁੰਦੇ ਆ? ਇੱਕੋ ਹੀ ਸਿਰ ਹੁੰਦਾ। ਇੱਕ ਕਾਓ ਕੋਲ ਕਿੰਨੇ ਸਿਰ ਹੁੰਦੇ ਆ? ਉਹਦੇ ਕੋਲ ਵੀ ਇੱਕੋ ਹੀ ਸਿਰ ਹੁੰਦਾ। ਸੋ ਇਹਦਾ ਮਤਲਬ ਜਿਹੜਾ ਮਰਜ਼ੀ ਐਨੀਮਲ ਹੈ, ਇੱਧਰ ਹੈਨ ਹੈ, ਇੱਧਰ ਕਾਓ ਹੈ, ਸਾਰਿਆਂ ਕੋਲ ਇੱਕੋ ਹੀ ਸਿਰ ਹੋਊਗਾ। ਸੋ 180 ਹੈਡਸ ਦਾ ਮਤਲਬ 180 ਐਨੀਮਲਸ ਨੇ। ਉਹ ਸਾਰੇ ਹੈਂਸ ਤੇ ਕਾਊਜ਼ ਐਡ ਕਰਕੇ 180 ਨੇ। ਤਾਂ ਬੱਚੇ ਜਿੰਨੇ ਹੈਡ ਆ ਗਏ, ਜਿੰਨੇ ਹੈਡ ਆ ਗਏ ਓਨੇ ਐਨੀਮਲ ਨੇ। ਤਾਂ ਹੈਂਸ ਪਲੱਸ ਕਾਊਜ਼ 180, ਇਹ ਸ਼ੋਰ ਹੋ ਗਿਆ। ਜਿੰਨੇ ਹੈਡ ਹੁੰਦੇ ਨੇ, ਹੈਡਸ ਦੀ ਗਿਣਤੀ 180 ਦਿੱਤੀ ਆ, ਉਹਨੇ ਐਨੀਮਲ ਨੇ। ਤਾਂ ਹੈਂਸ ਪਲੱਸ ਕਾਊਜ਼ 180। ਹੁਣ ਆ ਜਾਓ ਲੈਗਸ ਤੇ। ਲੈਗਸ ਇੰਪੋਰਟੈਂਟ ਆ। ਲੈਗਸ ਬੱਚੇ 420 ਨੇ। ਇੱਕ ਹੈਨ ਕੋਲ ਕਿੰਨੀਆਂ ਲੈਗਸ ਹੁੰਦੀਆਂ ਨੇ ਬੱਚੇ? ਇੱਕ ਹੈਨ ਕੋਲ ਹੁੰਦੀਆਂ ਨੇ 2 ਲੈਗਸ। ਇੱਕ ਕਾਓ ਕੋਲ ਕਿੰਨੀਆਂ ਲੈਗਸ ਹੁੰਦੀਆਂ ਨੇ? ਇੱਕ ਕਾਓ ਕੋਲ ਹੁੰਦੀਆਂ ਨੇ 4 ਲੈਗਸ। ਇੰਨੀ ਗੱਲ ਸ਼ੋਰ ਹੈ ਸਾਰਿਆਂ ਨੂੰ? ਇੱਕ ਹੈਨ ਕੋਲ 2 ਲੈਗਸ ਹੁੰਦੀਆਂ ਨੇ, ਇੱਕ ਕਾਓ ਕੋਲ 4 ਲੈਗਸ ਹੁੰਦੀਆਂ ਨੇ। ਸਾਰਿਆਂ ਨੂੰ ਕਲੀਅਰ ਹੈ? ਤਾਂ ਲੈਗਸ ਤੋਂ ਤੁਸੀਂ ਅੰਦਾਜ਼ਾ ਕੀ ਲਾਉਣਾ ਹੈ? ਮੈਂ ਸਮਝਾਉਣ ਲੱਗਿਆ, ਤੁਸੀਂ ਨਹੀਂ, ਤੁਸੀਂ ਦਿਮਾਗ 'ਚ ਕਰਨੀ ਚੀਜ਼, ਨਾਲ ਦੇ ਨਾਲ ਆਨਸਰ ਆ ਜਾਊਗਾ। ਬੱਚੇ ਜਦੋਂ ਉਹ ਗਿਣਨ ਲੱਗੂਗਾ, ਹੈਨ ਆ ਗਿਆ ਮੂਰੇ ਤਾਂ 2 ਲੈਗਸ, ਕਾਓ ਆ ਗਈ ਮੂਰੇ ਤਾਂ 4 ਲੈਗਸ। ਦੇਖੋ ਮੈਂ ਕੀ ਬਣਾ ਰਿਹਾ, ਹੈਨ ਆ ਗਿਆ ਤਾਂ 2 ਲੈਗਸ, ਕਾਓ ਆ ਗਈ ਤਾਂ 4 ਲੈਗਸ। ਫਿਰ ਹੈਨ ਆ ਗਿਆ 2 ਲੈਗਸ, ਕਾਓ ਆ ਗਈ 4 ਲੈਗਸ, ਫਿਰ ਕਾਓ ਆ ਗਈ 4 ਲੈਗਸ, ਫਿਰ ਹੈਨ ਆ ਗਿਆ 2 ਲੈਗਸ, ਹੈਨ ਆ ਗਿਆ 2 ਲੈਗਸ, ਕਾਓ ਆ ਗਈ 4 ਲੈਗਸ, ਹੈਨ ਆ ਗਿਆ 2 ਲੈਗਸ। ਐਂ ਹੀ ਗਿਣਤੀ ਹੁੰਦੀ ਜਾਊਗੀ ਹੈਨਸ ਐਂਡ ਕਾਊਜ਼ ਦੀ। ਲੈਗਸ ਦੀ ਜਦੋਂ ਗਿਣਤੀ ਕਰ ਰਿਹਾ, ਹੈਨ ਹੈ ਤਾਂ 2, ਕਾਓ ਹੈ ਤਾਂ 4, ਹੈਨ ਹੈ ਤਾਂ 2, ਕਾਓ ਹੈ ਤਾਂ 4, ਐਂ ਹੀ ਗਿਣੂਗਾ। ਤਾਂ ਬੱਚੇ ਹੈਨਸ ਕੋਲ ਕਿੰਨੀਆਂ ਲੈਗਸ ਨੇ? ਹੈਨ ਕੋਲ, ਮੁਰਗੇ ਕੋਲ ਕਿੰਨੀਆਂ ਲੈਗਸ ਨੇ? 2। ਕਾਓ ਕੋਲ ਕਿੰਨੀਆਂ ਲੈਗਸ ਨੇ? 4। ਘੱਟ ਕਿਹਦੇ ਕੋਲ ਨੇ? ਤੁਸੀਂ ਹੁਣ ਕਿਵੇਂ ਦਿਮਾਗ ਲਾਉਣਾ ਪੇਪਰ 'ਚ? ਘੱਟ ਕਿਹਦੇ ਕੋਲ ਨੇ? ਹੈਨ ਕੋਲ ਘੱਟ ਲੈਗਸ ਨੇ ਨਾ। ਹੈਨ ਕੋਲ ਘੱਟ ਲੈਗਸ ਨੇ। ਕਿੰਨੀਆਂ? 2। ਕਾਓ ਕੋਲ ਕਿੰਨੀਆਂ ਨੇ? 2 ਦੇ ਬਰਾਬਰ 2 ਤਾਂ ਹੈਗੀਆਂ ਨੇ, ਕੁਛ 2 ਐਕਸਟਰਾ ਨੇ। ਤਾਂ ਇੱਥੋਂ ਬੱਚੇ ਆਪਾਂ ਕੀ ਅੰਦਾਜ਼ਾ ਲਾਇਆ ਕਿ ਜਿਹੜਾ ਮਰਜ਼ੀ ਜਾਨਵਰ ਹੈ 2 ਲੈਗਸ ਤਾਂ ਸਾਰਿਆਂ ਕੋਲ ਹੀ ਨੇ। ਇੱਥੋਂ ਆਪਾਂ ਕੀ ਅੰਦਾਜ਼ਾ ਲਾਇਆ ਕਿ ਭਾਈ ਜਿਹਦੇ ਕੋਲ ਘੱਟ ਨੇ, ਉਹ ਜਿਹਦੇ ਕੋਲ ਘੱਟ ਨੇ ਓਨੀਆਂ ਲੈਗਸ ਤਾਂ ਸਾਰਿਆਂ ਕੋਲ ਹੀ ਨੇ। ਤਾਂ ਚਾਹੇ ਹੈਨ ਹੈ ਚਾਹੇ ਕਾਓ ਹੈ, 2-2 ਲੈਗਸ ਤਾਂ ਸਾਰਿਆਂ ਕੋਲ ਹੀ ਨੇ। ਤਾਂ ਬੱਚੇ 180 ਐਨੀਮਲ ਹੋਣ ਦਾ ਮਤਲਬ ਕਿੰਨੀਆਂ ਲੈਗਸ ਬਣਨਗੀਆਂ? 180 ਗੁਣਾ 2, 360 ਲੈਗਸ ਤਾਂ ਬਣਨਗੀਆਂ ਹੀ ਬਣਨਗੀਆਂ। ਪਰ ਐਕਸਟਰਾ ਕਿੰਨੀਆਂ ਨੇ? ਐਕਸਟਰਾ ਨੇ 420 ਦੇ ਵਿੱਚੋਂ 360 ਮਾਈਨਸ ਕਰ ਦੋ, 60 ਲੈਗਸ ਐਕਸਟਰਾ ਆ ਗਈਆਂ। ਆ ਜਿਹੜੇ ਤੁਸੀਂ ਕੀ ਕੀਤਾ, ਹਰ ਇੱਕ ਐਨੀਮਲ ਕੋਲ 2 ਲੈਗਸ ਤਾਂ ਹੈਗੀਆਂ ਹੀ ਨੇ। ਹੈਂਸ ਕੋਲ ਕੁੱਲ 2 ਨੇ, ਕਾਓ ਕੋਲ 2 ਐਕਸਟਰਾ ਵੀ ਨੇ। 2 ਐਕਸਟਰਾ ਲੈਗਸ ਇੱਕ ਕਾਓ ਕੋਲ ਨੇ। ਤਾਂ ਕੁੱਲ ਲੈਗਸ ਸਾਰੇ ਐਨੀਮਲਸ ਕੋਲ ਜਦੋਂ ਤੁਸੀਂ 2 ਮੰਨੋਗੇ ਤਾਂ 360 ਲੈਗਸ ਆ ਗਈਆਂ। ਕਿੰਨੀਆਂ ਐਕਸਟਰਾ? 420 ਕੁੱਲ ਚੋਂ ਮਾਈਨਸ ਕਰ ਦੋ 60 ਐਕਸਟਰਾ, ਕਿਉਂਕਿ 2 ਐਕਸਟਰਾ ਲੈਗਸ ਇੱਕ ਕਾਓ ਕੋਲ ਨੇ ਤਾਂ 60 ਐਕਸਟਰਾ ਲੈਗਸ ਕਿੰਨੀਆਂ ਕੋਲ ਹੋਣਗੀਆਂ? ਇਹ ਬੱਚੇ ਕੁਐਸਚਨ ਹੈ। 2 ਐਕਸਟਰਾ ਲੱਤਾਂ ਇੱਕ ਕਾਓ ਕੋਲ ਨੇ ਤਾਂ 60 ਐਕਸਟਰਾ ਲੱਤਾਂ 30 ਕਾਊਜ਼ ਕੋਲ ਹੋਣਗੀਆਂ। ਤਾਂ ਬੱਚੇ ਤੁਹਾਡਾ ਆਨਸਰ ਆ ਗਿਆ 30। ਤਾਂ ਇਸ ਕੁਐਸਚਨ ਦੇ ਵਿੱਚ ਕਾਊਜ਼ ਫਾਈਂਡ ਕਰਨੇ ਸੀ ਤਾਂ ਆਨਸਰ ਕਿੰਨਾ ਆ ਗਿਆ? 30।
ਤਾਂ ਹੈਂਡਸ ਐਂਡ ਕਾਊਜ਼ ਵਾਲੇ ਕੁਐਸਚਨ ਨੂੰ ਹਮੇਸ਼ਾ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਨੀ ਹੈ, ਜਿੰਨੇ ਹੈਡਸ ਦਿੱਤੇ ਹੈ ਉਹ ਤਾਂ ਕੁੱਲ ਐਨੀਮਲ ਹੋ ਗਏ ਉਹਨੇ, ਫਿਰ ਹੈਂਡਸ ਕੋਲ 2 ਲੈਗਸ ਨੇ, ਕਾਊਜ਼ ਕੋਲ 4 ਲੈਗਸ ਨੇ, ਤਾਂ ਘੱਟ ਕਿਹਦੇ ਕੋਲ ਨੇ, ਹੈਨ ਕੋਲ 2 ਘੱਟ ਨੇ ਨਾ, ਤਾਂ 2 ਤਾਂ ਸਾਰਿਆਂ ਕੋਲ ਹੀ ਨੇ। ਤੁਸੀਂ ਇਹ ਮੰਨ ਕੇ ਚੱਲਣਾ 2 ਤਾਂ ਸਾਰਿਆਂ ਕੋਲ ਨੇ, ਕਾਊ ਕੋਲ 2 ਐਕਸਟਰਾ ਨੇਗੀਆਂ, ਕਾਊ ਕੋਲ 2 ਐਕਸਟਰਾ ਲੈਗਸ ਨੇ, 2 ਐਕਸਟਰਾ ਲੈਗਸ ਇੱਕ ਕਾਊ ਕੋਲ ਨੇ, 4 ਐਕਸਟਰਾ ਲੈਗਸ 2 ਕਾਊਜ਼ ਕੋਲ ਨੇ, 6 ਐਕਸਟਰਾ ਲੈਗਸ 3 ਕਾਊਜ਼ ਕੋਲ ਨੇ। ਤਾਂ ਆਪਾਂ ਐਕਸਟਰਾ ਲੈਗਸ ਦੇਖਣੀਆਂ ਨੇ, 2 ਲੱਤਾਂ ਸਾਰਿਆਂ ਕੋਲ ਨੇ, ਤਾਂ ਇਸ ਹਿਸਾਬ ਨਾਲ 180 ਐਨੀਮਲਸ ਦੀਆਂ 360 ਲੱਤਾਂ ਆ ਗਈਆਂ। ਫਿਰ ਕਿੰਨੀਆਂ ਐਕਸਟਰਾ ਨੇਗੀਆਂ, ਕੁੱਲ 420 ਨੇ, ਅਸਲ ਚੋਂ 360 ਮਾਈਨਸ ਕੀਤੇ 60 ਐਕਸਟਰਾ ਨੇ, ਤਾਂ ਕਿੰਨੀਆਂ ਕਾਊਜ਼ ਹੋਣਗੀਆਂ? ਜੇ 2 ਐਕਸਟਰਾ ਲੱਤਾਂ ਇੱਕ ਕਾਊ ਕੋਲ ਨੇ ਤਾਂ 60 ਐਕਸਟਰਾ ਲੱਤਾਂ 30 ਕਾਊਜ਼ ਕੋਲ ਹੋਣਗੀਆਂ। ਇਹ ਤੋਂ ਸੌਖਾ ਤਰੀਕਾ ਨਹੀਂ ਹੈਗਾ ਕੋਈ। ਤਾਂ ਇਹ ਬੱਚੇ ਬਿਨਾਂ ਪੈਨ ਤੋਂ ਦਿਮਾਗ 'ਚ ਹੀ ਸੋਲਵ ਹੋ ਜਾਊਗਾ, ਲਿਖਣ ਦੀ ਲੋੜ ਨਹੀਂ ਹੈਗੀ। ਜੇ ਕਿਸੇ ਬੱਚੇ ਨੂੰ ਡਾਊਟ ਹੈ ਵੀ ਬਿਨਾਂ ਪੈਨ ਤੋਂ ਹੋ ਜਾਊਗਾ ਕਿ ਨਹੀਂ, ਐਗਜ਼ਾਮਪਲ ਦੇਖੋ ਅਗਲੀ, ਦੀਪਕ ਹੈਜ਼ ਸਮ ਹੈਂਡਸ ਐਂਡ ਸਮ ਗੋਟਸ, ਕਾਊਜ਼ ਦੀ ਥਾਂ ਤੇ ਗੋਟਸ ਲਿਖਤਾ, ਉਹੀ ਗੱਲ ਹੈ, ਸਿਰ ਇੱਕ ਹੈ, ਲੱਤਾਂ 4 ਨੇ ਗਿਆ, ਕੁਛ ਹੈਂਡਸ ਤੇ ਕੁਛ ਗੋਟਸ ਨੇ। ਇਫ ਦਾ ਟੋਟਲ ਨੰਬਰ ਆਫ ਹੈਡਸ ਇਜ਼ 90 ਐਂਡ ਦਾ ਟੋਟਲ ਨੰਬਰ ਆਫ ਫੀਟ ਲੈਗਸ ਯਾਨੀ ਕਿ ਇਜ਼ 248, ਵਟ ਇਜ਼ ਦਾ ਟੋਟਲ ਨੰਬਰ ਆਫ ਗੋਟਸ, ਆਪਾਂ ਗੋਟਸ ਫਾਈਂਡ ਕਰਨੀਆਂ ਨੇ। ਤਾਂ ਬੱਚੇ 90 ਹੈਡ ਹੋਣ ਦਾ ਮਤਲਬ ਹੈਂਡਸ ਪਲੱਸ ਗੋਟਸ 90 ਹੈ। ਹੈਨ ਕੋਲ ਕਿੰਨੀਆਂ ਨੇ, 2 ਲੱਤਾਂ, ਗੋਟ ਕੋਲ ਕਿੰਨੀਆਂ ਨੇ, 4 ਲੱਤਾਂ, ਕੁੱਲ 248 ਨੇ। ਤਾਂ ਬੱਚੇ 2 ਲੱਤਾਂ ਤਾਂ ਸਾਰਿਆਂ ਕੋਲ ਹੀ ਨੇ, 2 ਲੱਤਾਂ ਸਾਰਿਆਂ ਕੋਲ ਨੇ, ਤਾਂ 90 ਐਨੀਮਲਸ ਕੋਲ ਕਿੰਨੀਆਂ ਬਣ ਗਿਆ, 90 ਗੁਣਾ 2 180 ਹੋ ਗਿਆ। ਪਰ ਕਿੰਨੇ ਐਕਸਟਰਾ ਮਾਈਨਸ ਕਰਕੇ ਪਤਾ ਲੱਗ ਜੂਗਾ, 248 ਚੋਂ 180 ਮਾਈਨਸ ਕਰ ਦੋ, 68 ਐਕਸਟਰਾ ਨੇ। ਉਹ 68 ਐਕਸਟਰਾ ਕਿਹਦੇ ਕਰਕੇ ਨੇ, ਆਪਾਂ ਕਿਉਂਕਿ ਸਾਰਿਆਂ ਦੀਆਂ 2 ਲੱਤਾਂ ਮੰਨੀਆਂ, ਪਰ ਬੱਕਰੀ ਕੋਲ 2 ਐਕਸਟਰਾ ਨੇ, 2 ਐਕਸਟਰਾ ਇੱਕ ਬੱਕਰੀ ਕੋਲ ਨੇ, ਤਾਂ 68 ਐਕਸਟਰਾ 34 ਬੱਕਰੀਆਂ ਕੋਲ, ਤਾਂ 34 ਗੋਟਸ ਆਂਸਰ ਆ ਗਿਆ ਬੱਚੇ ਇਸ ਕੁਐਸਚਨ ਦਾ। ਤਾਂ 34 ਸੀ ਆਪਸ਼ਨ। ਸਮਝ ਆ ਗਿਆ ਬੱਚੇ ਸਾਰਿਆਂ ਨੂੰ? ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਦੇ ਜਾਇਓ ਕਿ ਇੰਨੀ ਕੁ ਗੱਲ ਸਮਝ ਆ ਗਈ ਹੈਂਡਸ ਐਂਡ ਕਾਊਜ਼ ਵਾਲੇ ਕੁਐਸਚਨਸ ਨੂੰ ਕਿਵੇਂ ਕਰਨਾ। ਮੈਂ ਇੱਕ ਕਲਾਸ ਲਵਾਂਗਾ, ਮਤਲਬ ਮੈਂ ਹਲੇ ਅਗਲੇ ਪੇਪਰ ਦੇਖੀ ਜਾਣਾ, ਜਿਹੜੇ ਆਪਾਂ ਪੇਪਰ ਕਰੀ ਜਾਂਦੇ ਉਹਨਾਂ ਦੇ ਨਾਲ ਦੇ ਸਿਮਿਲਰ ਕੁਐਸਚਨਸ ਕਰੀ ਜਾਣਾ। ਇਹ ਮੈਂ ਹੈਂਡਸ ਐਂਡ ਕਾਊਜ਼ ਵਾਲੇ ਕੁਐਸਚਨ ਆਪਣੇ ਵੱਲੋਂ ਲਿਆ ਆ, ਅਗਲੇ ਪੇਪਰ ਫਰੋਲਦੇ ਆ। ਜੇ ਕਿਸੇ ਪੇਪਰ 'ਚ ਮੈਨੂੰ ਕੋਈ ਕੁਐਸਚਨ ਲੱਭਿਆ ਜਿਹੜਾ ਹੈਂਡਸ ਐਂਡ ਕਾਊਜ਼ ਵਾਲੇ ਫਾਰਮੈਟ ਦੇ ਵਿੱਚ ਪੁੱਛਿਆ ਹੋਇਆ ਕੁਐਸਚਨ ਹੋਇਆ, ਚਾਹੇ ਪ੍ਰੋਫਿਟ ਲੋਸ ਦਾ, ਚਾਹੇ ਟਾਈਮ ਸਪੀਡ ਡਿਸਟੈਂਸ ਦਾ, ਚਾਹੇ ਸਿੰਪਲ ਇੰਟਰਸਟ ਜਾਂ ਕੰਪਾਊਂਡ ਇੰਟਰਸਟ ਦਾ, ਤਾਂ ਮੈਂ ਉਹ ਕੁਐਸਚਨ ਲੈ ਕੇ ਆਊਂਗਾ। ਫਿਰ ਉਹਦੇ ਨਾਲ ਚਾਰੇ ਜਿਹੜੇ ਚੈਪਟਰ ਗਨਾਏ ਨੇ ਚਾਰਾਂ ਦੇ ਕੁਐਸਚਨ ਲਿਆਉਂਗਾ ਤੇ ਹੈਂਡਸ ਐਂਡ ਕਾਊਜ਼ ਦੁਬਾਰਾ ਵੀ ਕਰਾ ਦੂੰਗਾ ਕਿ ਦੇਖੋ ਹੈਂਡਸ ਐਂਡ ਕਾਊਜ਼ ਇਸ ਤਰ੍ਹਾਂ ਕੀਤਾ ਸੀਗਾ, ਸਾਰੇ ਕੁਐਸਚਨ ਇਸ ਤਰ੍ਹਾਂ ਹੋ ਜਾਣਗੇ। ਸਿੰਪਲ ਇੰਟਰਸਟ ਦਾ ਜਿਹੜਾ ਮੈਂ ਬੋਲ ਰਿਹਾ ਉਹ ਆਪਾਂ ਪਹਿਲੇ ਟੈਸਟ ਦੇ ਵਿੱਚ, ਅੱਜ ਆਪਣੀ ਮੈਥ ਦੀ ਚੌਥੀ ਕਲਾਸ ਹੈ, ਮੈਥ ਦੀ ਪਹਿਲੀ ਕਲਾਸ 'ਚ ਸਿੰਪਲ ਇੰਟਰਸਟ ਦਾ ਉਹ ਕੁਐਸਚਨ ਕਰ ਲਿਆ ਸੀਗਾ, ਤਾਂ ਮੈਂ ਉਹ ਦੁਬਾਰਾ ਵੀ ਕਰਾ ਦੂੰਗਾ। ਤਾਂ ਮੈਂ ਹਲੇ ਦੇਖਦਾ ਕਿ ਅਗਲੇ ਪੇਪਰਾਂ ਦੇ ਵਿੱਚ ਜੇ ਉਹ ਕੋਈ ਕੁਐਸਚਨ ਮੈਨੂੰ ਉਹੋ ਜਿਹਾ ਮਿਲਦਾ ਜਿਹੜਾ ਇਸ ਫਾਰਮੈਟ ਤੇ ਹੈ, ਤਾਂ ਮੈਂ ਉਦੋਂ ਇਹ ਕੁਐਸਚਨ, ਉਹ ਸਿੰਪਲ ਇੰਟਰਸਟ ਵਾਲਾ ਕੁਐਸਚਨ ਤੇ ਜਿਹੜਾ ਵੀ ਪੇਪਰ 'ਚ ਕੁਐਸਚਨ ਹੋਊਗਾ ਸਾਰੇ ਕਰਾ ਦੂੰ। ਵੀ ਦੇਖੋ ਅਲੱਗ-ਅਲੱਗ ਚੈਪਟਰਾਂ ਦੇ ਕੁਐਸਚਨ ਪਰ ਇੱਕ ਤਰ੍ਹਾਂ ਹੀ ਹੋ ਜਾਣਗੇ। ਤਾਂ ਇਹ ਆਪਾਂ ਜਿੱਦਣ ਉਹ ਪੇਪਰ ਦੇ ਵਿੱਚ ਆਇਆ ਉਦੋਂ ਕਰਾਊਂਗਾ। ਬੱਚੇ ਅੱਜ ਵਾਲੀ ਕਲਾਸ ਆਪਾਂ ਇੱਥੇ ਖਤਮ ਕਰਦੇ ਹਾਂ। ਹਲੇ ਇਸ ਸ਼ੀਟ ਦੇ ਵਿੱਚ ਕੁਝ ਕੁਐਸਚਨਸ ਬਾਕੀ ਨੇ, ਉਹ ਆਪਾਂ ਅਗਲੀ ਕਲਾਸ ਦੇ ਵਿੱਚ ਕਰ ਲਾਂਗੇ। ਅੱਜ ਆਪਣੇ ਕੋਲ ਟਾਈਮ ਇੰਨਾ ਕੀ ਆ। ਅਗਲੀ ਕਲਾਸ ਦੇ ਵਿੱਚ ਮਤਲਬ ਮੈਂ ਜਿਹੜਾ ਪਿਛਲੀ ਕਲਾਸ ਵੀ ਕਹਿ ਕੇ ਗਿਆ ਕਿ ਆਪਾਂ DI ਪਿਛਲੀ ਕਲਾਸ 'ਚ ਜਿਵੇਂ ਕੀਤੀ ਸੀ ਕਿ ਮੂਰੇ ਕੁਝ ਕੁਆਂਟਸ ਦੇ ਕੁਐਸਚਨ ਕਰ ਲਏ, 12-13 ਕੁਐਸਚਨ ਕਰ ਲਏ, 3-4 ਕੁਐਸਚਨ ਪਿੱਛੋਂ DI ਦਾ ਇੱਕ ਸੈੱਟ ਕਰ ਲਿਆ, ਤਾਂ ਇੱਕ ਕਲਾਸ ਛੱਡ ਕੇ ਆਪਾਂ 12-15 ਕੁਐਸਚਨ ਕੁਆਂਟਸ ਦੇ, ਇੱਕ ਸੈੱਟ DI ਦਾ ਜਿਹਦੇ ਵਿੱਚ 3 ਤੋਂ 5 ਕੁਐਸਚਨਸ ਹੋਣਗੇ। ਤਾਂ ਆਪਾਂ ਇੱਕ ਕਲਾਸ 'ਚ ਤਾਂ ਸਿਰਫ ਕੁਆਂਟਸ ਕਰਿਆ ਕਰਾਂਗੇ। ਅਗਲੀ ਕਲਾਸ ਇੱਕ ਛੱਡ ਕੇ ਆਪਾਂ 12-13 ਕੁਐਸਚਨ, 15 ਕੁਐਸਚਨ ਕੁਆਂਟਸ ਦੇ, 3-4 ਕੁਐਸਚਨ DI ਦੇ, ਆਪਾਂ ਇਹ ਵੀ ਕਰਿਆ ਕਰਾਂਗੇ। ਤਾਂ ਹੁਣ ਜਿਹੜੀ ਆਪਣੀ ਅਗਲੀ ਕਲਾਸ ਉਹ ਅੱਜ ਚੌਥੀ ਹੈ, ਜਿਹੜੀ 5ਵੀਂ ਕਲਾਸ ਮੈਥ ਦੀ 5ਵੀਂ ਕਲਾਸ ਹੋਗੀ, ਉਹਦੇ ਵਿੱਚ ਆਪਾਂ ਕੁਆਂਟਸ ਦੇ ਜਿਹੜੇ ਕੁਐਸਚਨ ਇਸ ਸ਼ੀਟ ਦੇ ਵਿੱਚ ਰਹਿ ਗਏ, ਕੁਝ ਹੋਰ ਥੋੜੇ ਜਿਹੇ ਅਗਲੇ ਟੈਸਟ ਦੇ ਲੈ ਆਉਂਗਾ, ਪਲੱਸ ਕੁਝ DI ਦਾ ਵੀ ਇੱਕ ਅੱਧਾ ਸੈੱਟ ਕਰਾਂਗੇ। ਜਿਹੜਾ ਪਿਛਲੀ ਕਲਾਸ ਦੇ ਵਿੱਚ ਬੱਚੇ ਆਪਾਂ DI ਦਾ ਸੈੱਟ ਕੀਤਾ, ਉਹਨੂੰ ਮੈਂ ਕਿਹਾ ਸੀਗਾ ਕਿ ਇੱਕ ਸੈੱਟ ਕਲਾਸ 'ਚ ਕਰ ਲਿਆ, ਦੂਜਾ ਸੈੱਟ ਮੈਂ ਤੁਹਾਨੂੰ ਹੋਮਵਰਕ ਦਿੱਤਾ ਸੀਗਾ ਕਿ ਤੁਸੀਂ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਦੇ ਆਨਸਰਸ ਮਾਰਕ ਕਰ ਦਿਓ। ਜੇ ਕਿਸੇ ਬੱਚੇ ਨੂੰ ਪ੍ਰੋਬਲਮ ਹੋਈ ਤਾਂ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਓ ਕਿ ਭਾਈ ਸਾਨੂੰ ਫਲਾਣੀ ਚੀਜ਼ ਨਹੀਂ ਸਮਝ ਆਈ, ਰਿਪੀਟ ਕਰ ਦਿਓ, ਜਾਂ ਜਿਹੜਾ ਹੋਮਵਰਕ ਦਿੱਤਾ ਸੀ ਉਹ ਨਹੀਂ ਨਿਕਲਿਆ ਉਹ ਕਰਾ ਦਿਓ। ਤਾਂ ਕਿਸੇ ਇੱਕ ਵੀ ਬੱਚੇ ਦਾ ਇਹੋ ਜਿਹਾ ਕਮੈਂਟ ਨਹੀਂ ਆਇਆ ਕਿ ਸਾਡੇ ਤੋਂ ਨਹੀਂ ਨਿਕਲਿਆ, ਸਾਰੇ ਬੱਚਿਆਂ ਦੇ ਆਨਸਰਸ ਆਏ ਨੇ ਕਮੈਂਟ ਦੇ ਵਿੱਚ, ਤੇ ਉਹ ਆਨਸਰਸ ਸਾਰਿਆਂ ਦੇ ਠੀਕ ਨੇ। ਸੋ ਇਸ ਕਰਕੇ ਆਪਾਂ ਉਹ ਸੈੱਟ ਨਹੀਂ ਕਰਾਂਗੇ ਜਿਹੜਾ ਪਿਛਲੀ ਕਲਾਸ ਦਾ ਹੋਮਵਰਕ ਸੀ, ਤਾਂ ਮੈਂ ਨਵਾਂ ਸੈੱਟ ਲੈ ਕੇ ਆਊਂਗਾ। ਹੋ ਸਕਦਾ ਉਹ ਮੈਂ ਬਾਰ ਗ੍ਰਾਫ ਦਾ ਹੀ ਲੈ ਆਵਾਂ, ਜਾਂ ਹਲੇ ਪਾਈ ਚਾਰਟ ਵੀ ਕਰਨਾ, ਆਪਣਾ ਲਾਈਨ ਚਾਰਟ ਵੀ ਕਰਨਾ, ਮਿਕਸ ਚਾਰਟ ਵੀ ਕਰਨਾ, ਜਾਂ ਡਾਟਾ ਟੇਬਲ ਵੀ ਦੁਬਾਰਾ ਨਵੇਂ ਤਰ੍ਹਾਂ ਦਾ ਕੁਐਸਚਨ ਲਿਆਉਂਗਾ। ਕਾਫੀ ਕੁਝ ਆਪਣੇ ਕੋਲ ਹਲੇ ਕਰਨ ਨੂੰ ਹੈਗਾ। ਤਾਂ DI ਵੀ ਆਪਾਂ ਇੱਕ ਕਲਾਸ ਛੱਡ ਕੇ ਕਰਦੇ ਜਾਵਾਂਗੇ। ਤਾਂ ਹੁਣ ਜਿਹੜੀ 5ਵੀਂ ਕਲਾਸ ਹੋਊਗੀ ਅਗਲੀ, ਉਹਦੇ ਵਿੱਚ ਮੈਂ ਇੱਕ ਸੈੱਟ DI ਦਾ ਵੀ ਲੈ ਕੇ ਆਊਂਗਾ। ਇਹਦੇ ਅਗਲੇ ਕੁਝ ਕੁਐਸਚਨਸ ਨੇ ਉਹ ਵੀ ਕਰਾਂਗੇ, ਕੁਝ ਹੋਰ ਕੁਐਸਚਨਸ ਐਡ ਕਰੂੰਗਾ। ਤਾਂ ਅਗਲੀ ਕਲਾਸ 'ਚ ਮਿਲਦੇ ਹਾਂ ਬੱਚੇ। ਥੈਂਕ ਯੂ।